मुल्हिद दे नाल जिहड़ा इस्लाम दे उत्ते बड़े ਉਹਦੇ ਨਾਲ ਡਿਬੇਟਸ ਦੇ ਵਿੱਚ ਉਹਨਾਂ ਦੀ ਜਦੋਂ ਸ਼ਰਾਇਤ ਤੈਅ ਹੋਈਆਂ ਸਾਰਾ ਕੋਈ ਮਸਲਾ ਉਹਨਾਂ ਦਾ ਹੋਇਆ ਉਹਨਾਂ ਕਿਹਾ ਜੀ ਪਹਿਲੇ ਹੀ ਤੈਅ ਹੋਇਆ ਸੀ ਕਿ ਕੋਈ ਤੁਸੀਂ ਪ੍ਰੋਵੋਕੇਸ਼ਨ ਨਹੀਂ ਕਰਨੀ ਕੋਈ ਗੁਸਤਾਖੀ ਨਹੀਂ ਕਰਨੀ ਕੋਈ ਤੁਸੀਂ ਬਿਲੋ ਦ ਬੈਲਟ ਲਫ਼ਜ਼ ਨਹੀਂ ਯੂਜ਼ ਕਰਨਾ ਵਰਨਾ ਫਿਰ ਡਿਬੇਟ ਜਿਹੜੀ ਹੈ ਉਹ ਖਰਾਬ ਹੋ ਜਾਏਗੀ ਔਰ ਉਹਨੇ ਆਉਂਦਿਆਂ ਸਾਥ ਹੀ ਪਹਿਲਾਂ ਇਹ ਕੰਮ ਕੀਤਾ ਕਿ ਉਹਨੇ ਉਹਨਾਂ ਨੂੰ ਟਾਂਟ ਕੀਤਾ ਉਸ ਟਾਂਟ ਦੇ ਨਤੀਜੇ ਦੇ ਵਿੱਚ ਉਹਨਾਂ ਨੇ ਰਿਬਟਲ ਦੇ ਤੌਰ ਤੇ ਜਵਾਬ ਦੇ ਤੌਰ ਤੇ ਟਾਂਟ ਕੀਤੀ ਹੁਣ ਟਾਂਟ ਦਾ ਬਦਲਾ ਟਾਂਟ ਨਾਲ ਦਿੱਤਾ ਗਿਆ ਤੇ ਮਰਜ਼ਈ ਜਿਹੜੇ ਨੇ ਉਹ ਸੁਣ ਰਹੇ ਸੀ ਥੱਲੇ ਤੇ ਮਰਜ਼ਈ ਸ਼ੋਰ ਪਾਉਣ ਲੱਗ ਪਏ ਜੀ ਇਹ ਦੇਖੋ ਜੀ ਆਮਿਰ ਹੱਕ ਨੇ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਹਾਲਾਂਕਿ ਪਹਿਲ ਉਹਨੇ ਕੀਤੀ ਮੁਲਹਿਦ ਨੇ ਅਵੈਸ ਨੇ ਉਸ ਤੋਂ ਅੱਗੇ ਵੱਧ ਕੇ ਉਸ ਬੰਦੇ ਨੇ ਅਵੈਸ ਨੇ ਸ਼ਾਤਮੀਅਤ ਕਰ ਦਿੱਤੀ ਤੋਹੀਨ ਕਰ ਦਿੱਤੀ ਗੁਸਤਾਖੀ ਕਰ ਦਿੱਤੀ ਵਾਪਸ ਆਣਾ ਠੀਕ ਹੈ ਜੋ ਜੀ ਠੀਕ ਹੈ ਉਹਨੇ ਜਿਹੜੇ ਦੇਖਿਆ ਨਾ ਕਿ ਹੁਣ ਇਹ ਬੰਦਾ ਤੇ ਮੈਨੂੰ ਲੈ ਦੇ ਗਿਆ ਹੈ ਕਿਉਂਕਿ ਪਹਿਲ ਤਾਂ ਮੈਂ ਘਰ ਬੈਠਾ ਤੇ ਹੁਣੇ ਮੈਨੂੰ ਮਤਲਬ ਜੁੜ ਗਿਆ ਹੈ ਉਹਨੇ ਉਹ ਐਗਜ਼ਿਟ ਦਾ ਬਟਨ ਦਬਾ ਕੇ ਉਹ ਇਜੈਕਟ ਦਾ ਬਟਨ ਦਬਾ ਕੇ ਐਮਰਜੈਂਸੀ ਬਟਨ ਦਬਾ ਕੇ ਤੇ ਉਹਨੇ ਉਸ ਟਾਈਮ ਫੌਰਨ ਸ਼ਾਤਮੀਅਤ ਕਰ ਦਿੱਤੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਦੇ ਵਿੱਚ ਹੁਣ ਜਿਹੜੇ ਉੱਥੇ ਉਹ ਸ਼ਾਤਮੀਅਤ ਕੀਤੀ ਤੇ ਉਹ ਜਿਹੜਾ ਉਹਨਾਂ ਦੇ ਨਾਲ ਤੈਅ ਹੋਇਆ ਸੀ ਉਹ ਖਤਮ ਹੋ ਗਿਆ ਤੇ ਉਹ ਡਿਬੇਟ ਉੱਥੇ ਵੀ ਡਰਾ ਹੋ ਗਈ ਤੇ ਉਹ ਵੀ ਨਸ ਗਿਆ ਤੇ ਆਮਿਰ ਹੱਕ ਭਾਈ ਵੀ ਉਸ ਨੂੰ ਛੋੜ ਗਏ ਉਸ ਫੋਰਮ ਨੂੰ ਬੰਦ ਕਰ ਦਿੱਤਾ ਤੇ ਉਹਨਾਂ ਨੇ ਫਿਰ ਆਪਣੇ ਫੋਰਮ ਦੇ ਉੱਤੇ ਕਾਫੀ ਉਹਨੂੰ ਗੱਲਾਂ ਜਿਹੜੀਆਂ ਨੇ ਉਹਦੇ ਜਵਾਬ ਦਿੱਤੇ ਤੇ ਉਹਦੀ ਇਸ ਸ਼ਾਤਮੀਅਤ ਦੇ ਉੱਤੇ ਉਹਦੀ ਚੰਗੀ ਠੁਕਾਈ ਕੀਤੀ ਤੇ ਉਹਨੂੰ WhatsApp ਤੇ ਕਾਲ ਵੀ ਕੀਤੀ ਵੀ ਤੂੰ ਇਹ ਕੀ ਕੀਤਾ ਹੈ ਤੇ ਉਹ ਉੱਥੋਂ ਫਿਰ ਉਹ ਆ ਕੇ ਜਿਹੜੇ ਨੇ ਦੂਸਰੀ ਬਰਾੜ ਦੇ ਉੱਤੇ ਸਾਡੇ ਨਾਲ ਵੀ ਬੈਠੇ ਹੋਏ ਸੀ ਤੇ ਉਹਨਾਂ ਨੂੰ ਉਹ ਗੱਲ ਉੱਥੇ ਵੀ ਸੁਣਾਈ ਅਸੀਂ ਤੇ ਪਹਿਲੇ ਵੀ ਸੁਣੀ ਹੋਈ ਸੀ ਐਰ ਨੈਕਸਟ ਡੇ ਇਹ ਗੱਲ ਬੜੀ ਚਲਦੀ ਰਹੀ ਮਰਜ਼ਈਆਂ ਨੇ ਫਿਰ ਮੁਲਹਿਦ ਦੀ ਸਪੋਰਟ ਕੀਤੀ ਤੇ ਉਹ ਵੈਸ ਨੂੰ ਬੜਾ ਕਹਿ ਰਹੇ ਸੀ ਜੀ ਵੈਸ ਨਾਲ ਇਸ ਤਰ੍ਹਾਂ ਜਿਹੜਾ ਹੈ ਜ਼ਿਆਦਤੀ ਕੀਤੀ ਹੈ ਇਹਨਾਂ ਨੇ ਹਾਲਾਂਕਿ ਦੇਖੋ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਉਸ ਬੰਦੇ ਨੇ ਤੋਹੀਨ ਕੀਤੀ ਤੇ ਉਹ ਉਹਦੇ ਤੇ ਨਹੀਂ ਗੱਲ ਕਰ ਰਹੇ ਉਹਦੇ ਨਾਲ ਖਲੋ ਗਏ ਨੇ ਉਸ ਗੁਸਤਾਖ ਤੋਂ ਸ਼ਾਤਮ ਦੇ ਨਾਲ ਮਰਜ਼ਈ ਸਾਰੇ ਖਲੋ ਗਏ ਉਹਨੂੰ ਜਿਹੜਾ ਦੂਸਰਾ ਮੁੰਡਾ ਆ ਜਿਹਨੇ ਇਹ ਡਿਬੇਟ ਤੈਅ ਕਰਵਾਈ ਸੀ ਉਹ ਸੋਲਜਰ ਨਾਂ ਦਾ ਇੱਥੇ ਫਿਰਦਾ ਹੁੰਦਾ ਹੈ ਵਾਇਸ ਚੇਂਜ ਕਰਕੇ ਅੱਜ ਕੱਲ ਉਹਨੇ ਵਾਇਸ ਚੇਂਜਰ ਲਾਇਆ ਹੋਇਆ ਤੇ ਆਪਣੀ ਆਵਾਜ਼ ਬਦਲ ਕੇ ਬੋਲਦਾ ਹੈ ਉਹਨੇ WhatsApp ਦੇ ਗਰੁੱਪ ਦੇ ਵਿੱਚ ਆਮਿਰ ਹੱਕ ਨੂੰ ਕਿਹਾ ਨਹੀਂ ਤੂੰ ਦੁਬਾਰਾ ਡਿਬੇਟ ਕਰ ਤੇ ਆਮਿਰ ਹੱਕ ਨੇ ਕਿਹਾ ਕਿ ਠੀਕ ਹੈ ਮੈਂ ਦੁਬਾਰਾ ਡਿਬੇਟ ਕਰ ਲਾਂਗਾ ਲੇਕਿਨ ਇਹ ਜਿਹੜੀ ਇਹਨੇ ਹਰਕਤ ਕੀਤੀ ਹੈ ਇਹਦੇ ਤੇ ਪਹਿਲੇ ਉਹ ਮਾਫੀ ਮੰਗੇ ਉਹਨੇ ਬਜਾਏ ਉਹਦੀ ਮਾਫੀ ਮੰਗਵਾਉਣ ਦੇ ਉਹਨੇ ਫਿਰ ਉਹ ਸੋਲਜਰ ਨੇ ਖੁਦ ਸ਼ਾਤਮੀਅਤ ਕਰ ਦਿੱਤੀ ਉਸੇ ਗਰੁੱਪ ਦੇ ਵਿੱਚ ਹੁਣ ਉਹ ਜਿਹੜੇ ਆ ਕੇ ਗੱਲ ਪਿਆ ਕਰਦਾ ਸੀ ਇਮਤਿਆਜ਼ ਭਾਈ ਨੂੰ ਤੇ ਇਸ ਗੱਲ ਦਾ ਨਹੀਂ ਸੀ ਪਤਾ ਤੇ ਇਮਤਿਆਜ਼ ਭਾਈ ਨੂੰ ਮਨਾਉਂਦਾ ਸੀ ਪਿਆ ਕਿ ਇਹਨੂੰ ਕਹੋ ਕਿ ਉਹਦੇ ਨਾਲ ਡਿਬੇਟ ਕਰੇ ਤੇ ਆਮਿਰ ਹੱਕ ਭਾਈ ਨੂੰ ਕਿਸੇ ਸ਼ੇਅਰ ਕਰ ਦਿੱਤੀ ਬਰਾੜ ਕੇ ਉੱਥੇ ਸੋਲਜਰ ਪਿਆ ਗੱਲ ਕਰਦਾ ਹੈ ਤਾਂ ਪਹੁੰਚ ਆਏ ਉਹਨਾਂ ਨੇ ਜਿਹੜੇ ਆ ਕੇ ਉਹਨੂੰ ਕਿਹਾ ਕਿ ਤੂੰ ਉੱਥੇ WhatsApp ਤੇ ਗੁਸਤਾਖੀ ਕਰਕੇ ਆਇਆ ਤਾਂ ਉਹਦੇ ਨਾਲ ਜਿਹਨਾਂ ਨਾਲ ਗੱਲਬਾਤ ਕੀਤੀ ਉਹਨੇ ਫਿਰ ਉੱਥੇ ਬਰਾੜ ਦੇ ਉੱਤੇ ਆਮਿਰ ਭਾਈ ਗੁਸਤਾਖੀ ਕਰ ਦਿੱਤੀ ਉਹ ਸੋਲਜਰ ਨੇ ਉੱਥੇ ਉਸੇ ਬਰਾੜ ਦੇ ਉੱਤੇ ਬੈਠੇ ਆ ਇਮਤਿਆਜ਼ ਭਾਈ ਦੀ ਬਰਾੜ ਦੇ ਉੱਤੇ ਫਿਰ ਗੁਸਤਾਖੀ ਕੀਤੀ ਅਈ ਉਹਦੇ ਅਲਫਾਜ਼ ਅੱਧੇ ਮੂੰਹ ਦੇ ਵਿੱਚ ਸੀ ਤੇ ਆਮਿਰ ਹੱਕ ਨੇ ਉਹਨੂੰ ਉਤਾਰ ਦਿੱਤਾ ਆਮਿਰ ਹੱਕ ਨੇ ਜਦੋਂ ਉਹਨੂੰ ਉਤਾਰ ਦਿੱਤਾ ਤੇ ਉਤਾਰ ਕੇ ਤੇ ਫਿਰ ਉਹਨੂੰ ਉਹ ਜਵਾਬ ਦਿੱਤਾ ਤੇ ਉਹਨੂੰ ਉਹਨਾਂ ਨੇ ਉੱਥੇ ਜਵਾਬ ਦਿੱਤਾ ਰਿਬਟਲ ਦੇ ਤੌਰ ਤੇ ਹੁਣ ਮਰਜ਼ਈ ਸਾਰੇ ਜਿਹੜੇ ਨੇ ਉਸ ਸੋਲਜਰ ਦੇ ਨਾਲ ਖਲੋਤੇ ਨੇ ਫਿਰ ਮਤਲਬ ਮੁਸਲਮਾਨ ਜਿਹੜਾ ਇਸਲਾਮ ਦਾ ਦਿਫਾ ਕਰ ਰਿਹਾ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਦਿਫਾ ਕਰ ਰਿਹਾ ਉਹਨਾਂ ਗੁਸਤਾਹਾਂ ਤੇ ਸ਼ਾਤਮਾਂ ਨੂੰ ਉਹ ਜਵਾਬ ਵੀ ਦੇ ਰਿਹਾ ਹੈ ਤੇ ਉਹਨਾਂ ਦੀ ਉਹ ਘਰ ਵੀ ਪੂਰਾ ਕਰ ਰਿਹਾ ਹੈ ਇਹਨਾਂ ਬੇਸ਼ਰਮਾਂ ਨੂੰ ਸ਼ਰਮ ਨਹੀਂ ਆਈ ਮਰਜ਼ਈਆਂ ਨੂੰ ਕਿ ਉਹ ਬਜਾਏ ਅਗਰ ਉਹਨਾਂ ਦਾ ਦਾਵਾ ਹੈ ਸੋ ਕਾਲਡ ਜਿਹੜਾ ਐਕਸਪੋਜ਼ ਹੋ ਚੁੱਕਿਆ ਹੈ ਇਸ ਟਾਈਮ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਮਰਜ਼ਈਅਤ ਐਕਸਪੋਜ਼ ਹੋ ਚੁੱਕੀ ਹੈ ਕਿ ਗੁਸਤਾਹਾਂ ਤੇ ਮੁਲਹਿਦਾਂ ਦੇ ਇਹ ਜਿਹੜੇ ਨੇ ਭਰਾ ਨੇ ਉਸ ਨੂੰ ਰਿਬਟਲ ਦੇ ਤੌਰ ਤੇ ਉਹ ਜਵਾਬ ਦਿੰਦਿਆਂ ਹੋਇਆ ਆਮਿਰ ਹੱਕ ਭਾਈ ਨੇ ਆਮਿਰ ਭਾਈ ਜਿਹੜੇ ਉਹਨਾਂ ਕੋਲ ਸਬਕ ਤੇ ਲਾਸਾਨੀ ਹੋਈ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੇ ਤੁਹਾਡੀ ਬਰਾੜ ਦੇ ਉੱਤੇ ਬਹਿ ਕੇ ਇਸ ਚੀਜ਼ ਤੋਂ ਰਜੂ ਵੀ ਕੀਤਾ ਹੈ ਇਸ ਤਰ੍ਹਾਂ ਹੀ ਆਮਿਰ ਭਾਈ ਬਿਲਕੁਲ ਉਹ ਬਾਕੀ ਤੁਸੀਂ ਗੱਲ ਜਿਹੜੀ ਹੈ ਫਿਰ ਪੂਰੀ ਖੁਦ ਦੱਸੋ ਇਸ ਤੋਂ ਅੱਗੇ ਜਿਹੜੀ ਗੱਲ ਅਸਲ ਚੀਜ਼ ਇਹ ਹੈ ਕਿ ਇਸ ਮਾਮਲੇ 'ਚ ਮੇਰਾ ਤੇ ਪਹਿਲੇ ਵੀ ਇੱਕ ਦਿਨ ਜ਼ਿਆ ਭਾਈ ਨਾਲ ਵੀ ਇਖਤਲਾਫ ਹੋਇਆ ਸੀ ਜਦੋਂ ਕਿਰੇ ਸਿਆਲ ਸਾਹਿਬ ਕੋਲੋਂ ਕੋਈ ਲਫ਼ਜ਼ ਇਸ ਤਰ੍ਹਾਂ ਨਿਕਲੇ ਸੀ ਨਾ
ਅਲਫਾਜ਼ ਦੇ ਚੁਣਾਵ ਵਿੱਚ ਸਾਡੇ 'ਚ ਕੋਈ ਵੀ ਬੰਦਾ ਪਰਫੈਕਟ ਨਹੀਂ ਹੈ। ਨਜਫ ਜ਼ਰਾ ਮਿਊਟ ਕਰ ਲਓ। ਅਸੀਂ ਸਾਰੇ ਹੀ ਜਿਹੜੇ ਆ ਇਨਸਾਨ ਯਕੀਨਨ ਉਹਨਾਂ ਦੇ ਕੋਲੋਂ ਅਲਫਾਜ਼ ਦੇ ਚੁਣਾਵ ਵਿੱਚ ਕਮੀ ਬੇਸ਼ੀ ਹੋ ਜਾਂਦੀ ਹੈ ਔਰ ਉਹਨਾਂ ਦੇ ਅਲਫਾਜ਼ ਦੇ ਚੁਣਾਵ ਵਿੱਚ ਬਿਹਤਰੀ ਦੀ ਹਮੇਸ਼ਾ ਜਗ੍ਹਾ ਮੌਜੂਦ ਹੁੰਦੀ ਹੈ। ਜਿੰਨੇ ਮਰਜ਼ੀ ਅਸੀਂ ਚਰਬ ਜ਼ੁਬਾਨ ਹੋ ਜਾਈਏ, ਜਿੰਨੇ ਮਰਜ਼ੀ ਅਸੀਂ ਆਪਣੇ ਦਿਲੋਂ ਸਹੀ ਅਲਫਾਜ਼ ਦਾ ਚੁਣਾਵ ਕਰ ਰਹੇ ਹੋਈਏ, ਸਟਿਲ ਦੇਰ ਇਜ਼ ਅ ਸਪੇਸ, ਕਿਉਂਕਿ ਅਸੀਂ ਪਰਫੈਕਟ ਨਹੀਂ ਹਾਂ। ਇਹ ਵੀ ਉੱਥੇ ਗੁੰਜਾਇਸ਼ ਹੈ ਕਿ ਉਹਦੇ ਨਾਲੋਂ ਵੀ ਅੱਛੇ ਅਲਫਾਜ਼ ਦੁਨੀਆ ਦੇ ਉੱਤੇ ਮੌਜੂਦ ਹੁੰਦੇ ਨੇ, ਅਸੀਂ ਉਹਨਾਂ ਦਾ ਚੁਣਾਵ ਵੀ ਕਰ ਸਕਨੇ ਹਾਂ ਅਗਰ ਸਾਡੀ ਅਕਲ ਜਾਂ ਸਾਡੀ ਰੈਡੀਵੇਟ ਜਿਹਨੂੰ ਕਹਿੰਦੇ ਹੋ ਤੁਸੀਂ ਹਾਜ਼ਰ ਦਿਮਾਗੀ ਉੱਥੇ ਪਹੁੰਚਦੀ ਹੋਵੇ ਤੇ ਅਸੀਂ ਉਹਦੇ ਤੋਂ ਵੀ ਅੱਛੇ ਅਲਫਾਜ਼ ਦਾ ਚੁਣਾਵ ਕਰ ਸਕਨੇ ਹਾਂ। ਤੇ ਅਲਫਾਜ਼ ਦੇ ਚੁਣਾਵ ਵਿੱਚ ਕਮੀ ਬੇਸ਼ੀ ਹੋ ਜਾਣਾ ਕਿਸੇ ਐਸੇ ਬੰਦੇ ਕੋਲੋਂ ਜਿਹੜਾ ਬੰਦਾ ਨਬੀ ਅਲੈਹਿਸਸਲਾਤੁ ਵਸਲਾਮ ਦੀ ਜ਼ਾਤ ਦੇ ਦਿਫਾ ਵਾਸਤੇ ਗੱਲ ਕਰ ਰਿਹਾ ਔਰ ਉਹਦਾ ਮੋਟੋ ਔਰ ਉਹਦਾ ਮਿਸ਼ਨ ਔਰ ਉਹਦਾ ਮਨਸ਼ੂਰ ਔਰ ਉਹਦਾ ਪ੍ਰੋਗਰਾਮ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਦਾ ਦਿਫਾ ਹੈ, ਨਾ ਕਿ ਉਹਨਾਂ ਦੇ ਉੱਤੇ ਕੋਈ ਇਲਜ਼ਾਮੀ ਹਮਲੇ ਕਰਨੇ ਜਾਂ ਜਿਸ ਤਰ੍ਹਾਂ ਮਿਰਜ਼ਾਈ ਕਰਦੇ ਨੇ ਕਿ ਮਿਰਜ਼ਾ ਕਾਦੀਆਨੀ ਨੂੰ ਬਚਾਉਣ ਦੀ ਖਾਤਰ ਨਬੀ ਅਲੈਹਿਸਸਲਾਤੁ ਵਸਲਾਮ ਦੀ ਮਾਸੂਮ ਜ਼ਾਤ ਦੀ ਤਰਫ ਉਂਗਲੀਆਂ ਉਠਾਣੀਆਂ ਤੇ ਉਹਨਾਂ ਦੀ ਜ਼ਾਤ ਨੂੰ ਟਾਰਗੇਟ ਕਰਨਾ, ਇਸ ਚੀਜ਼ ਦਾ ਉਹਦੇ ਨਾਲ ਕੋਈ ਕੰਪੈਰੀਜ਼ਨ ਹੀ ਨਹੀਂ ਕੀਤਾ ਜਾ ਸਕਦਾ। ਯਕੀਨਨ ਅਲਫਾਜ਼ ਦੇ ਚੁਣਾਵ ਵਿੱਚ ਥੋੜੀ ਗਲਤੀ ਉਹਨਾਂ ਕੋਲ ਹੋਈ ਹੈ ਔਰ ਉਹਨਾਂ ਨੇ ਇੱਥੇ ਆ ਕੇ ਮੇਰੇ ਸਾਹਮਣੇ ਇਹੋ ਹੀ ਕਿਹਾ ਕਿ ਇਹਦੇ ਨਾਲੋਂ ਬਿਹਤਰ ਅਲਫਾਜ਼ ਮੁੰਤਖਬ ਹੋ ਸਕਦੇ ਸਨ, ਉਹਨਾਂ ਦਾ ਚੁਣਾਵ ਹੋ ਸਕਦਾ ਸੀ। ਯਕੀਨਨ ਉਹਦੇ ਵਿੱਚ ਬਿਹਤਰੀ ਦੀ ਗੁੰਜਾਇਸ਼ ਮੌਜੂਦ ਸੀ, ਲੇਕਿਨ ਉਹ ਹੀਟ ਆਫ ਦਾ ਮੂਮੈਂਟ ਇਸ ਤਰ੍ਹਾਂ ਗੱਲ ਹੋਈ ਹੈ। ਫਿਰ ਵੀ ਉਹਨਾਂ ਕਿਹਾ ਮੈਂ ਆਪਣੇ ਸਾਰੇ ਭਾਈਆਂ ਕੋਲੋਂ ਵੀ ਅਗਰ ਕਿਸੇ ਦੀ ਦਿਲ ਆਜ਼ਾਰੀ ਹੋਈ ਹੋਵੇ ਤਾਂ ਮੈਂ ਉਹਨਾਂ ਦੇ ਸਰੇ ਤਸਲੀਮ ਖਮ ਕਰਾਂਗਾ ਉਹਨਾਂ ਦੇ ਅੱਗੇ ਔਰ ਉਹਨਾਂ ਕੋਲ ਮਾਜ਼ਰਤ ਚਾਹਾਂਗਾ ਉਹਨਾਂ ਦੀ ਦਿਲ ਆਜ਼ਾਰੀ ਦੀ, ਤੇ ਅੱਲਾਹ ਕੋਲੋਂ ਮੈਂ ਤੋਬਾ ਇਸਤਗਫਾਰ ਕਰਨਾ। ਸੇਮ ਐਸੇ ਤਰ੍ਹਾਂ ਅੱਗੇ ਵੀ ਇੱਕ ਬੰਦੇ ਨੇ ਕਿਹਾ ਸੀ ਤੇ ਮੇਰੀ ਤੇ ਜ਼ਿਆ ਭਾਈ ਦੀ ਇਸ ਗੱਲ ਦੇ ਉੱਤੇ ਨਾ ਇਖਤਲਾਫ ਹੋ ਗਿਆ। ਮੈਂ ਕਿਹਾ ਯਾਰ ਜ਼ਿਆ ਭਾਈ, ਅਗਰ ਇੱਕ ਬੰਦੇ ਕੋਲੋਂ ਇਸ ਤਰ੍ਹਾਂ ਹੋ ਜਾਂਦਾ ਨਾ ਤੇ ਸਾਨੂੰ ਸਖਤੀ ਨਹੀਂ ਕਰਨੀ ਚਾਹੀਦੀ। ਜ਼ਿਆ ਭਾਈ ਥੋੜ੍ਹੇ ਜ਼ਿਆਦਾ ਮੇਰੇ ਨਾਲ ਉਮਰ 'ਚ ਥੋੜ੍ਹੇ ਨੇ ਤੇ ਇਮੋਸ਼ਨਲ ਨੇ ਜ਼ਿਆਦਾ, ਤੇ ਉਹਨਾਂ ਮੈਨੂੰ ਆਖਿਆ ਨਹੀਂ ਕਰਨਾ ਹੀ ਨਹੀਂ ਚਾਹੀਦਾ, ਇਹਤਿਆਤ ਕਰਨੀ ਚਾਹੀਦੀ ਹੈ। ਮੈਂ ਕਿਹਾ ਵੀ ਇਹ ਗੱਲ ਤਾਂ ਠੀਕ ਹੈ, ਇਹਤਿਆਤ ਤਾਂ ਕਰਨੀ ਚਾਹੀਦੀ ਹੈ, ਲੇਕਿਨ ਗਲਤੀ ਤੇ ਹਰ ਵੇਲੇ ਹਰ ਬੰਦਾ ਹੈ। ਤੇ ਸੈਯਦਨਾ ਆਦਮ ਅਲੈਹਿਸਸਲਾਮ ਕੋਲੋਂ ਅਗਰ ਲੈ ਕੇ ਟੁਰ ਕੇ ਵੇਖੀਏ ਅੱਜ ਤੱਕ ਬੰਦਿਆਂ ਕੋਲੋਂ ਗਲਤੀਆਂ ਤਾਂ ਹੁੰਦੀਆਂ ਹੀ ਲੱਗੀਆਂ ਆਈਆਂ ਨੇ। ਆਖਰ ਆਦਮ ਦਾ ਬੱਚਾ ਹੈ ਤਾਂ ਗਲਤੀ ਤਾਂ ਕਰੇਗਾ ਹੀ। ਅਗਰ ਉਹ ਗਲਤੀ ਦਾ ਉਹਨੂੰ ਅਹਿਸਾਸ ਹੋ ਜਾਏ ਔਰ ਉਹਦੇ ਤੋਂ ਰਜੂ ਕਰ ਲਵੇ, ਔਰ ਪਹਿਲੀ ਗੱਲ ਇਹ ਵੀ ਕਿ ਉਹਦੀ ਨੀਅਤ ਵੀ ਸਾਨੂੰ ਨਜ਼ਰ ਆ ਰਹੀ ਹੈ ਸਾਫ਼ ਅਯਾਂ ਕਿ ਉਹ ਤੇ ਨਬੀ ਪਾਕ ਦੇ ਤਹਫ਼ੁਜ਼ ਵਾਸਤੇ ਜਿੰਨੀ ਗੱਲ ਕਰਨ ਲੱਗਿਆ ਆਪ ਦੀ ਇੱਜ਼ਤ ਦੇ ਦਫਾ ਵਾਸਤੇ ਬੋਲਣ ਲੱਗਿਆ, ਨਾ ਕਿ ਆਪ ਨੂੰ ਟਾਰਗੇਟ ਕਰਨ ਲੱਗਿਆ ਤੇ ਕਿਸੇ ਹੋਰ ਦੇ ਬਚਾਓ ਵਾਸਤੇ ਗੱਲਾਂ ਪੇ ਕਰਦਾ। ਤੇ ਐਸੇ ਮੌਕੇ ਉੱਤੇ ਸਾਨੂੰ ਲਚਕ ਦਾ ਮੁਜ਼ਾਹਰਾ ਕਰਨਾ ਚਾਹੀਦਾ ਔਰ ਉਸ ਬੰਦੇ ਨਾਲ ਸਖਤੀ ਨਹੀਂ ਕਰਨੀ ਚਾਹੀਦੀ। ਬਾਰ ਕੈਫ ਜ਼ਿਆ ਭਾਈ ਨਾਲ ਮੇਰਾ ਉਦੋਂ ਵੀ ਇਖਤਲਾਫ ਸੀ ਤੇ ਉਹ ਜ਼ਿਆ ਭਾਈ ਨਾਲ ਇਖਤਲਾਫ ਹੋਵੇ ਵੀ ਤੇ ਮੈਂ ਛੋੜ ਦੇਣਾ ਵੀ ਚਲੋ ਕੋਈ ਗੱਲ ਨਹੀਂ, ਉਹ ਭਾਈ ਨੇ ਉਹਨਾਂ ਦੀ ਆਪਣੀ ਰਾਏ ਹੋ ਸਕਦੀ, ਮੇਰੀ ਆਪਣੀ ਰਾਏ ਹੋ ਸਕਦੀ। ਉਹਨਾਂ ਮੈਨੂੰ ਆਖਿਆ ਤੁਸੀਂ ਛੱਡ ਦਿਓ, ਮੈਂ ਕਿਹਾ ਚਲੋ ਮੈਂ ਛੱਡ ਦੇਣਾ ਗੱਲ। ਲੇਕਿਨ ਮੈਂ ਕਦੇ ਵੀ ਹੋਰ ਵੀ ਕਿਸੇ ਮੁਸਲਮਾਨ ਕੋਲੋਂ ਇਸ ਤਰ੍ਹਾਂ ਦੀ ਅਗਰ ਮਿਸਟੇਕ ਹੋ ਜਾਏ ਨਾ ਤੇ ਮੈਂ ਇਹ ਕਿਸੇ ਵੀ ਮੁਸਲਮਾਨ ਵਾਸਤੇ ਕਦੇ ਵੀ ਇਹੋ ਜਿਹਾ ਮੌਕਫ ਨਹੀਂ ਰੱਖਦਾ ਕਿ ਇਹਦੇ ਕੋਲੋਂ ਸਬਕ ਤੇ ਲਸਾਨੀ ਹੋ ਗਈ ਹੈ, ਇਹ ਲਫ਼ਜ਼ ਗਲਤ ਦਾ ਚੁਣਾਵ ਹੋ ਗਿਆ ਤੇ ਮੈਂ ਉਹਦੇ ਤੇ ਸ਼ਾਤਮੀਅਤ ਦਾ ਫਤਵਾ ਦਵਾਂ। ਅਸਤਗਫਿਰੁੱਲਾਹ। ਹਾਂ, ਜਿਹੜਾ ਬੰਦਾ ਆਪਣੇ ਆਪ ਨੂੰ ਚਰਬ ਜ਼ੁਬਾਨ ਸਮਝਦਿਆਂ ਹੋਇਆਂ ਆਮਦਨ ਇਹੋ ਜਿਹੀ ਬਾਰ ਮਿਸਟੇਕ ਕਰ ਰਿਹਾ ਹੋਵੇ ਨਾ, ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਦਾ ਬੰਦਾ, ਉਹਦੇ ਵਾਸਤੇ ਵੀ ਮੈਂ ਸ਼ਾਤਮੀਅਤ ਨਹੀਂ, ਅਲਬੱਤਾ ਜੁੱਤੀਆਂ ਦਾ ਮੈਂ ਜ਼ਰੂਰ ਐਲਾਨ ਕਰਨਾ ਕਿ ਇਹਨੂੰ ਜੁੱਤੀਆਂ ਵੱਜਣੀਆਂ ਚਾਹੀਦੀਆਂ ਨੇ। ਇਹਨੂੰ ਬੈਨ ਕਰਨਾ ਚਾਹੀਦਾ 10 ਸਾਲ ਵਾਸਤੇ ਕਿ ਤੂੰ ਮਾਈਕਰੋਫੋਨ ਤੇ ਨਹੀਂ ਬੋਲਣਾ, ਕੈਮਰੇ ਦੇ ਅੱਗੇ ਨਹੀਂ ਬੋਲਣਾ। ਕਿਉਂ? ਤੂੰ ਮੁਹਤਾਤ ਨਹੀਂ ਹੈ। 1 ਹੋ ਗਈ, 2 ਹੋ ਗਈ, 3 ਹੋ ਗਈ, ਤੂੰ ਬਾਰ ਕਰਨ ਲੱਗੇ ਹੈ। ਸਾਰੇ ਜਿਹੜੇ ਮਕਾਤਬ ਫਿਕਰ ਨੇ ਸਭ ਤੇ ਤੇਰੇ ਉੱਤੇ ਆਈ ਤਫਜ਼ਾਰ ਨੇ ਕਿ ਤੇਰੀ ਜ਼ਬਾਨ ਜਿਹੜੀ ਹੈ ਉਹ ਬਾਰ ਖੋਤਾ ਖਾਂਦੀ। ਇੱਕ ਅੱਧੀ ਵਾਰੀ ਹੋ ਜੇ ਔਰ ਉਹਦਾ ਤੂੰ ਅਹਿਸਾਸ ਕਰਕੇ ਰਜੂ ਕਰ ਲਵੇਂ ਤੇ ਮੈਂ ਤੇ ਉੱਥੇ ਛੱਡ ਦਾਂਗਾ, ਭਾਵੇਂ ਉਹ ਇੰਜੀਨੀਅਰ ਹੋ ਭਾਵੇਂ ਕੋਈ ਵੀ, ਕਿ ਤੂੰ ਬਾਰ ਕਰ ਰਿਹਾ। ਇਹੋ ਜਿਹੇ ਜਿਹੜੇ ਸਾਡੇ ਸਾਥੀ ਨੇ ਜਿਹੜੇ ਖਤਮੇ ਨਬੂਵਤ ਦਾ ਕੰਮ ਕਰਨ ਵਾਲੇ ਨੇ, ਇਹ ਤੇ
ਬੜੇ ਅੱਛੇ ਮਿਸ਼ਨ ਔਰ ਬੜੇ ਅੱਛੇ ਮਨਸ਼ੂਰ ਨੂੰ ਲੈ ਕੇ ਚੱਲ ਰਹੇ ਨੇ, ਤੇ ਉਹਨਾਂ ਕੋਲੋਂ ਅਗਰ ਕੋਈ ਇਹੋ ਜਿਹੀ ਗਲਤੀ ਇੱਕ ਅੱਧੀ ਵਾਰੀ ਹੋ ਜਾਏ ਨਾ, ਤੇ ਉਹਨਾਂ ਦੇ ਉੱਤੇ ਮੈਂ ਤੇ ਨਾ ਅੱਗੇ ਜ਼ਿੰਦਗੀ 'ਚ ਕਦੇ ਸ਼ਾਤਮੀਅਤ ਦਾ ਫਤਵਾ ਦਿੱਤਾ, ਤੇ ਨਾ ਮੈਨੂੰ ਅੱਲਾ ਅੱਗੋਂ ਇਹੋ ਜਿਹਾ ਕੋਈ ਮੌਕਾ ਲਿਆਵੇ ਕਿ ਮੈਂ ਕਿਸੇ ਦੇ ਉੱਤੇ ਸ਼ਾਤਮੀਅਤ ਦਾ ਫਤਵਾ ਦੇਵਾਂ। ਮੈਂ ਤੇ ਇਸ ਚੀਜ਼ ਦੇ ਸਖਤ ਖਿਲਾਫ। ਗਲਤੀ ਹੋ ਜਾਂਦੀ ਹੈ, ਅਗਰ ਉਸ ਬੰਦੇ ਨੂੰ ਅਹਿਸਾਸ ਵੀ ਹੋ ਗਿਆ ਔਰ ਉਹਨੇ ਰਜੂ ਵੀ ਕਰ ਲਿਆ, ਉਹਦੀ ਨੀਅਤ ਵੀ ਠੀਕ ਸੀ, ਟਾਰਗੇਟ ਵੀ ਸਹੀ ਸੀ, ਸਹੀ ਗੱਲ ਕਰ ਰਿਹਾ ਸੀ, ਲਫ਼ਜ਼ ਗਲਤ ਚੁਣੇ ਗਏ ਨੇ, ਉਹਨੇ ਮਾਜ਼ਰਤ ਕਰ ਲਈ, ਰਜੂ ਕਰ ਲਿਆ, ਤੇ ਬਸ ਛੋੜ ਦਿਓ ਉਹਨੂੰ, ਉੱਥੇ ਹੀ ਛੋੜ ਦਿਓ। ਹੁਣ ਮੈਂ ਦੇਖਿਆ ਸੁਬਾਹ ਟਿਕਟਾਕ ਆਨ ਕਰਕੇ, ਤੇ ਉਹ ਮਿਰਜ਼ਾਈ ਨਾ ਅੱਧੀ ਪਚੱਧੀ ਕੋਈ ਆਡੀਓ ਚਲਾ ਰਹੇ ਸਨ, ਕੋਈ ਮੇਰੀ ਸ਼ਾਇਦ, ਕਿ ਇੱਥੇ ਉਹ ਅਮਰ ਹਕ ਬਈ ਆਏ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਤੇ ਉਹ ਜਿਹੜਾ ਨਾ ਉਹ ਨਲੀ ਚੋਚੋ ਦਾ ਨਾਮ ਮੇਰੇ ਖਿਆਲ 'ਚ ਤੇ ਮਾਕੂਲ ਰਹੇਗਾ। ਬੜੇ ਅਰਸੇ ਬਾਅਦ ਨਾਂ ਸੁਣਿਆ ਅਮਰ ਭਾਈ। ਸਾਡੇ ਪਿੰਡ ਇੱਕ ਮੁੰਡਾ ਸੀ, ਉਹਨੂੰ ਕਹਿੰਦੇ ਸੀ ਵੱਲਾ ਹੈ ਜਿਹੜਾ ਜਿਹਨਾਂ ਜਵਾਦ, ਉਹਦੇ ਅੱਗੇ ਜਿਹੜਾ ਡਬਲ ਵਾਈ ਸੀ, ਇਹ ਵੇਖ ਲਓ ਨਲੀ ਚੋਚ ਬਣਦਾ ਕਿ ਨਹੀਂ ਬਣਦਾ। ਇਹ ਜਿਹੜਾ ਨਲੀ ਚੋਚ ਹੈ ਨਾ, ਇਹ ਨਲੀ ਚੋਚ ਲੱਗਿਆ ਸੀ ਉੱਥੇ ਬਹਿ ਕੇ ਆਖਣਾ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ, ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ, ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ। ਉਹ ਤੈਨੂੰ ਦਰੂਦ ਵੀ ਨਹੀਂ ਪੜ੍ਹਨਾ ਆਉਂਦਾ ਬਦਬਖਤਾ ਨਲੀ ਚੋਚਾ। ਉਹ ਲੱਗਿਆ ਸੀ ਉੱਥੇ ਨਾ, ਮੇਰੀ ਆਡੀਓ ਦੀ ਪਿੱਛੇ ਦੀ ਚਲਾਨ ਲੱਗਿਆ ਸੀ, ਤੇ ਉਹਨੂੰ ਕਹਿਣ ਲੱਗਿਆ ਸੀ ਨਾਸਰ ਕੈਂਡਾ ਵਾਲੇ ਨੂੰ ਤੇ ਐਮਜ਼ੀ ਨੂੰ ਕਿ ਇਹ ਦੇਖੋ ਜੀ ਆਮਰ ਕੋਲੇ ਉਹ ਆਇਆ ਆਮਰ ਹੱਕ, ਤੇ ਇਹਨੇ ਉਹਨੂੰ ਪਤਾ ਨਹੀਂ ਕਲੀਨ ਚਿੱਟ ਦੇ ਦਿੱਤੀ। ਤੇ ਫਿਰ ਉਹਨੂੰ ਨਲੀ ਚੁੱਚ ਨੂੰ ਇਹ ਵੀ ਨਹੀਂ ਸੀ ਸਮਝ ਆਉਂਦੀ ਪਈ ਕਿ ਮੈਂ ਕਿਹਦਾ ਪੱਲਾ ਭਾਰਾ ਕਰਨਾ ਤੇ ਕਿਹਦਾ ਹੌਲਾ ਕਰਨਾ ਹੈ। ਇੱਕ ਵਾਰੀ ਆਂਦਾ ਸੀ ਕਿ ਆਮਰ ਹੱਕ ਆਮਰ ਨਜ਼ੀਰ ਨੂੰ ਮੱਖਣ ਲਾ ਰਿਹਾ ਔਰ ਉਹਦੇ ਕੋਲ ਫੇਵਰ ਲੈਣ ਦੀ ਕੋਸ਼ਿਸ਼ ਕਰ ਰਿਹਾ। ਦੂਜੀ ਵਾਰੀ ਆਂਦਾ ਸੀ ਨਹੀਂ ਨਹੀਂ, ਆਮਰ ਹੱਕ ਨੇ ਆਖਿਆ ਮੈਂ ਰਗੜ ਕੇ ਰੱਖ ਦਾਂਗਾ ਜਿਹੜਾ ਮੇਰੇ ਸਾਹਮਣੇ ਆਇਆ ਤੁਹਾਡੇ ਚੋਂ। ਤੇ ਆਮਰ ਨਜ਼ੀਰ ਸਹਿਮੇ, ਵੇਖ ਲਓ, ਡਰਦਾ ਨਹੀਂ ਪਿਆ, ਬੋਲਦਾ ਨਹੀਂ ਪਿਆ ਉਹਦੇ ਅੱਗੇ। ਯਾਨੀ ਇਹਨਾਂ ਨੂੰ ਐਸਾ ਲੋਹੇ ਦਾ ਕੜਾ ਚੜਿਆ ਸਿਰ ਦੇ ਉੱਤੇ, ਐਡਾ ਛੋਟਾ ਜਿਹਾ ਦਿਮਾਗ ਹੈ, ਐਡਾ ਛੋਟਾ ਜਿਹਾ ਸਿਰ ਹੈ ਇਹਨਾਂ ਦਾ, ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਬਈ ਅਸੀਂ ਪਿੱਛੇ ਕਿਹੜੀ ਗੱਲ ਕਰਕੇ ਆਏ ਹਾਂ, ਤੇ ਹੁਣ ਅੱਗੋਂ ਕਮ ਸੇ ਕਮ ਲਾਈਨ ਤੇ ਇੱਕ ਰੱਖੋ ਨਾ। ਜਾਂ ਤੇ ਮੈਨੂੰ ਉਹਦੇ ਤੇ ਹਾਵੀ ਕਰ ਦਿਓ ਤੇ ਆਖੋ ਉਹ ਡਰਦਾ ਮੇਰੇ ਕੋਲ ਮਾਫੀ ਮੰਗਣ ਆਇਆ ਸੀ ਤੇ ਮੇਰੇ ਕੋਲ ਉਹ ਸਕਲੀਨ ਚਿੱਟ ਲੈਣ ਆਇਆ ਸੀ, ਜਾਂ ਉਹਨੂੰ ਮੇਰੇ ਉੱਤੇ ਬਿਠਾ ਦਿਓ ਤੇ ਉਹਨੂੰ ਆਖੋ ਵੀ ਉਹਨੇ ਆ ਕੇ ਦਬਕਾ ਮਾਰਿਆ ਤੇ ਅਮਰ ਨਜ਼ੀਰ ਸਹਿਮ ਕੇ ਥੱਲੇ ਬਹਿ ਗਿਆ, ਉਹਨੇ ਆਖੋ ਇਹ ਬੜਾ ਵੱਡਾ ਬਦਮਾਸ਼, ਇਹ ਮਾਰਿਆ ਗਿਆ ਮੈਨੂੰ। ਹੈ ਕਿਸੇ ਇੱਕ ਪਾਸੇ ਉੱਲੂ ਦੇ ਪੁੱਠਿਓ ਗੱਲ ਕਰ ਲਓ। ਤੁਹਾਨੂੰ ਇਹ ਨਹੀਂ ਪਤਾ ਕਿ ਪਿਛਲੇ ਫਿਕਰੇ ਤੁਸੀਂ ਕੀ ਗੱਲ ਕੀਤੀ ਤੇ ਅਗਲੇ ਫਿਕਰੇ 'ਚ ਕਿਹੜੀ ਕਰਨੀ। ਪਹਿਲੇ ਤੁਸੀਂ ਕੀ ਮੌਕਫ ਅਪਣਾਇਆ ਤੇ ਹੁਣ ਤੁਸੀਂ ਕਿਹੜਾ। ਇੱਕ ਵਾਰੀ ਉਹ ਇਹ ਮੌਕਫ ਅਪਣਾ ਰਿਹਾ ਸੀ ਵੀਡੀਓ ਆਡੀਓ ਚਲਾ ਕੇ ਕਿ ਜੀ ਉਹ ਆਮਰ ਹੱਕ ਕਹਿੰਦਾ ਸੀ ਮੈਂ ਰਗੜ ਕੇ ਰੱਖ ਦਿਆਂਗਾ, ਤੇ ਇਹ ਅੱਗੋਂ ਬੋਲਦਾ ਨਹੀਂ ਸੀ ਪਿਆ। ਦੂਜੀ ਵਾਰੀ ਆਂਦਾ ਸੀ ਕਿ ਵੇਖੋ ਇਹਨੂੰ ਮੱਖਣ ਲਾ ਰਿਹਾ ਤੇ ਉਹ ਕਹਿ ਰਿਹਾ ਮਰਜ਼ਾਈ ਜਿਹੜੇ ਨੇ ਹੋਰ ਕਿਸੇ ਨੂੰ ਸੁਣਨ ਨਾ ਸੁਣਨ, ਆਮਰ ਨਜ਼ੀਰ ਨੂੰ ਬਨੇਰਿਆਂ ਤੇ ਬਹਿ ਕੇ ਸੁਣਦੇ ਨੇ। ਇਸ ਗੱਲੇ ਮੈਂ ਤੁਹਾਡੇ ਕੋਲ ਆਇਆ ਤੇ ਉਹਨੂੰ ਕੁਛ ਸਮਝ ਨਹੀਂ ਸੀ ਆ ਰਹੀ ਬਾਹਰ ਗੱਲ ਕਿਹੜੀ ਕਰਨੀ ਕਿਹੜੀ ਨਹੀਂ ਕਰਨੀ ਵਟਸਐਵਰ। ਤੇ ਉਹਨਾਂ ਦੀ ਗੱਲ ਦੀ ਕੋਈ ਇੰਨੀ ਅਹਿਮੀਅਤ ਨਹੀਂ ਹੈ। ਸਭ ਨੂੰ ਵੱਡੀ ਚੀਜ਼ ਇਹ ਵੇ ਕਿ ਮੈਂ ਉੱਥੇ ਥੋੜ੍ਹੀ ਦੇਰ ਸੁਣਿਆ 10-15 ਮਿੰਟ ਦੀ ਗੱਲ, ਤੇ ਮੈਂ ਕਹਿੰਦਾ ਸੀ ਬਈ ਅਗਰ ਮੇਰੇ ਕੋਲ ਇੱਥੇ ਮਾਈਕ ਹੋਵੇ ਤਾਂ ਮੈਂ ਸਿਰਫ ਔਰ ਸਿਰਫ ਇੱਕੋ ਫਿਕਰਾ ਇਹਨਾਂ ਨੂੰ ਆਖਣਾ ਚਾਹੁੰਦਾ, ਇਹਨਾਂ ਦੀ ਬਰਾੜ ਦੇ ਉੱਤੇ ਚੜ੍ਹ ਕੇ, ਕਿ ਯਾਰ ਤੁਹਾਨੂੰ ਕਿਉਂ ਨਹੀਂ ਯਕੀਨ ਆ ਰਿਹਾ। ਤੁਹਾਨੂੰ ਮਤਲਬ ਯਕੀਨ ਦਿਲਾਉਣ ਵਾਸਤੇ ਕਿਹੜਾ ਅਸੀਂ ਕੰਮ ਕਰੀਏ ਤਾਂ ਤੁਹਾਨੂੰ ਯਕੀਨ ਆ ਜਾਏਗਾ ਕਿ ਤੁਹਾਡਾ ਇਹ ਬਿਜ਼ਨਸ ਨਹੀਂ ਹੈ, ਤੁਹਾਡਾ ਇਹ ਯੂ ਹੈਵ ਨਥਿੰਗ ਟੂ ਡੂ ਵਿਦ ਦਿਸ। ਮਤਲਬ ਤੁਸੀਂ ਬਿਲਕੁਲ ਇਸ ਚੀਜ਼ ਤੋਂ ਅਲੱਗ ਹੋ, ਮੁਸਲਮਾਨਾਂ ਦੇ ਮਾਮਲਾ ਤੋਂ ਤੁਸੀਂ ਅਲੱਗ ਹੋ। ਮਤਲਬ ਆਪਸ ਵਿੱਚ ਬਹਿ ਕੇ ਤੁਸੀਂ ਇੱਕ ਦੂਜੇ ਦਾ ਉਹ ਸਿਰ ਖੁਜਲਦੇ ਰਹੋ, ਸਾਰਾ ਦਿਨ ਬਹਿ ਕੇ ਲੱਗੇ ਰਹੋ। ਲੇਕਿਨ ਕੋਈ ਮੁਸਲਮਾਨ ਹੁਣ ਬਿਲਕੁਲ ਛੋਟੇ ਤੋਂ ਛੋਟਾ ਮੁਸਲਮਾਨ ਵੀ ਜਾਏਗਾ, ਉਹ ਕਹੇਗਾ ਬਈ ਮੁਸਲਮਾਨ ਜਾਣਨ ਤੇ ਮੁਸਲਮਾਨਾਂ ਦਾ ਕੰਮ ਜਾਣੇ, ਉਹ ਜੇ ਸ਼ਾਤਮੀਤ ਕਿਸੇ ਕੀਤੀ ਹੋਈ ਤਾਂ ਆਪੇ ਮੁਸਲਮਾਨ ਨਿਬੜ ਲੈਣ। ਹਾਂ ਤੁਸੀਂ ਮਾਮੇ ਲੱਗਦੇ ਹੋ, ਤੁਸੀਂ ਇਸ ਗੱਲ ਤਾਂ ਲੱਗਦੇ ਹੀ ਕੱਖ ਨਹੀਂ, ਤੁਹਾਡਾ ਇਸ ਗੱਲ ਨਾਲ ਲੈਣ ਦੇ ਨਹੀਂ ਕੋਈ ਨਹੀਂ। ਨਾ ਤੇ ਤੁਹਾਡੇ ਮਜ਼ਹਬ ਦੇ ਵਿੱਚ ਮਰਜ਼ਈਅਤ ਚ ਸ਼ਾਤਮੀਤ ਨਾਂ ਦੀ ਕੋਈ ਗੱਲ ਏ, ਨਾ ਉਹਦੀ ਸਜ਼ਾ ਏ, ਨਾ ਤੁਸੀਂ ਉਹਦੇ ਤੇ ਗੱਲ ਕਰਦੇ ਹੋ। ਤੁਸੀਂ ਦੱਸਦੇ ਹੋ ਨਬੀਆਂ ਦੀ ਸ਼ਾਤਮੀਤ ਹੋ ਹੀ ਨਹੀਂ ਸਕਦੀਆਂ, ਮਿਰਜ਼ਾ ਕਾਦੀਆਨੀ ਦੀ ਹੋ ਸਕਦੀ। ਹਾਂ ਉੱਥੇ ਹੀ ਨਾਸਰ ਕੈਂਡਾ ਨੇ ਉੱਥੇ ਹੀ ਐਸੇ ਗੁਫ਼ਤਗੂ ਦੇ ਵਿੱਚ ਹੀ ਆਖਿਆ ਉਹਨੇ ਕਿਹਾ ਸਾਡੇ ਨਜ਼ਦੀਕ ਤੇ ਸ਼ਾਤਮੀਤ ਨਹੀਂ ਹੈ। ਇੱਕ ਵਾਰੀ ਉਹ ਰੁਕ ਗਿਆ, ਉਹ ਨਲੀ ਚੁੱਚ ਜਿਹੜਾ ਨਾ ਉਹ ਚੁੱਪ ਕਰ ਗਿਆ, ਉਹਨੇ ਕਿਹਾ ਲਗਾ ਪ੍ਰੋਗਰਾਮ ਸਾਰਾ ਵਾੜ ਸੜਨ, ਮੈਂ ਤੇ ਇਹ ਕਹਾਣੀ ਸ਼ੁਰੂ ਕੀਤੀ ਹੈ। ਇੱਕ ਵਾਰੀ ਉਹਨੇ ਆਖਿਆ ਵੀ ਇਹ ਸਾਡੇ ਨਜ਼ਦੀਕ ਇਹ ਸ਼ੂਤਮੀਅਤ ਕੋ ਨਹੀਂ ਹੈ, ਅਸੀਂ ਤਾਂ ਸ਼ਾਤਮੀਅਤ ਸਮਝਦੇ ਕੋ ਨਹੀਂ ਹੈ। ਤੇ ਫਿਰ ਉਹਨੇ ਸਮਝਿਆ ਹੁਣ ਕੰਮ ਖਰਾਬ ਹੋ ਗਿਆ, ਪਾਣੀ ਲੰਘ ਗਿਆ ਵਾਹਵਾ ਜਿਹਾ ਥੱਲੇ ਇੱਕੋ ਦਮ ਪੁਲ ਦੇ ਥੱਲਿਓਂ,
तो नली चुच कहता है हाँ हाँ असि तो भाई उन्होंने कीदा बयान कर रहे हैं ना, हम तो उनका कीदा बयान कर रहे हैं कि उनके कीदे के मुताबिक ये शातमियत है, उनके कीदे के मुताबिक ये शातमियत है। सो उन्होंने पता कोई नहीं सी पिया लगता किहड़ी करनी किहड़ी नहीं करनी, मत उन्हों की वजी सी तो लगे सन अद्धी पिछदी गल सुनाण। तो मैं वो सुन के तो मैं क्या कोई इन्हों की एडी अहमीयत नहीं है, लगे ने लगे रहंदे उन्होंने। इन्हों सिर्फ और सिर्फ इक्को फिक्र आखना जे मेरे सामने आ जाण या उत्थे बनेरियां ते बह के सुनदे होण बई पुत्तर तुहानूं क्यों नहीं यकीन पिया आंदा। जे तुहानूं नहीं पिया यकीन आंदा या तुहाडे बच्चिआं नूं ਇਹ ਯਕੀਨ ਤੁਸੀਂ ਨਹੀਂ ਦਿਵਾਉਣਾ ਚਾਹੁੰਦੇ ਤੇ ਆਪਣੇ ਆਪ ਨਾਲ ਝੂਠ पे ਬੋਲਦੇ ਹੋ। ਯਕੀਨ ਕਰ ਲਓ ਤੁਹਾਡਾ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਹੈ, ਤੁਹਾਡਾ ਮੁਸਲਮਾਨਾਂ ਦੇ ਮੈਟਰਸ ਨਾਲ ਕੋਈ ਲੈਣ ਦੇਣ ਨਹੀਂ। ਇਹ ਖਾਲਿਸਤਨ ਮੁਸਲਮਾਨਾਂ ਦਾ ਮੈਟਰ ਹੈ। ਮੁਸਲਮਾਨ ਜਾਣਨ ਤੇ ਮੁਸਲਮਾਨਾਂ ਦਾ ਕੰਮ ਜਾਣੇ, ਕਿਸੇ ਨੇ ਸ਼ਾਤਮੀਅਤ ਕੀਤੀ ਹੈ ਨਹੀਂ ਕੀਤੀ, ਕਿਸੇ ਨੂੰ ਪੁੱਛਣਾ ਹੈ ਨਹੀਂ ਪੁੱਛਣਾ। ਤੁਸੀਂ ਮੁਸਲਮਾਨਾਂ ਤੋਂ ਅਲੱਗ ਹੋ, ਸ਼ਰੀਅਤ ਤੋਂ ਅਲੱਗ ਹੋ। ਇਹੋ ਜਿਹੇ ਕੇਸਿਸ ਨਾਲ ਤੁਹਾਡਾ ਕੋਈ ਲੈਣ, ਤੁਸੀਂ ਮਦਈ ਨਹੀਂ ਬਣ ਸਕਦੇ। ਅਲ ਮੁਖਸਰ ਇਹ ਵੇ ਕਿ ਤੁਸੀਂ ਇਸ ਕੇਸ ਦੇ ਮਦਈ ਨਹੀਂ ਬਣ ਸਕਦੇ। ਤੇ ਜੇ ਜਾ ਕੇ ਚੈੱਕ ਕਰਨਾ ਜੇ ਤੇ ਪਾਕਿਸਤਾਨ ਚੈੱਕ ਕਰ ਲਓ, ਕਿਸੇ ਕੇਸ ਵਿੱਚ ਜਾ ਕੇ ਪਾਕਿਸਤਾਨ ਜਾ ਕੇ ਤੇ ਇਹੋ ਜਿਹੇ ਕਿਸੇ ਕੇਸ ਵਿੱਚ ਮਦਈ ਬਣ ਕੇ ਜਿਹੜਾ ਮਰਜ਼ਈ ਵਹਾਸੜੇ ਆ ਕੇ ਮੇਰੇ ਕੋਲ ਮੂੰਹ ਮੰਗਿਆ ਨਾਮ ਲੈ ਲੇ, ਕਿਸੇ ਥਾਣੇ ਜਾ ਕੇ ਆਖੇ ਕਿ ਮੈਂ ਆਇਆ FIR ਕਟਵਾਉਣ, ਫਲਾਣੇ ਮੁਸਲਮਾਨ ਨੇ ਸ਼ਾਤਮੀਅਤ ਕੀਤੀ, ਹਜ਼ੂਰ ਦੀ ਗੁਸਤਾਖੀ ਕੀਤੀ ਹੈ ਤੇ ਮੇਰੇ ਦਿਲ ਨੂੰ ਦੁੱਖ ਲੱਗਾ ਹੈ। ਜੇ ਥਾਣੇਦਾਰ ਨੇ ਉਹਨੂੰ ਛਿੱਤਰ ਮਾਰ ਕੇ ਨਾ ਉੱਥੋਂ ਬਾਹਰ ਕੱਢਿਆ ਤੇ ਮੇਰਾ ਨਾਮ ਬਦਲ ਦਿਓ। ਉਹਨੇ ਕਹਿਣਾ ਤੇਰਾ ਇਸ ਗੱਲ ਨਾਲ ਕੀ ਲੈਣ ਦੇਣ, ਤੂੰ ਤਾਂ ਨਾਨ ਮੁਸਲਮ ਹੈ। ਇਹ ਮੈਂਡੇਟ ਮੁਸਲਮਾਨਾਂ ਦਾ ਹੈ, ਇਹ FIR ਕਿਸੇ ਮੁਸਲਮਾਨ ਕਟਾਣੀ ਹੈ, ਤੇਰਾ ਕੋਈ ਲੈਣ ਦੇਣ ਨਹੀਂ ਇਹਦੇ ਨਾਲ ਹੈ, ਦੌੜ ਜਾ ਤੂੰ। ਤੇ ਜੇ ਇਹਨਾਂ ਨੂੰ ਯਕੀਨ ਨਹੀਂ ਪਿਆ ਆਉਂਦਾ ਤੇ ਇਹਨਾਂ ਨੂੰ ਯਾਰ ਲੈ ਜਾਓ ਕਿ ਉੱਥੇ ਨਾ ਸਾਡੇ ਉੱਥੇ ਇੱਕ ਮਸ਼ਹੂਰ ਸੀ ਗੁਜਰਾਤ ਦੇ ਵਿੱਚ ਇੱਕ ਪਿੰਡ ਜਿੱਥੇ ਨਾ ਮੱਝਾਂ ਨਵੀਆਂ ਕਰਾਉਂਦੇ ਸੀ, ਨੱਥੂਵਾਲ ਉਹਨੂੰ ਕਹਿੰਦੇ ਸੀ। ਤੇ ਜਦੋਂ ਨਹੀਂ ਸੀ ਨਾ ਕੋਈ ਖਲੋਂਦਾ ਤੇ ਉਹਨਾਂ ਨੇ ਸੀ ਇਹਨੂੰ ਨੱਥੂਵਾਲ ਲੈ ਜਾਓ। ਤੇ ਇਹਨਾਂ ਨੂੰ ਫਿਰ ਨਹੀਂ ਭਾਈ ਇਹ ਮੰਨਦੇ ਤੇ ਇਹਨਾਂ ਨੂੰ ਨੱਥੂਵਾਲ ਲੈ ਜਾਓ ਤੇ ਇਹਨਾਂ ਨੂੰ ਦੱਸੋ ਵੀ ਪੁੱਤਰਾ ਤੁਹਾਡਾ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਤੁਸੀਂ ਗੈਰ ਮੁਸਲਮ ਹੋ, ਇਹ ਮੁਸਲਮਾਨਾਂ ਦਾ ਮੈਟਰ ਹੈ ਤੇ ਮੁਸਲਮਾਨ ਹੀ ਇਹਨੂੰ। ਹਾਂ ਤੁਸੀਂ ਆਪਸ ਵਿੱਚ ਇੱਕ ਦੂਜੇ ਦੀਆਂ ਜੂਆਂ ਕੱਢਣੀਆਂ ਨੇ ਤੇ ਜਿਸ ਤਰ੍ਹਾਂ ਸਵੇਰੇ ਬਹਿ ਕੇ 5-7 ਜੂਆਂ ਕੱਢਣ ਲੱਗੇ ਸੀ, ਲੱਗੇ ਰਹੋ, ਸਾਨੂੰ ਉਹਦੇ ਨਾਲ ਕੋਈ ਪਰਵਾਹ ਨਹੀਂ। ਸਾਡਾ ਮੈਟਰ ਜਿਹੜਾ ਉਹ ਇੰਨਾ ਹੀ ਹੈ ਕਿ ਮੈਂ ਆਪਣੇ ਭਾਈਆਂ ਨੂੰ ਵੀ ਇਹ ਨਸੀਹਤ ਕਰਾਂਗਾ ਕਿ ਅਗਰ ਕੋਈ ਬੰਦਾ ਇਸ ਤਰ੍ਹਾਂ ਖਾਲਿਸਤਨ ਨੇਕ ਨੀਅਤ ਨਾਲ ਗੱਲ ਪਿਆ ਕਰਦਾ ਹੋਵੇ, ਉਹਦੇ ਕੋਲੋਂ ਕੋਈ ਸਲਿੱਪ ਆਫ ਟੰਗ ਹੋ ਜੇ, ਤੁਸੀਂ ਉਹਨੂੰ ਅਹਿਸਾਸ ਦਿਵਾਓ ਕਿ ਬਈ ਅਲਫਾਜ਼ ਦਾ ਚੁਣਾਵ ਅੱਛਾ ਨਹੀਂ, ਥੋੜ੍ਹਾ ਜਿਹਾ ਨਾ ਇhtiyat ਕਰ ਲਓ, ਪਰਸਨਲ ਦਿਵਾਓ। ਅਗਰ ਉਹਨੂੰ ਖੁਦ ਹੀ ਅਹਿਸਾਸ ਹੋ ਗਿਆ ਤੇ ਹੋਰ ਹੀ ਅੱਛਾ ਹੈ, ਉਹਨੇ ਰਿਵਿਊ ਕਰ ਲਿਆ, ਫਿਰ ਉਹਦੇ ਨਾਲ ਸਖਤੀ ਨਾ ਕਰੋ, ਕਿਸੇ ਨੂੰ ਸ਼ਾਤਮ ਨਾ ਕਹੋ। ਮੁਸਲਮਾਨਾਂ ਦੇ ਉੱਤੇ ਮੁਸਲਮਾਨਾਂ ਦੇ ਇਹੋ ਜਿਹੇ ਜਿਹੜੇ ਫਤਾਵਾਜਾਤ ਨੇ, ਮੈਂ ਤੇ ਇਹ ਜ਼ਾਤੀ ਤੌਰ 'ਤੇ ਇਹਨੂੰ ਕਦੇ ਵੀ ਪਸੰਦ ਨਹੀਂ ਕਰਦਾ ਔਰ ਕਦੇ ਵੀ ਇੰਡੋਰਸ ਨਹੀਂ ਕਰਦਾ। ਇੰਝ ਨਹੀਂ ਹੋਣਾ ਚਾਹੀਦਾ। ਹਾਂ ਜਿਹੜੇ ਗੈਰ ਮੁਸਲਿਮ ਨੇ, ਮਿਰਜ਼ਾਈ ਨੇ, ਜ਼ਾਹਿਰ ਉਹਨਾਂ ਦੇ ਦਿਲ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੋਂ ਵੱਧ ਕੇ ਮਿਰਜ਼ੇ ਕਾਦੀਆਨੀ ਦੀ ਮੁਹੱਬਤ ਹੈ ਤੇ ਉਹ ਸ਼ਾਤਮੀਅਤ ਕਰਦੇ ਨੇ ਤਾਂ ਲਾ ਮਹੱਲਾ ਉਹਨਾਂ ਨੂੰ ਕਹਿਣਾ ਪਵੇਗਾ ਸ਼ਾਤਮ ਨੇ। ਉਹਨਾਂ ਵਾਸਤੇ ਕੋਈ ਕਿਸੇ ਕਿਸਮ ਦੀ ਕੋਈ ਰਾਇਤ ਨਹੀਂ ਹੈ, ਉਹਨਾਂ ਨੂੰ ਕਹਿਣਾ ਚਾਹੀਦਾ। 1 ਸੈਕਿੰਡ ਹੋਲਡ ਰੱਖਣਾ ਮੈਂ ਜਾਣਾ। ਤੇ तो चीका मारਦੇ ਨੇ ਉਸਤਾਦ ਜੀ ਕਿ ਜੀ ਤੁਹਾਡੀ ਤਰਫ ਸਾਡੀ ਤਰਫ ਹੋਰ ਨੇ, ਸਾਡੇ ਤੁਸੀਂ ਗਾਟੇ ਲਾ ਸਕਦੇ ਹੋ, ਆਪਣੇ ਬੰਦੇ ਨੂੰ ਕੁਝ ਕਹਿੰਦੇ ਨਹੀਂ ਹੋ। ਮੌਜੂ ਕਿਹੜਾ ਛੜਿਆ ਕਿ 40 ਬੰਦੇ ਥੱਲੇ ਹੋ ਗਏ ਨੇ। ਅੱਛਾ ਤੁਸੀਂ ਇਹ ਵੀ ਦੇਖਿਆ ਹੋਵੇਗਾ ਅਸਦ ਸਾਹਿਬ, ਤੁਹਾਡੇ ਜਿਹੜੇ ਮਤਲਬ ਐਲੇ ਤਸ਼ੀਦ ਦੇ ਜਿਹੜੇ ਕਿਤਾਬਾਂ ਦੇ ਵਿੱਚੋਂ ਮੁਲਹਿਦ ਇਤਰਾਜ਼ ਉਠਾ ਕੇ ਲਿਆਂਦੇ ਨੇ, ਮਰਜ਼ਈ ਵੀ ਉਹੀ ਲੈ ਕੇ ਆਉਂਦੇ ਨੇ। ਹਾਂ ਉਹੀ ਚੁੱਕ ਕੇ ਲੈ ਕੇ ਆਏ ਨੇ। ਅੱਜ ਜਵਾਬ ਦਿੱਤਾ ਨਾ ਤੇ ਸਵਾਲ ਰੱਖਿਆ, ਦੇਖੋ ਉੱਥੇ ਮੈਂ ਕਹਿੰਦਾ ਗਲੇਰ ਨੂੰ ਵੇਖ ਕੇ ਜਿਸ ਤਰ੍ਹਾਂ ਕਾਂ ਨਸਦਾ ਹੈ, ਉਹੀ ਕੰਮ ਨਾ ਪੜਿਆ ਨਾ ਉਹ। ਮੈਂ ਤਾਂ ਤੁਸੀਂ ਅੱਜ ਤਾੜੀ ਕਿਸੇ ਮੁਲਹਿਦ ਨੂੰ ਇਹ ਦੇਖਿਆ ਕਿ ਉਹ ਮਿਰਜ਼ਾ ਕਾਦੀਆਨੀ ਦੀਆਂ ਕਿਤਾਬਾਂ ਚੋਂ ਤੇ ਇਹਨਾਂ ਦੇ ਲਿਟਰੇਚਰ ਚੋਂ ਕਦੇ ਕੋਈ ਇਤਰਾਜ਼ ਲੈ ਕੇ ਤੇ ਮਰਜ਼ਈਆਂ ਦੇ ਸਾਹਮਣੇ ਆਇਆ ਹੋਇਆ, ਦਿਓ ਇਹਦਾ ਜਵਾਬ ਦਿਓ। ਉਹ ਤੇ ਆਪਣੇ ਸਕਾ ਭਰਾ ਹਮੇਸ਼ਾ ਉਹ ਇਸਲਾਮ ਨੂੰ ਤੇ ਪੈਗੰਬਰ ਇਸਲਾਮ ਨੂੰ ਤੇ ਅਹਾਦੀਸ ਦੀਆਂ ਕਿਤਾਬਾਂ ਨੂੰ ਹੀ ਟਾਰਗੇਟ ਕਰਦੇ ਨੇ ਨਾ, ਇਹ ਕਾਦੀਆਨੀ ਵੀ ਤੇ ਮੁਲਹਿਦ ਵੀ। ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸਾਡੇ ਭਰਾ ਨੇ, ਇਹਨਾਂ ਦਾ ਇਸਲਾਮ ਦੇ ਨਾਲ ਕੋਈ ਲੈਣ ਦੇਣ ਨਹੀਂ, ਠੀਕ ਹੈ ਨਾ। ਇਹਨਾਂ ਨੂੰ ਤੇ ਸਾਨੂੰ ਤੇ ਚਲੋ ਕੋਈ ਮੁਲਕ ਦੀ ਥੋੜੀ ਇੱਜ਼ਤ ਹੈ, ਇਹਨਾਂ ਨੂੰ ਤੇ ਇਸਲਾਮ ਦੇ ਨਾਲ ਚੋਰੀ ਕਰਨ ਵਾਸਤੇ ਹੀ ਲਾਂਤਾਂ ਪੈ ਰਹੀਆਂ ਨੇ ਤੇ ਮੁਸਲਮਾਨ ਇਹਨਾਂ ਦੇ ਅਗਰ ਫਿਰ ਪਤਾ ਹੀ ਚੱਲਿਆ ਨਾ, ਅਗਰ ਇਹ ਵਾਕਈ ਕੋਈ ਇਹਨਾਂ ਦੇ ਵਿੱਚ ਹੁੰਦਾ, ਕੋਈ ਹਕੀਕਤ ਹੁੰਦੀ ਜਾਂ ਕੋਈ ਇਹਨਾਂ ਦੀ ਸੱਚਾਈ ਹੁੰਦੀ ਤੇ ਮੁਲਹਿਦ ਜਿਹੜੇ ਨੇ ਇਹਨਾਂ ਨੂੰ ਵੀ ਇਹਨਾਂ ਦੇ ਉੱਤੇ ਵੀ ਉਹੀ ਇਤਰਾਜ਼ ਕਰਦੇ ਜੋ ਇਸਲਾਮ ਨੂੰ ਉਹ
ਟਾਰਗੇਟ ਕਰਦੇ ਨੇ। ਪਤਾ ਹੈ ਫਿਰ ਚੱਲਿਆ ਕਿ ਮਰਜ਼ਈਅਤ ਤੇ ਇਸਲਾਮ ਇੱਕ ਅਲੱਗ-ਅਲੱਗ ਹੈ, ਕਿ ਮੁਲਹਿਦ ਹਮੇਸ਼ਾ ਇਸਲਾਮ ਨੂੰ ਟਾਰਗੇਟ ਕਰਦਾ ਹੈ ਤੇ ਉਹਨੇ ਮਰਜ਼ਈਅਤ ਨੂੰ ਲਾਦਾ ਕੀਤਾ ਹੋਇਆ ਹੈ ਇਸਲਾਮ ਦੇ ਨਾਲੋਂ। ਠੀਕ ਹੈ, ਪੂਰਾ ਦਿਨ ਇਹ ਨਹੀਂ ਕਹਿੰਦੇ ਬਈ ਸੱਚੇ ਦੀ ਮੁਖਾਲਫਤ ਹੁੰਦੀ ਹੈ, ਤੇ ਇਹ ਤਾਂ ਪਤਾ ਚੱਲ ਗਿਆ ਕਿ ਇਹ ਝੂਠੇ ਨੇ, ਇਹਨਾਂ ਦੀ ਮੁਖਾਲਫਤ ਕੋਈ ਨਹੀਂ ਮੁਲਹਿਦੀਨ ਕਰਦੇ। ਅਸੀਂ ਜਿਹੜੀ ਇਹਨਾਂ ਦੀ ਮਰਜ਼ਈਆਂ ਦੀ ਕਰਨੇ ਆ ਨਾ, ਜਿਹੜੀ ਇਹਨਾਂ ਨੂੰ ਰੈਜ਼ਿਸਟੈਂਸ ਸ਼ੋ ਕਰਨੇ ਆ ਜਾਂ ਇਹਨਾਂ ਨੂੰ ਅੱਗੋਂ ਰੋਕਦੇ ਆ, ਉਹਦੀ ਵਜ੍ਹਾ ਇਹ ਹੈ ਕਿ ਆਈਡੈਂਟੀਟੀ, ਕਿਉਂਕਿ ਹੁਣ ਮੁਲਹਿਦ ਦਾ ਤਾਂ ਕੋਈ ਦੀਨ ਨਹੀਂ ਨਾ, ਉਹ ਤੇ ਨਹੀਂ ਇਹਨਾਂ ਨੂੰ ਕਹਿ ਸਕਦਾ ਓਏ ਮਰਜ਼ਈਆਂ ਨੂੰ ਕਿ ਓਏ ਤੁਸੀਂ ਜਿਹੜਾ ਨਾ ਮੁਲਹਿਦ ਦਾ ਨਾਮ ਨਹੀਂ ਇਸਤੇਮਾਲ ਕਰਨਾ। ਮਿਸਾਲ ਦੇ ਤੌਰ ਤੇ ਕੱਲ ਅਗਰ ਮਰਜ਼ਈ ਆਪਣੇ ਨਾਮ ਦੇ ਨਾਲ ਮੁਲਹਿਦ ਲਗਾ ਲੈਣ ਤੇ ਮੁਲਹਿਦਾਂ ਤੋਂ ਉੱਠ ਕੇ ਇਹਨਾਂ ਨੂੰ ਕੋਈ ਨਹੀਂ ਕਹਿਣਾ ਕਿ ਤੁਸੀਂ ਸਾਡਾ ਨਾਂ ਕਿਉਂ ਯੂਜ਼ ਪੇ ਕਰਦੇ ਹੋ, ਉਹਨਾਂ ਕਰਨ ਲੱਗੇ ਰਹੋ, ਕੋਈ ਮਸਲਾ ਨਹੀਂ। ਜਦੋਂ ਮਰਜ਼ਈ ਇਸਲਾਮ ਤੇ ਮੁਸਲਮਾਨ ਤੇ ਇਸ ਤਰ੍ਹਾਂ ਕਰਕੇ ਆਪਣੇ ਨਾਂ ਦੇ ਨਾਲ ਉਹ ਚੀਜ਼ਾਂ ਜੋੜਦੇ ਨੇ, ਉਹਦੀ ਵਜ੍ਹਾ ਤੋਂ ਅਸੀਂ ਇਹਨਾਂ ਦੀ ਜਿਹੜੀ ਉਹ ਮੁਖਾਲਫਤ ਕਰਨੇ ਆ। ਬਾਕੀ ਇਹਨਾਂ 'ਚ ਹੈ ਤਾਂ ਕੱਖ ਵੀ ਨਹੀਂ। ਹੁਣ ਮਿਸਾਲ ਦੇ ਤੌਰ ਤੇ ਇਹਨਾਂ ਦੇ ਨਾਲੇ ਦੇ ਨੇ ਉਹ ਬਹਾਈ, ان دونوں کا زراعتی جی 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 سوری آپ بات کمپلیٹ کریں کوئی نہیں آپ کریں بات، کوئی مسئلہ نہیں، آپ کریں۔ نہیں میں وہ کہہ رہا تھا ان کا جو نظریاتی جدی امجد ہے نا دونوں کا، ملحدوں کا اور مرزیوں کا، وہ ان کے مفادات مشترکہ ہیں، اس لیے یہ ٹارگیٹ ہمیں کرتے ہیں بس۔ ہاں یہ بات آپ نے بڑی اچھی کی ہے کہ دونوں کا ٹارگٹ ایک ہی ہے، مفاد ایک ہی ہے، سوچ ایک ہی ہے، آبجیکٹو ایک ہی ہے۔ وہ کیا ہے؟ اسلام کو کسی طریقے سے کمزور کرنا اور مسلمانوں کو کمزور کرنا، اور اسلام کا ایک امیج جو ہے وہ ایسے بنا کے لوگوں کو دکھانا کہ اس میں تو کچھ بھی نہیں ہے، جیسے انبیاء اور اس طرح کی جو ہستیاں ہوتی ہیں ان کا مقام اتنا مطلب شو کرنا، ایک ایسے بندے کو نبی بنا کے کھڑا کر دینا جس کی اگر آپ زندگی کے اوپر روشنی ڈالیں، جو اس نے جب اس کو انہوں نے کھڑا کیا اس کام کے لیے، اس سے پہلے اگر اس کی آپ زندگی دیکھ لیں نکال کر، وہ بھی یہ ان کی کتابوں کے اندر ہی ساری لکھی ہوئی ہے کہ وہ کیا حرکتیں کرتا پھرتا تھا۔ پھر اس نے خود اپنی کتاب کے اندر اپنے آپ کو بچانے کے لیے اور اسلام کو اور پیغمبر اسلام کو یا انبیاء کو نیچا دکھانے کے لیے اس نے یہ کہا کہ کوئی چوڑا چمیار، مطلب زمانے کا بدنام، چور، لچا، لفنگا، اس طرح کے اس نے الفاظ استعمال کر کے کہا کہ وہ بھی نبی بن سکتا ہے، نعوذ باللہ، نقل کفر نباشت۔ یعنی جو جو علت اس کے اندر پائی جاتی تھی، جو جو علتیں اس کے اندر پائی جاتی تھی، اس نے وہ ساری کاؤنٹ کروا کے تو کہا کہ اس کے باوجود بھی، مثال کے طور پہ اگر میں زمانے کا بدنام ترین انسان تھا، میں نے مطلب ساری وہ جاہلیت میں نے کی ہوئی ہے، لیکن اس کے باوجود بھی آپ یہ اپنے دماغ میں رکھیں کہ اس کے باوجود بھی آپ نے مجھے نبی ماننا ہے۔ کیوں؟ کیونکہ یہ تو اس نے جو جھوٹ ہے وہ خدا کی طرف منسوب کر دیا نا، کہ یہ تو خدا پہ ہے کہ وہ چاہے تو ایسے کام کرنے والوں کو بھی جو ہے وہ نبی بنا سکتا ہے، حالانکہ ایسی بات تو ہو ہی نہیں سکتی، یہ تو ممکن ہی نہیں ہے۔ انبیاء جو ہوتے ہیں، جو اللہ تعالیٰ جن کو اس نبوت کے منصب پہ فائز کرتا ہے، جن سے یہ کام لیتا ہے، وہ تو مطلب انسانوں کے اندر سب سے اعلیٰ جو ہوتے ہیں نا وہ ہوتے ہیں، اور یہ کیا بکواس کرتا پھر رہا ہے کہ چوڑا چمیار، لفنگا، لچا، زانی، شرابی اور چور اور ڈکیت اور دنیا بھر کے مطلب زمانے بھر کے اس نے گناہ کیے ہوں اور وہ بدنام ہو، اس کے اندر ایک بھی مطلب نیکی نہ پائی جاتی ہو، لیکن اس کے باوجود بھی بن سکتا ہے کیونکہ میں بن گیا ہوں۔ تو یہ ان کا ٹارگٹ دونوں کا ایک ہی ہے، ملحدوں کا اور مرزیوں کا اور مرزا غلام قادیانی کا اور اس سارے مطلب کلٹ کا، کہ انہوں نے اسلام کو نقصان پہنچانا ہے اور مسلمانوں کو نقصان پہنچانا ہے۔ جی عامر، وہ اصل میں یہ کہنا چاہتا تھا کہ ساتھ اس نے یہ بھی لکھا ہوا ہے کہ اگر لمبردار سے جوتے بھی اس نے کھائے ہو نا، جو چوری کے کیس میں پکڑا گیا ہو 2-4 بار اور گاؤں کے لمبردار نے اس کو چھتر بھی مارے ہوں، تو وہ بھی بن سکتا ہے۔ یہ ساری نشانیاں اس نے اپنی بتائی ہیں کہ اگر اس طرح کا بندہ ہو، اس میں یہ چیزیں پائی جاتی ہوں، تو پھر بھی وہ بن سکتا ہے۔
यानी अगर मैं बन सकता हूँ तो फिर वो भी क्यों नहीं बन सकता? तो ये कमाल है भाई उसका, उसको दाद देनी पड़ती है। ये एक तो है ना नली चोच जवाद, एक है वो मूसा, वो जिसने थूक वाला शहद खाया था तो बरकत आ गई उसकी जिंदगी में ना। कादियान की गंजी बेवा बोले ना जी, पहचान जाएंगे वो। तो वो अमर भाई आके पेट रहा था एक दफा, तो वो कहता है कि देखें जी, जब हम नबी करीम सल्लल्लाहु अलैहि वसल्लम के बारे में आके कोई एतराज करते हैं तो आप हमें कहते हैं कि गुस्ताखी हो गई है, शातमीत हो गई है, इसको नीचे उतारो, दफा करो यहाँ से। तो जब आप हमारे सो कॉल्ड नबी पे आके मिर्जा गुलाम कादियानी पे एतराज करते हो तो फिर हमें भी ये हक हासिल होना चाहिए ना कि हम भी कहें कि नहीं जी ये शातमीत हो गई है, शातमीत हो गई है, तो शातमीत हो गई। अच्छा, वो कहता है बात असल में देखें असूल ये है कि हमें बात करनी चाहिए वो जो कुरान ने असूल दिया है। अब असूल सुने अमर भाई, तो मैंने कहा ठीक है इस पे बात कर लो, हमें तो कोई इतराज नहीं। कहता है कि नबी करीम सल्लल्लाहु अलैहि वसल्लम के लिए कुरान पाक में आया कि मैंने तुम में अपनी एक ज़िंदगी गुजारी है, मेरी ज़िंदगी तुम्हारे सामने है, तो मैंने आज तक मतलब वो जो नबी करीम सल्लल्लाहु अलैहि वसल्लम ने दावे से पहले की ज़िंदगी उनको पेश की थी, तो उन्होंने कहा था ठीक है जी हम तो आपको सादिक और अमीन मानते हैं। तो कहता है यही मिर्ज़ा कादियानी के लिए मेयार बनाओ और मिर्ज़ा कादियानी के दावे से पहले की ज़िंदगी देखो। तो मैंने कहा ठीक है आ जाओ भाई इस पे बात कर लेते हैं। हम मिर्ज़ा कादियानी की जो सीरत है, जो उसके दावे से पहले की है, उसको उसके ऊपर बात कर लेते हैं। अच्छा सोहेब भाई, वो जो अभी आपने नाम लिया था ना, वो जो लड़का है मुल्हिद सोल्जर, जो वॉइस चेंजर लगा के बात करता है, आपको पता है उसने एक दफा एक किसी ब्रॉड पे मैं सुन रहा था, उसने कहा था कि मैं हूं तो मुल्हिद लेकिन मिर्जा मेरा नबी है, मिर्जे को मैं रसूल मानता हूं। अस्सलाम वालेकुम। जी अमर भाई, मैं कह रहा था वो सीरत से, उसकी जो दावे से पहले वाली सीरत तो थोड़ी सी बयान करें। हाँ जी, मैं ना इसी मौजू पर एक बात करना चाहता था, लेकिन मैंने कहा आप बात कर लें सारे मुकम्मल, तो फिर मैं एक छोटी सी रिकॉर्डिंग करवाना चाहता हूँ। आपने कोई बात करनी है याज भाई? मुर्तज़ा खान भाई आए हैं, कोई बात करनी है? जिस तरह जी मेरे नहीं, मेरे भी आप बात करें प्लीज। ਕਹਿੰਦੇ ਨੇ ਬਈ ਉਹਨਾਂ ਦੇ ਦਾਅਵੇ ਤੋਂ ਪਹਿਲੇ ਜ਼ਿੰਦਗੀ ਕੋਈ ਇਤਰਾਜ਼ ਉਹਨਾਂ ਦੀ ਦਾਅਵੇ ਤੋਂ ਪਹਿਲੇ ਵੀ ਉਹਨਾਂ ਦੇ ਕਿਰਦਾਰ ਤੇ ਲੱਗਦਾ ਹੈ ਜਾਂ ਉਹ ਪਹਿਲੇ ਬਿਲਕੁਲ ਵਾਈਟ ਵਾਸ਼ ਹੈ, ਸਫेद बकला है? असल बात यह है कि दावे से पहले की उनकी जो ज़िंदगी है वो तो ज़्यादा लोग तो उससे वाकिफ़ भी नहीं है ना, क्योंकि एक छोटा सा गांव था, बस्ती थी छोटी सी कादियान। जब ये 1902 में बड़ा ताउन का ज़ोर था और बड़ा वहाँ पर लोगों का आना जाना भी शुरू हो गया था, इसकी वजह से मुरीद वगैरह भी आते जाते थे, तो कुछ ना कुछ तरक्की हो गई थी। तो वहाँ पर 2800 की बस्ती थी, पॉपुलेशन उसकी टोटल 2800 बंदों पर मुश्तमिल थी। तो उसमें से 313 2 महीनों में ताउन ने खा लिए थे। जो कहता था ना कि ताउन में, कादियान में ताउन नहीं आएगी ताकि लोगों को पता लगे तेरे रसूल की तख्तगाह है, तो वो 313 जब आप मरे तो वहाँ पर पता चला कि टोटल आबादी कितनी है, तो उन्होंने पूछा भाई 2800 बंदा है टोटल, बाकी दौड़ गए इधर उधर। तो छोटा सा एक गांव था, वहाँ पर कुछ हिंदू रहते थे, कुछ सिख रहते थे, कुछ मुसलमान रहते थे। ये मुसलमानों के घर से एक निकला हुआ आवारा बच्चा, इसने जब ये दावे वगैरह किए हैं, ये तो 1891 की बात है, लेकिन इससे पहले वहाँ पर गांव में ना तो ये कोई गांव का लंबरदार, ना कोई गांव का ये मतलब वो उस बाप दादा इसका आलमे दीन, ना इसकी कोई शोहरत ऐसी, ना किसी सियासी लीडर का बेटा, ना किसी आलमे दीन का बेटा, ना किसी ऐसी वो जो होते हैं एक्टर वगैरह, मतलब कोई इनकी अपनी मुनफरद पहचान तो थी नहीं ना, जिसकी वजह से लोग इस पर नज़र रखें कि भाई ये इनका लड़का है, ये क्या करता है। तो छोटा सा एक गांव था, वहाँ पर ये अपनी बस्ती में रहने वाला 2 हिंदू नौजवान थे, उनके साथ दोस्ती थी। तो वहाँ पर एक आवारा गर्द सा लड़का था जिसकी कोई बाहर पहचान नहीं थी, और ख़ुद भी उसने यही लिखा हुआ है कि मैं एक कोने खुदरे में पड़ा रहता था, कादियान छोटी सी बस्ती है, इसके बाहर मुझे कोई बंदा नहीं जानता था। ये बात ठीक है। ऐसे बंदे के बारे में
یہ سوال یا یہ تقاضا کرنا کہ دعوے سے پہلے کی اس کی زندگی چیک کرو، بھائی دعوے سے پہلے کی اس کی کوئی یا تو ہو کہ کتاب اس پر لکھی گئی ہو، کسی نے کوئی تبصرہ کیا ہو، پھر ہم اچھا یا برا چیک کر سکتے ہیں نا تبصرہ. یا پھر تیسرا طریقہ یہ ہے کہ اس نے خود دعویٰ کرنے سے پہلے لوگوں سے گواہی طلب کی ہو اور وہ گواہی وہاں موجود ہو. ایسا بھی کوئی واقعہ نہیں ہے. دعویٰ کرنے سے پہلے اس نے یہ کبھی بھی مسلمانوں کو یا ہندوؤں کو یا سکھوں کو وہاں پر قادیان میں کھڑے ہو کر یہ نہیں کہا کہ بتاؤ میں نے تم میں یہ زندگی گزاری ہے، تم نے مجھے کیسا پایا. اس طرح کا تو معاملہ ہے ہی نہیں. پہلی بات یہ ہے کہ دعویٰ کب کیا، کون سے دعوے پر چیک کرنا ہے کہ اس دعوے سے پہلے 1880-82 کے بعد اس نے، یعنی وہ تصنیف کی دنیا میں اس نے پہلا قدم رکھا براہین احمدیہ کے نام سے، تو کتاب لکھی. اس سے پہلے تو کوئی جانتا ہی نہیں ہے نا. تو اگر براہین احمدیہ کتاب لکھی ہے تو وہ اس لیے تو نہیں لکھی ہے کہ میں کوئی نبی بن گیا ہوں یا میں مسیح موعود بن گیا ہوں یا امام مہدی. وہ تو ایک جس طرح عام مصنفین لکھتے ہیں کتابیں، جس طرح خواجہ حسن نظامی نے لکھی ہوں گی یا دیگر ہمارے کئی صوفیاء علماء نے وہاں پر ہندوستان میں کتابیں لکھی ہیں، تو اسی طرح ایک کتاب لکھی. تو اس لیے کس دعوے سے پہلے دعویٰ کیا 1891 میں، پہلا دعویٰ جس دعوے پر اعتراض ہوا، جس پر کفر کے فتوے لگے، جس پر تمام مسلمان متحد ہو کر کہنے لگے کہ ہاں اس نے یہ ظلم کیا ہے، اس نے اسلامی شریعت کے ساتھ چھیڑ چھاڑ کی ہے، اسلامی شریعت میں اس دعوے کی گنجائش نہیں ہے، وہ تو 1891 میں کیا، جس پر استفتاء تیار ہوا، کفر کا فتویٰ لگا، 200 علماء نے اس پر کفر کا فتویٰ دیا. یہ جائیں گے پیچھے کہیں گے کہ 1884 میں جب براہین احمدیہ لکھی تو لدھیانہ کے کچھ علماء نے اس پر کفر کا فتویٰ دیا. ہاں بالکل دیا، لیکن اس کی تو مخالفت تو خود ہمارے علماء نے کر دی نا. خود ہمارے مسلم علماء نے ہی اس کو بچایا کہ نہیں اس میں کوئی ایسی غلطی ہے نہیں جس پر اس پر کوئی سختی کی جائے، چھوڑ دیں اس کو. تو 1891 میں اس کا یہ دعویٰ ہے جس پر آپ کہہ سکتے ہیں کہ اس سے پہلے کی زندگی، 1891 سے پہلے کی اس کی اپنے ہاتھ کی تحریریں چیک کر لیں. جو تحریریں شہنہ حق کے نام سے کتاب ہے، روحانی خزائن کی میرے ہاتھ دوسری جلد میں ہے شہنہ حق، اس میں وہ اعتراضات اس پر کیا کیا کیے گئے ہیں، صرف وہ اعتراضات کھول کے دیکھ لیں کہ اس پر اعتراضات کیا ہو رہے ہیں. اعتراض ہو ہی یہ رہا ہے کہ یہ مکار اور فریبی آدمی ہے، فراڈی آدمی ہے، دھوکے باز آدمی ہے، جھوٹا ہے، ہیرا پھیریاں کرتا ہے اپنی باتوں کے ساتھ. یہ 1886 کی تحریریں ہیں. تو وہاں جا کے آپ چیک کر کے دیکھ لیں. اگر تو آپ اس سے پیچھے جائیں تو پھر اس سے پیچھے تو اس کو جانتا ہی کوئی نہیں ہے. لیکن پھر بھی جو اس نے اپنی سیرت خود بیان کی ہے 1884 سے پہلے کی، اس نے خود یہ بتایا ہے کہ میں گھر سے گیا پینشن لے کے، 1864 کا واقعہ ہے، پینشن لینے گیا چچا کے بھائی کے ساتھ، وہ پیسے لے کے بھاگ گیا، گھر ہی نہیں آیا، 4 سال تک گھر نہیں آیا. ساری باتیں چھوڑ دیں، کہاں گیا، کیا کیا، کہاں اڑایا، چھوڑ دیں. کیا یہ اچھا کردار ہے؟ 4 سال تک گھر میں ماں ہے، باپ ہے، جوان بیوی ہے، 2 بچے ہیں، 4 سال تک گھر ہی نہیں آیا. کیا یہ اچھا کردار ہے؟ ایسے کردار کا آدمی ہونا چاہیے. تو کردار تو شروع سے اس طرح کا تھا، لیکن پہلے والے کردار سے کوئی واقف نہیں ہے. جب یہ تصنیف کی دنیا میں آتا ہے تو اس کی تحریروں پر، اس کی باتوں پر اعتراضات ہونے شروع ہو گئے کہ یہ مکر اور فریب سے کام لیتا ہے، دھوکہ دہی کرتا ہے، لوگوں کو جھوٹ بول کے کہتا ہے یہ میرا الہام سچا ثابت ہو گیا ہے، یہ میری پیشگوئی سچی ثابت ہو گئی ہے، حالانکہ وہاں پر بات کچھ ہوتی اور ہے. یہ شہنہ حق جا کے کھول کے دیکھ لیں، وہاں پڑا ہوا ہے. تو اس کے بعد آن ورڈ اس نے یہ سفر جاری رکھا ہے، اور یہ مکر اور فریب کا بازار اس نے ایسا گرم کیا ہے کہ وہ چلتے چلتے 1908 تک کتابیں ساری بھری پڑی ہیں. دیکھیں انبیاء کا جو آپ کہتے ہیں نا کہ وہ انبیاء والے معیار پر، بھئی انبیاء کے ہاتھ کی لکھی ہوئی کوئی چیز، کوئی تحریر، کوئی ثبوت ایسا ہے نہیں جس کا کسی دوسری بات سے کمپیریزن کیا جا سکے. ان کی روایات ہم کو پہنچی ہیں سینہ بسینہ یا وہ آگے راویوں کے ذریعے سے، سند کے ذریعے سے پہنچی ہیں.
لیکن وہ اس طرح سے نہیں ہے کہ جو اپنے ہاتھ سے لکھی ہوئی تحریر ہوتی. اس کے اپنے ہاتھ کی لکھی ہوئی تحریریں ہوں تو بھلے دعوی نبوت سے پہلے کی ہوں یا دعوے سے بعد کی ہوں, ان کو کمپیئر تو کبھی بھی کیا جا سکتا ہے نا. مثال کے طور پر یہ کہتا ہے حقیقت الوحی میں 229 صفحے پہ کہ میں نے وہ کتاب جب لکھی تھی کشتی نوح, تو اس میں نے بتا دیا تھا کہ یہ جو ٹیکہ ہے تعاون کا نہ لگانا, یہ لگانے سے جانی نقصان ہو جائے گا, کئی بندے مر جائیں گے یعنی جانی نقصان ہو جائے گا. تو کہتا ہے ملک وال میں 9 بندے ہیں, ان کو ٹیکے کا ریئیکشن ہو گیا, تعاون والے ٹیکے کا 9 بندے مر گئے ہیں. تو میں نے تو پہلے ہی بتا دیا تھا. اب کشتی نوح تو ادھر ہی ہے, اس کے ہاتھ کی تحریر ہے, کسی مخالف کی بھی نہیں ہے. جا کے کھول کے دیکھ لیں, ہے اس میں کوئی بات لکھی ہوئی. اس سے اوپر جائیں 41 نمبر نشان, وہ کہتا ہے اسی 228 صفحے پہ, کہتا ہے کہ آج سے 4 سال پہلے 20-21 سال پہلے میں نے اشتہار چھاپا تھا, اس میں کہا تھا 4 لڑکے. کہاں ہے وہ اشتہار؟ کوئی بھی نہیں ہے. تو اس کے لیے اس طرح کی باتوں کے لیے ہمیں دعوے نبوت سے پیچھے جانے کی کیا ضرورت ہے؟ بھائی دعوے نبوت کے بعد بھی ہو, اس کے اپنے ہی ہاتھ کی لکھی ہوئی باتیں ہیں نا, تو ان کو ہم بعد والے کو بھی چیک کر سکتے ہیں, نکال کے دکھا دیں. یہ کہتا ہے تفسیر ابن کثیر میں حدیبیہ کے قصے میں لکھا ہوا ہے سچے لوگ مرتد ہو گئے تھے. تفسیر ابن کثیر ان کے ہاتھ میں پکڑائیں, ان کو کہ نکال کے دکھائیں. نہیں تم نے بدل دیا تفسیر ابن کثیر. اچھا جی بخاری میں لکھا ہوا ہے وہ کتاب جو اللہ کی کتاب کے بعد صحیح ترین کتاب ہے, اصح الکتاب بعد کتاب اللہ ہے, اس میں لکھا ہوا ہے کہ جب امام مہدی آئے گا تو آسمان سے آواز آئے گی ھذا خلیفۃ اللہ المہدی. بخاری پکڑائیں اس کے ہاتھ میں, کہو نکال کے دکھاؤ. نہیں بخاری آپ نے بدل دی ہے. ٹھیک, وہ بھی بدل دی ہے. معتبر تفسیروں میں لکھا ہوا ہے, روحانی خزائن جلد 21 249 صفحہ, معتبر تفسیروں میں لکھا ہوا ہے کہ نبی پاک صلی اللہ علیہ وسلم پر جب یہ آیات نازل ہوئی سیہزم الجمع ویولون الدبر, تو آپ نے فرمایا مجھے نہیں پتا کہ یہ پیشگوئی کس موقع کے لیے. وہ کون سی معتبر تفسیر میں؟ لاؤ کوئی دکھا دو. ساری تفسیریں ہم نے بدل دی. نہیں ساری بدل گئی ہیں. مرزا صاحب کے دور کی نہ کوئی تفسیر اب دنیا میں زندہ رہی, نہ تفسیر ابن کثیر وہ اوریجنل رہی, نہ بخاری وہ رہی. کب تک جھوٹ بولو گے؟ کتنے جھوٹ بولو گے؟ وہ کہتا ہے حدیثوں میں آتا ہے, صحیح حدیثوں میں آتا ہے مہدی آئے گا تو اس پر کفر کے فتوے لگیں. کون سی کتاب میں ہے اس طرح کی بات؟ پرسوں ترسوں کی بات 3-4 روز پہلے وریام کی براڈ پر پکڑ لیا ایک مرزائی کو. میں نے کہا یہ کہاں لکھی ہوئی ہے بات بھائی, کون سی حدیث ہے؟ کہتا میں ابھی حدیث لا کے دکھاؤں. تو میں نے کہا حدیث لے آیا تو منہ مانگا انعام دوں گا میں اس کو. گیا حدیث لینے, تھوڑی دیر بعد کے آ کے کہتا ہے معافی چاہتا ہوں غلطی ہوگی, حدیث میں نہیں ہے. میں نے کہا اس پر 300 یورو دے کے گیا ہے نظیر یہاں ہمارے براڈ پہ. تو وہ کہتا ہے چلو مجھ سے غلطی ہوگی. میں نے کہا تم سے تو غلطی ہوگی ہے, یہ غلطی تو مرزا قادیانی کی ہے. کھول کے دکھایا تحفہ گولڑیا میں, اس نے مرزا قادیانی نے یہ بات لکھی ہوئی ہے. حدیثوں میں آتا ہے کہ جب مہدی آئے گا تو اس پر کفر کے فتوے لگیں گے, کچھ بھی نہیں لکھا ہوا. تو اب اس کے لیے دعوے نبوت سے پیچھے جانے کی کیا ضرورت ہے بھائی؟ جب یہ باتیں دعوے نبوت کے بعد بھی لکھی ہوئی تو اسی کی لکھی ہوئی ہیں نا. کوئی بھی کامن سینس والا بندہ ہوگا وہ کہے گا کہ نبیوں کی بات یہاں پر فٹ نہیں ہوتی, کیونکہ نبیوں کے اپنے ہاتھ کی کوئی چیز ہے نہیں, ان کی زندگی کی ویڈیو بنی ہوئی ہمارے پاس نہیں ہے. اگر نبی علیہ السلام کی یا دیگر صاحب کا انبیاء کی ویڈیو بنی ہوئی ہو اور ان کا زندگی کا ساری سیرت سارا کردار ان کا موجود ہو, کپڑے اس طرح کے پہنتے تھے, جوتے اس طرح کے پہنتے تھے, لوگوں میں مجلس میں اس طرح سے بات کرتے تھے, اخلاق یہ تھا, کردار یہ تھا, تو پھر وہ دعوی نبوت سے پہلے ہو یا بعد ہو ان کی بھی زندگی چیک کی جا سکتی ہے, دعوی نبوت کے بعد کی بھی چیک کی جا سکتی ہے. اگر سابقہ انبیاء کی ویڈیو بنی ہوئی ہو, موسیٰ علیہ السلام کی, عیسیٰ علیہ السلام کی اوریجنل ویڈیو ان کی زندگی کی مل جائے تو دعوی نبوت کے بعد کی بھی چیک کر سکتے ہیں. اگر کسی بندے نے دعوی نبوت کے بعد بھی کوئی ایسی بات کی ہو جس پر اعتراض اٹھتا تو کیا جا سکتا ہے, مخالف کا حق اعتراض کرنا چاہیے. لیکن ان کا معاملہ یہ ہے کہ کیونکہ ان کی کوئی ایسی ہمارے پاس مستند چیز نہیں ہے ان کے ہاتھ کی, اس کی تو اپنے ہاتھ کی لکھی ہوئی باتیں ہیں, تو اس کا ان کے ساتھ کوئی کمپیریزن کیا نہیں جا سکتا. لہٰذا اس کا جو کچھ ہے وہ دعوی نبوت کے بعد والی بھی چیک کی جا سکتی, پہلے والی بھی چیک کیسے. لیکن اگر یہ کہیں کہ نہیں صرف پہلے والی, تو ہم پہلے والی بھی کرنے کے لیے ہم تو کہتے ہیں مرزائی جو شرط جس شرط پہ مناظرہ کرنا چاہتا ہے, جس شرط پہ بحث کرنا چاہتا ہے آ جائے, اس شرط پہ کریں گے. جو لفظ ہمیں کہے گا یہ لفظ زبان سے نہ نکالنا, ہم نہیں نکالیں گے. آؤ اس کو, یہ جو نیچے بیٹھا ہے نا دیوار کو لگ رہا ہے, اس کو اوپر آئے,
बोल के कह दे कि ये लफ्ज मैं तुम्हारे मुंह से नहीं सुनना चाहता, मैं वादा करता हूं मैं नहीं बोलूंगा। दलील से बात करेंगे, साबित कर देंगे कि ये एक झूठा और फरेबी शख्स था, धोखेबाज इंसान था, इसने नबूवत के दावे से पहले भी हेरा फेरियां की हैं, बाद में भी की हैं। पहले वाली ज़्यादा वो महफूज नहीं है क्योंकि इसको कोई जानता नहीं था, बाद वाली क्योंकि इसकी कलम से निकली हुई हैं, अपने हाथ की लिखी, वो महफूज हैं, वो हम इनके आगे रखते हैं। ये कहते हैं नहीं पहले वही लाओ, पहले ये छप्पड़ में नहाया करता था, कहाँ से लाए हैं? वो लाला शरमपत के साथ मिल के कादियान वाले छप्पड़ में ये नहाया करता था, तो वो हम क्या कहाँ से निकाल कर लाए हैं? वो कौन सी किताब में है? कहाँ से हम इसको उसका सबूत पेश करें? हाँ जवाब दो, ऊपर आके जवाब दो, आके कहो भी ये लफ्ज ना बोलना। ਇਹ ਗੱਲ ਕਿੱਥੇ ਲਿਖੀ ਕਿ ਉਹ ਛੱਪੜ 'ਚ ਨਹਾਉਂਦਾ ਸੀ? सीरतुल मेहदी जिंदी रवे, मेहदी दी सीरत। ठीक हो गया। हाँ, एक बंदा वहां पर 10-12 साल की उम्र में अगर वहां पर बच्चों के साथ गंदे खेल खेलता रहा है तो वो उसकी रिकॉर्डिंग हुई थोड़ी पड़ी है। हमें क्या पता, छोटा सा गांव था, इसको कोई जानता ही नहीं था, तो वहां ये क्या क्या खेल खेलता रहा है, किस तरह का झूठ सच। नबी अलैहिस्सलाम के बारे में मक्का में जाके उनके साथियों से पूछें, सहाबा की रवायात मौजूद हैं, अबू बकर सदीक रज़ी अल्लाह ताला अन्हु बचपन के साथी हैं, कभी आपने इस तरह के खेल नहीं खेले, कभी मेले पर नहीं गए। हजरत अबू तालिब ने कहा भाई आओ मैं आपको मेले पर ले जाऊं, आपने कहा मेरा दिल नहीं करता जाने पे, मेरा दिल ही नहीं करता मेले पे जाने पे। शुरू से ही नफीस तबीयत, शुरू से ही तहारत पाकीज़गी उनके नफ्स के अंदर, उनकी तबीयत के अंदर, उनकी मिजाज के अंदर अल्लाह ताला ने वजूद कर दिया है। क्यों? अल्लाह ताला ने चुना है नबी। ऐलान 40 साल की उम्र में। उस्ताद जी बाज़ पता कलाम से एक एतराज़ है मरज़ई कर देने, और आज़म खंजीर ने मेरे सामने रिवायत रखी सी कि अम्मा आयशा तो एक रिवायत मरवी है कि ਜਿਹੜਾ ਹਬਸ਼ੀ ਨੇ ਜਿਹੜਾ ਖੇਡ ਵਿਖਾਣ ਆਉਂਦੇ ਸਨ ਤੇ ਅਮਾ ਆਇਸ਼ਾ ਕਹਿੰਦੇ ਨੇ ਮੈਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਮੁੰਡ ਮੁਬਾਰਕ ਦੇ ਉੱਤੇ ਆਪਣੀ ਥੋੜੀ ਰੱਖ ਕੇ ਉਹ ਖੇਡ ਵੇਖੇ ਨੇ। ਕਿਉਂਕਿ ਮੈਂ ਇਤਰਾਜ਼ ਕੀਤਾ ਸੀ ਕਿ ਜਿਹਨੂੰ ਕੀ ਕਹਿੰਦਾ ਹਮਾਮੇ ਦੀ ਮੰਨਿਆ ਜੇ ਇਹ ਤੇ ਆਪ ਸਿਨੇਮਾ ਜਾਂਦਾ ਰਿਹਾ, ਇਹਦਾ ਤਾਂ ਕਿਰਦਾਰ ਹੈ ਵੀ कि मुरीद ने कहा कि भाई मैं तेरी शिकायत लाने, तो उन्हें कि भाई हम भी एक दफा गए ਤੇ ਕਹਿੰਦਾ ਨਹੀਂ ਉੱਥੇ ਚੰਗੇ ਕਰਤਬ ਹੁੰਦੇ ਸਨ, ਭੈੜੇ ਕਰਤਬ ਨਹੀਂ ਹੁੰਦੇ ਸਨ। ਉਹ ਜਦੋਂ ਜਾਣਾ ਛੱਡ ਗਿਆ ਤੇ ਬਾਅਦ ਚ ਜਿਹੜਾ ਗੰਦ ਫੈਲ ਗਿਆ ਥੀਏਟਰ 'ਚ, ਜਦੋਂ ਤੱਕ ਉਹ ਗਿਆ ਤੇ ਇਹਦੀ ਕੀ ਦਲੀਲ ਹੈ? ਇਹਦੀ ਕੀ ਦਲੀਲ ਹੈ ਕਿ ਥੀਏਟਰ 'ਚ ਅਗਰ ਥੀਏਟਰ ਵਿੱਚ ਪਹਿਲੇ ਅੱਛੇ ਕਰਤਬ ਹੁੰਦੇ ਸਨ, ਕਿੰਨੇ ਕੁ ਸ਼ਰੀਫ ਘਰਾਣਿਆਂ ਦੀਆਂ ਬੇਟੀਆਂ ਤੇ ਭੈਣਾਂ ਨੇ ਉਹਦੇ 'ਚ ਕੰਮ ਕੀਤਾ। ਸ਼ੁਰੂ ਤੋਂ ਥੀਏਟਰ ਵਿੱਚ ਕੰਜਰ ਹੀ ਕੰਮ ਕਰਦੇ ਸਨ। ਥੀਏਟਰ ਵਿੱਚ ਕੰਮ ਕਰਨ ਵਾਲੇ ਪਹਿਲੇ ਦਿਨ ਤੋਂ ਨਾਪਸੰਦੀਦਾ ਸਮਝੇ ਜਾਂਦੇ ਸਨ। ਉਦੋਂ ਵੀ, ਅੱਜ ਤੋਂ 125 ਸਾਲ ਪਹਿਲੇ ਵੀ। ਅਗਰ ਤੁਹਾਨੂੰ ਨਹੀਂ ਯਕੀਨ, ਇੱਥੋਂ ਕਿਸੇ ਹੁਣ ਸਿੱਖ ਮੁੰਡੇ ਨੂੰ ਉੱਤੇ ਲੈ ਲਓ, ਉਹ ਆਪਣੇ ਦਾਦੇ ਦੀ ਬਾਪੂ ਦੀ ਗੱਲ ਲੈ ਕੇ ਪੁੱਛ ਕੇ ਤੁਹਾਨੂੰ ਹੁਣ ਉਹਨੂੰ ਡਾਇਰੈਕਟ ਫੋਨ ਕਰਕੇ ਪੁੱਛ ਦੇਗਾ ਕਿ ਉਦੋਂ ਹਿੰਦੁਸਤਾਨ ਵਿੱਚ ਗੁਰਦਾਸਪੁਰ ਵਿੱਚ ਜਾਂ ਪੰਜਾਬ ਪੂਰੇ ਵਿੱਚ ਜਿਹੜਾ ਕੋਈ ਥੀਏਟਰ ਵਗੈਰਾ ਵੀ ਲੱਗਦਾ ਸੀ। ਇਹ ਸਿੱਧੂ ਕੱਲ੍ਹ ਦਾ ਬੱਚਾ ਹੈ। ਉਹ ਕਹਿੰਦਾ ਮੈਂ ਗਾਣਾ ਸ਼ੁਰੂ ਕੀਤਾ, ਮੇਰਾ ਅੱਬਾ ਕਹਿੰਦਾ ਸੀ, ਮੇਰੇ ਮਾਂ ਪਿਓ ਕਹਿੰਦੇ ਸੀ ਇਹ ਤਾਂ ਕੰਜਰਾਂ ਦਾ ਕੰਮ ਹੈ ਪੁੱਤਰ ਗਾਣਾ, ਤੂੰ ਗਾਣੇ ਗਾਣਾ, ਤੂੰ ਜੱਟਾਂ ਦਾ ਮੁੰਡਾ ਹੋ ਕੇ ਤੂੰ ਗਾਣੇ ਗਾਏਂਗਾ। ਚੰਗਾ ਨਹੀਂ ਸਮਝਿਆ ਜਾਂਦਾ ਸੀ। ਥੀਏਟਰ ਕਦੋਂ ਚੰਗਾ ਸਮਝਿਆ ਜਾਂਦਾ? ਕਦੇ ਵੀ ਨਹੀਂ ਸਮਝਿਆ ਜਾਂਦਾ ਚੰਗਾ। ਬਾਰਕੈਫ ਉਸ ਥੀਏਟਰ ਦੇ ਵਿੱਚ ਜੋ ਕੁਝ ਹੁੰਦਾ ਸੀ ਉਹ ਜਾ ਕੇ ਉੱਥੋਂ ਪਤਾ ਕਰ ਲਓ। ਤੇ ਜਿਹੜੀਆਂ ਜੰਗੀ ਮਸ਼ਕਾਂ, ਉਹ ਜਿਸ ਤਰ੍ਹਾਂ ਵਰਜ਼ਸ਼ ਜਾਂ ਇੱਥੇ ਨਹੀਂ, ਉਹ ਇੱਥੇ ਹਿੰਦੁਸਤਾਨ ਵਿੱਚ ਉਹ ਇੱਕ ਗੱਤਕਾ ਜਾਂ ਜਿਹਨੂੰ ਕਹਿੰਦੇ ਹੋ ਗੱਤਕਾ, ਨਹੀਂ ਹੁਣ ਵੀ ਅਰਬ ਦੇ ਅੰਦਰ ਲੇਵਾ ਇੱਕ ਹੈ ਵੇ ਜੰਗ ਤੋਂ ਪਹਿਲੇ ਜਿਹੜਾ ਡਾਂਸ ਹੁੰਦਾ ਤਲਵਾਰਾਂ ਦੇ ਨਾਲ, ਨੇਜ਼ਿਆਂ ਦੇ ਨਾਲ, ਠੀਕ ਹੈ, ਉਹ ਜੋਸ਼ ਦਿਲਾਣਾ ਸੀ, ਜਿਸ ਤਰ੍ਹਾਂ ਸਾਡੇ ਮਿਲੀ ਨਗਮੇ ਨੇ ਵਾਰਮ ਅਪ ਹੈ, ਉਹ ਵਾਰਮ ਅਪ। ਹਾਂ ਬਿਲਕੁਲ ਮੈਂ ਸਮਝ ਗਿਆ। ਜਿਸ ਤਰ੍ਹਾਂ ਖੇਡ ਤੋਂ ਪਹਿਲੇ, ਮੈਚ ਤੋਂ ਪਹਿਲੇ ਲੜਕੇ ਵਾਰਮ ਅਪ ਹੁੰਦੇ ਨੇ ਨਾ, ਆਪਣੇ ਜਿਸਮ ਨੂੰ ਗਰਮ ਕਰਦੇ ਨੇ, ਇਸ ਤਰ੍ਹਾਂ ਉਹ ਉਛਲਦੇ ਕੁੱਦਦੇ ਨੇ, ਲੱਤਾਂ ਬਾਹਾਂ ਇੱਧਰ ਉੱਧਰ, ਗੱਤਕਾ ਖੇਡਣਾ ਜਾਂ ਇਹਦੇ ਨਾਲ ਉਹ ਜਿਸਮ ਨੂੰ ਗਰਮ ਕਰਨਾ, ਉਹਦੇ ਵਿੱਚ ਕੋਈ ਬੇਹੂਦਾ ਚੀਜ਼ ਤੇ ਹੈ ਨਹੀਂ। ਉਹ ਇੱਕ ਜੰਗੀ ਮਸ਼ਕ ਕਰ ਰਹੇ ਸਨ, ਜਿਹੜਾ ਉਮੁਲ ਮੋਮਿਨੀਨ ਸੈਯਦਾ ਆਇਸ਼ਾ ਸਿੱਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦੇਖ ਰਹੀਆਂ ਸਨ ਨਬੀ ਪਾਕ ਦੇ ਪਿੱਛੇ ਖਲੋ ਕੇ। ਇਹਦਾ ਤੇ ਉਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈ ਭਾਈਜਾਨ। ਇਹ ਕੋਈ ਐਸੀ ਚੀਜ਼, ਮੈਂ ਤੁਹਾਨੂੰ ਦੱਸਿਆ ਮਿਰਜ਼ਾ ਕਾਦੀਆਨੀ ਵਿੱਚ ਕੋਈ ਐਸੀ ਚੀਜ਼ ਅਸੀਂ ਨਹੀਂ ਪੇਸ਼ ਕਰਦੇ ਜਿਹੜੀ ਸੱਚੇ ਅੰਬੀਆ ਵਿੱਚ ਪਾਈ ਜਾਂਦੀ। ਇਹਦੇ 'ਚ ਜਿੰਨੀਆਂ ਗੱਲਾਂ ਪਾਈ ਜਾਂਦੀਆਂ ਉਹ ਕਿਸੇ ਸੱਚੇ ਨਬੀ 'ਚ ਪਾਈ ਨਹੀਂ ਜਾਂਦੇ। ਲੋ ਸੁਣੋ ਗੱਲ ਜਿਹੜੀ ਮੈਂ ਸੁਣਾਉਣਾ ਚਾਹੁੰਦਾ ਸੀ। ਕੱਲ ਰਾਤ ਨੂੰ ਮੈਂ ਪਿਆਮੇ ਸੁਲ੍ਹਾ ਅਖਬਾਰ ਇੰਝ ਹੀ ਖੋਲੀ ਤੇ ਫਿਰ ਮੈਨੂੰ ਨੀਂਦਰ ਆ ਗਈ, ਮੈਂ ਸੌਂ ਗਿਆ। ਪਿਆਮੇ ਸੁਲ੍ਹਾ ਅਖਬਾਰ 'ਚ ਚੌਧਰੀ ਮੀਰ ਇਸਮਾਈਲ ਕਹਿੰਦਾ ਹੈ, ਅਗਰ ਉਹ ਫੀ ਸ਼ੇਖ ਵੀ ਥੱਲੇ ਘਿਰਿਆ ਆ ਜੇ ਤੇ ਉਹ ਦੇਖਣਾ, ਉਹਨਾਂ ਨੂੰ ਲੈ ਲੈਣਾ ਉੱਤੇ ਕਾਲ ਤੇ। ਉਹ ਕਹਿੰਦਾ ਹੈ ਕਿ
ਉਹ ਸੀਰਤੁਲ ਮਹਿਦੀ ਦੀ ਇੱਕ ਤਹਿਰੀਰ ਮੈਂ ਦੇਖੀ ਹੈ ਜਿਹਦੇ 'ਚ ਲਿਖਿਆ ਹੈ ਕਿ ਜਦੋਂ ਚਸ਼ਮਾ ਮਾਰਫਤ ਕਿਤਾਬ ਛਪਣ ਲੱਗੀ, ਇਹ ਗੱਲ ਗੌਰ ਨਾਲ ਸੁਣਿਓ ਜਾਗ ਕੇ, ਜਿਹੜੇ ਜਿਹੜੇ ਬੰਦੇ ਬਰਾੜ ਦੇ ਉੱਤੇ ਪੈਨਲ ਤੇ ਬੈਠੇ ਹੋ ਨਾ, ਜੇ ਜਾਗਦੇ ਪਏ ਹੋ ਤੇ ਮੈਨੂੰ ਦੱਸ ਦਿਓ, ਨਹੀਂ ਤੇ ਫਰੰਟ ਸੀਟ ਤੇ ਸੋਣਾ ਮਨਾ ਹੈ, ਜੀ ਮੌਜੂਦ ਹਾਂ ਜੀ। ਕਿਉਂਕਿ ਤੁਸੀਂ ਇਹ ਗੱਲ ਫਿਰ ਅਗਾਂਹ ਬਿਆਨ ਵੀ ਕਰਨੀ ਹੁੰਦੀ ਹੈ, ਤੇ ਜੇ ਸੌਂ ਕੇ ਸੁਣੀਏ ਤੇ ਫਿਰ ਗੱਲ ਬਿਆਨ ਨਹੀਂ ਕਰਨੀ ਹੁੰਦੀ। जी जी जाग रहे थे। ਸੀਰਤੁਲ ਮਹਿਦੀ ਦੀ ਇੱਕ ਇਬਾਰਤ ਕਹਿੰਦਾ ਮੇਰੇ ਸਾਹਮਣੇ ਆਈ ਹੈ ਜਿਹਦੇ 'ਚ ਲਿਖਿਆ ਹੈ ਕਿ ਜਦੋਂ ਚਸ਼ਮਾ ਮਾਰਫਤ ਕਿਤਾਬ ਛਪ ਰਹੀ ਸੀ ਨਾ ਸੋਇਬ ਰਾਜਾ ਭਾਈ, ਤੇ ਉਦੋਂ ਖਾਜਾ ਕਮਾਲਦੀਨ ਆਇਆ। ਚਸ਼ਮਾ ਮਾਰਫਤ ਕਿਤਾਬ ਕਦੋਂ ਛਪੀ ਸੋਇਬ ਰਾਜਾ ਭਾਈ? 1908 ਵਿੱਚ। ਇਹ ਆਖਰੀ ਕਿਤਾਬਾਂ 'ਚੋਂ ਇੱਕ ਕਿਤਾਬ ਹੈ, ਜਿਲਦ ਨੰਬਰ 23 'ਚ ਕੱਲੀ ਕਿਤਾਬ ਹੀ ਹੈ ਮੇਰੇ ਖਿਆਲ। ਦੇਖਿਆ ਨਾ ਸੌਂ ਗਏ ਨੇ ਫਰੰਟ ਸੀਟ ਤੇ ਬੰਦੇ। ਬਹਰਹਾਲ नहीं मैं तो याद कर रहा हूँ 1908 से छपी है चश्मा मार्फत। चश्मा मार्फत 1908 नंबर 3 है और आखिरी किताबां चो एक ਕਿਤਾਬ ਹੈ। ਹਾਂ, ਕਹਿੰਦੇ ਖਾਜਾ ਕਮਾਲਦੀਨ ਆਇਆ ਤੇ ਉਹ ਖਾਜਾ ਕਮਾਲਦੀਨ ਬਾਅਦ ਵਿੱਚ ਲੋਰੀ ਗਰੁੱਪ 'ਚ ਸ਼ਾਮਲ ਹੋ ਗਿਆ ਸੀ, ਫੀਸ ਸ਼ੇਖ ਹੋਰਾਂ ਦੇ ਗਰੁੱਪ 'ਚ। ਕਹਿੰਦਾ ਖਾਜਾ ਕਮਾਲਦੀਨ ਆਇਆ ਤੇ ਉਹਨੇ ਆਖਿਆ ਬਈ ਇਹ ਜਿਹੜਾ ਇਹ ਵਾਹ ਵਾਲਾ ਕਿਤਾਬ ਉਹਨਾਂ ਮੰਨੋ, ਕਿਸੇ ਮੁਰੀਦ ਨੂੰ ਆਖਿਆ, ਮੀਰ ਮਹਿੰਦੀ ਹਸੈਨ ਉਹਦਾ ਨਾਂ ਹੈ, ਜਿਹਨੇ ਉਹਦੇ ਵਿੱਚ ਸੀਰਤੁਲ ਮਹਿਦੀ ਦੇ ਵਿੱਚ ਇਹ ਰਵਾਇਤ ਦਰਜ ਕੀਤੀ। ਮੀਰ ਮਹਿੰਦੀ ਹਸੈਨ ਨੂੰ ਕਹਿੰਦਾ ਹੈ ਕਿ ਇਹ ਵਾਹ ਵਾਲਾ ਉਹਨਾਂ ਕਿਤਾਬ ਮੈਨੂੰ, ਉਹਨੇ ਕਿਤਾਬ ਵੇਖੀ ਤੇ ਉਹਦੇ 'ਚ ਨਾ ਮਿਰਜ਼ਾ ਕਾਦੀਆਨੀ ਨੇ ਇੱਕ ਵਾਕਿਆ ਲਿਖਿਆ ਹੈ ਕਿਸੇ ਬੰਦੇ ਦੇ ਬਾਰੇ, ਤੇ ਉਹਦੇ ਬਾਰੇ ਐਜ਼ ਯੂਜੂਅਲ ਮਿਰਜ਼ਾ ਕਾਦੀਆਨੀ ਦੀ ਜਿਹੜੀ ਜ਼ੁਬਾਨ ਸੀ ਉਹ ਵੇਖ ਕੇ ਤੇ ਖਾਜਾ ਕਮਾਲਦੀਨ ਡਰ ਗਿਆ ਤੇ ਉਹਨੇ ਆਖਿਆ ਵੀ ਇਹ ਫਿਕਰਾ ਕੱਟ ਦਿਓ ਵਿੱਚੋਂ, ਇਹ ਫਿਕਰਾ ਕੱਟ ਦਿਓ ਵਿੱਚੋਂ। ਤੇ ਉਹਨੇ ਮੀਰ ਮਹਿੰਦੀ ਹਸੈਨ ਨੇ ਆਖਿਆ ਵੀ ਕਿਉਂ ਕੱਟ ਦਈਏ? ਉਹਨੇ ਆਖਿਆ ਵੀ ਇਹਦੇ ਤੇ ਹਤਕੇ ਇੱਜ਼ਤ ਦਾ ਦਾਵਾ ਹੋ ਜਾਏਗਾ, ਜਿਹੜਾ ਤੁਸੀਂ ਫਿਕਰਾ ਹਜ਼ਰਤ ਸਾਹਿਬ ਨੇ ਲਿਖਿਆ ਹੈ ਨਾ, ਇਹਦੇ ਉੱਤੇ ਕੇਸ ਹੋ ਜਾਏਗਾ। ਅੱਗੇ ਮੌਲਵੀ ਕਰਮਦੀਨ ਜੇਲਮੀ ਤੇ ਮਿਰਜ਼ਾ ਕਾਦੀਆਨੀ ਨੇ 1903 ਦੇ ਜਨਵਰੀ ਦੇ ਮਹੀਨੇ ਜਿਹੜੀ ਕਿਤਾਬ ਲਿਖੀ ਸੀ ਨਾ ਮਵਾਹਿਬ ਰਹਿਮਾਨ, ਉਹਦੇ 'ਚ ਇੱਕ ਐਸਾ ਹੀ ਲਫ਼ਜ਼ ਲਿਖਿਆ ਸੀ ਜਿਹਦੇ ਉੱਤੇ ਮੌਲਵੀ ਕਰਮਦੀਨ ਜੇਲਮੀ ਨੇ ਮੁਕੱਦਮਾ ਕਰ ਦਿੱਤਾ ਹਤਕੇ ਇੱਜ਼ਤ ਦਾ, ਤੇ 2 ਸਾਲ ਮਿਰਜ਼ਾ ਕਾਦੀਆਨੀ ਨੂੰ ਰਗੜਾ ਲੱਗਾ ਗੁਰਦਾਸਪੁਰ ਅਦਾਲਤ ਦਾ। 2 ਸਾਲ ਤੱਕ ਇਹ ਅਦਾਲਤ ਦੇ ਧੱਕੇ ਖਾਂਦਾ ਰਿਹਾ। ਉਹਦੀਆਂ ਤਰੀਖਾਂ ਪੈ ਜਾਂਦੀਆਂ ਸਨ, ਜਾਣਾ ਤਰੀਖ ਪੈ ਜਾਣੀ, ਜਾਣਾ ਉੱਥੇ ਮੁਕੱਦਮੇ ਦੀ ਸੁਣਵਾਈ ਨਾ ਹੋਣੀ, ਇੰਤਜ਼ਾਰ ਕਰ ਕਰਕੇ 2 ਸਾਲ ਬਾਅਦ ਫੈਸਲਾ ਹੋਇਆ ਸੀ ਕਿ ਹਾਂ ਵਾਕਈ ਇਹਨੇ ਉਹਦੀ ਹੱਦ ਤੱਕ ਕੀਤੀ ਹੈ ਔਰ ਉਹਦਾ ਇਹਨੂੰ ਲਾਇਬਿਲਿਟੀ ਦੇਣੀ ਪਵੇਗੀ। ਉਹ ਉਸ ਜ਼ਮਾਨੇ 'ਚ ਰਾਏ ਆਤਮਾ ਰਾਮ ਜੱਜ ਸੀ, ਡਿਸਟ੍ਰਿਕਟ ਸੈਸ਼ਨ ਜੱਜ ਗੁਰਦਾਸਪੁਰ। ਰਾਏ ਆਤਮਾ ਰਾਮ ਹਿੰਦੂ ਜੱਜ ਸੀ, ਜਿਹਦੇ ਚ 500 ਜੁਰਮਾਨਾ ਵੀ ਹੋਇਆ ਸੀ। ਹਾਂ, 500 ਰੁਪਇਆ ਜੁਰਮਾਨਾ ਜਾਂ 6 ਮਹੀਨੇ ਜੇਲ੍ਹ। ਉਹਨਾਂ ਕਿਹਾ ਜਾਂ ਇਹਨੂੰ ਜੇਲ੍ਹ ਲੈ ਜਾਓ 6 ਮਹੀਨੇ ਵਾਸਤੇ ਤੇ ਜਾਂ 500 ਰੁਪਇਆ ਨਗਦ ਜੁਰਮਾਨਾ। ਤੇ ਇਹਨੇ ਖਾਜਾ ਕਮਾਲਦੀਨ, ਇਹ ਇਹਦਾ ਵਕੀਲ ਸੀ, ਇਹਨੇ ਖਾਜਾ ਕਮਾਲਦੀਨ ਨੇ ਫਟੋਫਟ ਜੇਬ 'ਚੋਂ 500 ਰੁਪਇਆ ਕੱਢ ਕੇ ਹੱਥਕੜੀ ਲੱਗਣ ਤੋਂ ਬਚਾਇਆ ਸੀ। ਇਸ ਗੱਲੇ ਖਾਜਾ ਕਮਾਲਦੀਨ ਨੇ ਅਗਰ ਆ ਕੇ ਕਿਹਾ ਕਿ ਚਸ਼ਮਾ ਮਾਰਫਤ 'ਚੋਂ ਇਹ ਲਫ਼ਜ਼ ਹਟਾ ਦਿਓ, ਤੇ ਉਹਨੇ ਤਾਂ ਹੀ ਕਿਹਾ, ਉਹਨੇ ਕਿਹਾ ਅੱਗੇ ਇਹ ਜਿਹੜਾ 2 ਸਾਲ ਰਗੜਾ ਲੱਗਾ ਹੈ ਇਹ ਉਹਦੇ ਤੋਂ ਮਾਰ ਕੇ ਜਾਨ ਛੁੱਟੀ ਦੇ ਫਿਰ ਲੱਗੇ ਉਹ ਨਵਾਂ ਕੱਟਾ ਖੋਲਣ, ਇਹਨੂੰ ਹਟਾ ਦਿਓ ਲਫ਼ਜ਼ ਨੂੰ। ਤੇ ਮੀਰ ਮਹਿੰਦੀ ਹਸੈਨ ਕਹਿੰਦਾ ਹੈ ਵੀ ਮੈਂ ਆਖਿਆ ਕਿ ਨਬੀ ਦਾ ਲਿਖਿਆ ਲਫ਼ਜ਼ ਹੈ, ਮੈਂ ਨਹੀਂ ਮਿਟਾ ਸਕਦਾ। ਉਹਨੇ ਆਖਿਆ ਲਿਖਿਆ ਤੇ ਨਬੀ ਦਾ ਹੈ, ਪਰ ਵੇਖੀ ਪਰਚਾ ਹੋ ਜਾਣਾ ਹੀ। ਉਹਨੇ ਕਿਹਾ ਨਹੀਂ, ਮੈਂ ਨਹੀਂ ਮਿਟਾ ਸਕਦਾ। ਉਹਨੇ ਕਿਹਾ ਜਾ ਅੰਦਰ, ਤੂੰ ਨਹੀਂ ਮਿਟਾ ਸਕਦਾ ਤੇ ਹਜ਼ਰਤ ਸਾਹਿਬ ਨੂੰ ਮੇਰਾ ਸੁਨੇਹਾ ਦੇ ਕਿ ਇਹ ਲਫ਼ਜ਼ ਵਿੱਚੋਂ ਕੱਟ ਦਿਓ ਕਿਤਾਬ 'ਚੋਂ, ਜੇ ਨਾ ਕੱਟਿਆ ਤੇ ਇਹਦੇ ਤੇ ਪਰਚਾ ਹੋ ਜਾਏਗਾ। ਤੇ ਉਹ ਮੀਰ ਮੁਹੰਮਦ ਹੁਸੈਨ ਕਹਿੰਦਾ, ਮਹਿੰਦੀ ਹਸੈਨ ਕਹਿੰਦਾ ਵੀ ਮੈਂ ਮਿਰਜ਼ਾ ਕਾਦੀਆਨੀ ਨੂੰ ਜਾ ਕੇ ਇਹ ਗੱਲ ਕਹਿ ਵੀ ਨਹੀਂ ਸਕਦਾ। ਉਹਨੇ ਕਿਹਾ ਫਿਰ ਮੇਰੀ ਗੱਲ ਕਰਾ ਦੇ, ਮੈਂ ਖੁਦ ਕਹਿ ਲੈਣਾ ਵਾ। ਉਹ ਵਕੀਲ ਸੀ ਤੇ ਉਹਨੂੰ ਪਤਾ ਸੀ ਕਿ ਭੁਗਤਣਾ ਤੇ ਬਲਕਿ ਮੈਂ ਅਦਾਲਤ। ਉਹਨੇ ਕਿਹਾ ਮੇਰੀ ਗੱਲ ਕਰਾ ਦੇ ਮਿਰਜ਼ਾ ਕਾਦੀਆਨੀ ਨਾਲ ਤੂੰ। ਉਹ ਕਹਿੰਦਾ ਮੈਂ ਖੜਕਾਈ ਕੁੰਡੀ, ਅੰਦਰੋਂ ਆ ਗਿਆ ਮਿਰਜ਼ਾ ਕਾਦੀਆਨੀ ਤੇ ਉਹਨੇ ਆਖਿਆ ਹਾਂ ਵੀ ਕੀ ਗੱਲ ਹੈ? ਤੇ ਉਹਨੇ ਕਿਹਾ ਬਈ ਉਹ ਖਾਜਾ ਕਮਾਲਦੀਨ ਆਇਆ ਤੇ ਉਹ ਕਹਿੰਦਾ ਵੀ ਇਹ ਚਸ਼ਮਾ ਮਾਰਫਤ ਜਿਹੜੀ ਗੱਲ ਤੁਸੀਂ ਲਿਖੀ ਹੈ, ਲਫ਼ਜ਼ ਜਿਹੜੇ ਲਿਖੇ ਨੇ ਨਾ ਉਸ ਬੰਦੇ ਦੇ ਬਾਰੇ, ਇਹ ਕੱਟ ਦਿਓ। ਉਹਨੇ ਕਿਹਾ
ਮਿਰਜ਼ਾ ਕਾਦੀਆਨੀ ਨੇ ਕਿਹਾ, ਕੌਣ ਕਹਿੰਦਾ ਹੈ? ਖਾਜਾ ਕਮਾਲਦੀਨ ਕਹਿੰਦਾ ਉਹ ਖਾਜਾ ਕਮਾਲਦੀਨ ਬੇਵਕੂਫ ਹੈ, ਲਿਖਿਆ ਰਹਿਣ ਦੇ ਤੂੰ। ਉਹਨੇ ਕਿਹਾ ਹਜ਼ੂਰ ਉਹ ਕਹਿੰਦਾ ਹੈ ਕਿ ਲਫ਼ਜ਼ ਕੱਟ ਦਿਓ। ਉਹਨੇ ਕਿਹਾ ਖਾਜਾ ਕਮਾਲਦੀਨ ਬੁਜ਼ਦਿਲ ਹੈ। ਬੇਵਕੂਫ ਔਰ ਬੁਜ਼ਦਿਲ ਦੇ ਅਲਫਾਜ਼ ਇਹ ਦੋ ਨੇ ਲਫ਼ਜ਼ ਬੋਲੇ ਸਿੱਧੇ ਡਾਇਰੈਕਟ ਉਹਨੂੰ, ਸੌਰੀ ਖਾਜਾ ਕਮਾਲਦੀਨ ਖੁਦ ਅੱਗੇ ਹੋਇਆ ਦਰਵਾਜ਼ੇ ਤੇ, ਕਿਉਂਕਿ ਉਹਨੇ ਤਾਂ ਕਿਹਾ ਮੈਂ ਨਹੀਂ ਕਹਿਣਾ ਉਹਨੂੰ ਮਿਰਜ਼ਾ ਕਾਦੀਆਨੀ ਨੇ ਸੁਨੇਹਾ ਨਹੀਂ ਦੇਣਾ, ਤੇ ਉਹਨੇ ਕਿਹਾ ਤੂੰ ਕੁੰਡੀ ਖੜਕਾ ਦੇ, ਮੈਂ ਗੱਲ ਕੁੰਡੀ ਖੜਕਾਈ ਤੇ ਖਾਜਾ ਕਮਾਲਦੀਨ ਡਾਇਰੈਕਟ ਅੱਗੇ ਹੋ ਗਿਆ ਤੇ ਉਹਨੇ ਕਿਹਾ ਤੂੰ ਬੁਜ਼ਦਿਲ ਹੈ ਤੇ ਤੂੰ ਬੇਵਕੂਫ ਹੈ, ਜੋ ਮੈਂ ਲਿਖਿਆ ਮੈਂ ਸਹੀ ਲਿਖਿਆ। ਪਤਾ ਉਸ ਸਟੇਸ਼ਨ ਤੇ ਉਹਨੇ ਆਖਿਆ ਸੀ मुंशी अब्दुल करीम सियालकोटी ने कि हज़रत साहब बीबी साहिबा को बिठा दें एक साइड पे, तो उन्होंने कहा चल दौड़ा तू, हम इस पर्दे के कायल नहीं हैं, इस तरह के पर्दे के। तो वो बुलियां बना के पिछा आ गया। इस तरह खाजा कमालदीन भी अगा होया तो उन्हें अगू छित्र फेरिया। नहीं आमर भाई उन्हें किया हम ऐसे पर्दे के कायल नहीं है, तो सही नहीं बोले हम ऐसे पर्दे के कायल नहीं। हाँ, उन्हें कहा हम ऐसे पर्दे के कायल नहीं है। वो आ गया पीछे ਤੇ ਇਸੇ ਤਰ੍ਹਾਂ ਹੀ ਖਾਜਾ ਕਮਾਲਦੀਨ ਨੇ ਵੇਗਾ ਹੋ ਕੇ ਤੇ ਖੈਰ ਪਵਾ ਲਿਆ ਤੇ ਉਹ ਪਿੱਛੇ ਆ ਗਿਆ। ਇਹ ਗੱਲ ਮੀਰ ਮਹਿੰਦੀ ਹੁਸੈਨ ਨੇ ਸੀਰਤੁਲ ਮਹਿਦੀ 'ਚ ਲਿਖੀ ਹੈ ਤੇ ਇਹਨੂੰ ਵੇਖ ਕੇ ਤੇ ਉਹ ਲਾਹੌਰੀ ਗਰੁੱਪ ਦਾ ਚੌਧਰੀ ਇਸਮਾਈਲ ਆਂਦਾ ਹੈ ਬਈ ਗੱਲ ਇਹ ਵੇ ਕਿ ਇਹ ਰਵਾਇਤ ਸਹੀ ਨਹੀਂ ਹੈ। ਇਹ ਰਵਾਇਤ ਜਿਹੜੀ ਸੀਰਤੁਲ ਮਹਿਦੀ 'ਚ ਤੁਸੀਂ ਲਿਖਦੇ ਪਏ ਹੋ ਨਾ, ਮੈਂ ਦੇਖੀ ਹੈ, ਇਹ ਸਹੀ ਨਹੀਂ ਹੈ। ਕਿਉਂ? ਕਹਿੰਦਾ ਅਸਲ ਵਜ੍ਹਾ ਇਹ ਵੇ ਕਿ ਸੀਰਤੁਲ ਮਹਿਦੀ ਵਿੱਚ ਇਹ ਰਵਾਇਤ ਇਸ ਗੱਲ ਠੀਕ ਨਹੀਂ ਹੈ ਕਿ ਹਜ਼ਰਤ ਸਾਹਿਬ ਕੋਲੋਂ ਤਵੱਕੋ ਨਹੀਂ ਹੈ, ਜਿਹੜਾ ਵੀ ਬੰਦਾ ਹਜ਼ਰਤ ਸਾਹਿਬ ਦੇ ਅਖਲਾਕ ਫਾਜ਼ਲਾ ਨੂੰ ਜਾਣਦਾ ਹੈ, ਇਹ ਲਫ਼ਜ਼ ਲਿਖੇ ਨੇ, ਜਿਹੜਾ ਵੀ ਬੰਦਾ ਮਿਰਜ਼ਾ ਸਾਹਿਬ ਦੇ ਅਖਲਾਕ ਫਾਜ਼ਲਾ ਤੋਂ ਵਾਕਿਫ ਹੈ ਨਾ, ਉਹ ਇਹ ਮੰਨ ਹੀ ਨਹੀਂ ਬੋਲਣਾ ਅਖਲਾਕ ਫਾਜ਼ਲਾ। ਕਹਿੰਦਾ ਚੌਧਰੀ ਮੁਹੰਮਦ ਇਸਮਾਈਲ ਕਹਿੰਦਾ ਹੈ ਕਿ ਇਹ ਜਿਹੜੇ ਅਲਫਾਜ਼ ਨੇ ਇਹ ਸਾਡੇ ਹਜ਼ਰਤ ਮਿਰਜ਼ਾ ਸਾਹਿਬ ਬੋਲ ਹੀ ਨਹੀਂ ਸਕਦੇ ਹਨ ਕਿ ਤੂੰ ਬੇਵਕੂਫ ਹੈ, ਤੂੰ ਬੁਜ਼ਦਿਲ ਹੈ, ਕਿਉਂਕਿ ਹਜ਼ਰਤ ਸਾਹਿਬ ਦਾ ਅਖਲਾਕ ਹੀ ਇਸ ਤਰ੍ਹਾਂ ਦਾ ਨਹੀਂ ਸੀ। ਉਹ ਮੈਂ ਰਾਤੀ ਪੜ੍ਹ ਕੇ ਨਾ ਤੇ ਮੈਂ ਕਿਹਾ ਵੀ ਮੈਨੂੰ ਨੀਂਦਰ ਆਈ ਹੈ ਤੇ ਸੌਂ ਜਾਂ ਤੇ ਸਵੇਰੇ ਗੱਲ ਬਿਆਨ ਕਰ ਲਾਂਗੇ। ਬਈ ਜੇ ਜ਼ਿੰਦਗੀ ਨੇ ਵਫਾ ਕੀਤੀ ਤੇ ਸੁਬਾਹ ਬਿਆਨ ਕਰ ਦਿਆਂਗੇ। ਬਈ ਇਹ ਮਿਰਜ਼ਾਈਆਂ ਦੇ ਆਪਣੇ ਮਿਰਜ਼ਾ ਕਾਦੀਆਨੀ ਦੇ ਬਾਰੇ ਖਿਆਲਾਤ ਨੇ, ਇਹ ਅਕੀਦਤ ਹੈ, ਬਾਵਜੂਦ ਇਸ ਦੇ ਕਿ ਮਿਰਜ਼ਾ ਕਾਦੀਆਨੀ ਖੁਦ ਕਹਿੰਦਾ ਹੈ, ਸਫਾ ਨੰਬਰ 236 रूहानी खजाइन जिल्द 12 कहता है पस मैं कसम खाता हूँ फ़उक़सिमु लौला खशियतिल्लाह कि अगर खुदा का खौफ ना होता वल हया और हया ना होता, फ़उक़सिम लौला खशियतिल्लाह वल हया, कसम खा के कहता हूँ अगर खुदा का खौफ और हया ना होता तो मैं तुझे गालियों से फना कर देता। ਇਹ ਜੇ ਦੇ ਖਲਾਕੇ ਫਾਜ਼ਲਾ ਜਿਹੜਾ ਆਪ पे आंदा है कि लाउज़माउत उन उफनीक सबन व अदहक कि मैं इरादा करदा ਤੇ ਤੈਨੂੰ ਗਾਲੀਆਂ ਨਾਲ ਫਨਾ ਕਰਕੇ ਰੱਖ ਦਿੰਦਾ। ਜਿਹੜਾ ਆਪ ਪਿਆ ਕਹਿੰਦਾ ਹੈ ਕਿ ਮੈਂ ਗਾਲਾਂ ਨਾਲ ਤੈਨੂੰ ਫਨਾ ਕਰਕੇ ਰੱਖ ਦਿੰਦਾ, ਉਹਦੇ ਬਾਰੇ ਮਿਰਜ਼ਾਈਆਂ ਦੇ ਇਤਕਾਦ ਦੇਖੋ, ਅਕੀਦਤ ਵੇਖੋ, ਸੋਚ ਵੇਖੋ ਕਿ ਇਹ ਕਹਿੰਦੇ ਨੇ ਕਿ ਮਿਰਜ਼ਾ ਸਾਹਿਬ ਦਾ ਅਖਲਾਕ ਫਾਜ਼ਲਾ ਇਸ ਤਰ੍ਹਾਂ ਦਾ ਨਹੀਂ ਕਿ ਉਹ ਕਿਸੇ ਨੂੰ ਕਹਣ ਕਿ ਤੂੰ ਬੇਵਕੂਫ ਹੈ, ਤੂੰ ਬੁਜ਼ਦਿਲ ਹੈ। ਹਾਲਾਂਕਿ ਮਿਰਜ਼ਾ ਕਾਦੀਆਨੀ ਨੇ ਇਸੇ ਹੀ ਰੂਹਾਨੀ ਖਜ਼ਾਇਨ ਜਿਲਦ 12 ਸਫਾ 231 ਦੇ ਉੱਤੇ ਲਿਖਿਆ ਹੈ ਕਿ ਅਗਰ 231 ਤੇ 236 ਤੇ ਇਹ ਲਿਖਿਆ ਨਾ ਕਿ ਅगर खुदा का खौफ और या ना होता तो मैं तुझे गालियों से फना कर देता। तो 231 सफ़े ते लिखे है व तुस्मे मिन्नी कुल्लन सब्बिन तुरीदो, जो गाली तू देना चाहेगा वही हमसे सुनेगा, जो गाली देगा वही मुझसे सुनेगा। लो जी, जेड़ा बंदा दूजे नूं ये पिआंदा है कि तू जो गाल मैनू कढ़ेगा ਉਹੀ मैं तुहानूं लुटांदा। और एक और किताब है इन्हां दी, वो अल हुदा मेरे ख्याल रसाला, ਉਹਦੇ ਚ लिखे है इन्नमा नरुद्दु सब साबीना अला वजूहिहिम, कि जो
जो गालियां तू देते हो मैं तुम्हारे मुंह की तरफ लौटा देता हूँ। गालियां तो ਲੋਕਾਂ ਨੂੰ ਦਿੰਦਾ ਸੀ। ਇਹ ਹੁਣ ਰਹਿ ਗਿਆ ਦਾਵਾ ਕਿ ਹਜ਼ਰਤ ਸਾਹਿਬ ਸਿਰਫ ਉਹ ਗਾਲੀ ਦਿੰਦੇ ਸੀ ਜਿਹੜੀ ਗਾਲੀ ਲੋਕ ਉਹਨਾਂ ਨੂੰ ਦਿੰਦੇ ਸੀ। ਇਹ ਰਹਿ ਗਈ। ਬਾਕੀ ਤਾਂ ਮਸਲਾ ਹੋ ਗਿਆ, ਗਾਲਾਂ ਤਾਂ ਕਲੀਅਰ ਹੋ ਗਿਆ, ਗਾਲਾਂ ਕੱਢਦੇ ਸੀ। इखलाक फाजला ਤੇ पता लग गया कि इखलाक फाजला ए ने। अमर भाई ये भी तो है ना, जो हमारी फतह का कायल नहीं है, जो हमारी फतह का कायल नहीं है, बेफजूल ही ਹੁਣ ਉਹਦਾ ਪੁੱਤਰ ਵੀ ਤੇ ਫਤਹ ਦਾ ਕਾਇਲ ਨਹੀਂ ਨਾ ਹੈ। ਕੀ ਨਾਂ ਸੀ ਉਹਦੇ ਪੁੱਤਰ ਦਾ? ਹਾਂ ਹਾਂ, ਉਹ ਮੈਂ ਉਹੀ ਹੁਣ ਅਗਲੀ ਗੱਲ ਉਹੀ ਦੱਸਣ ਲੱਗਾ ਕਿ ਜੀ ਜਿਹੜਾ ਤੁਸੀਂ ਇਖਲਾਕ ਫਾਜ਼ਲਾ ਬਿਆਨ ਕੀਤਾ ਹੈ, ਇਹਦੇ ਨਾਲ ਉਹਨਾਂ ਨੇ ਫਰਮਾਇਆ ਜਨਾਬ ਤੂੰ ਜੋ ਗਾਲੀ ਮੁਝੇ ਦੇਗਾ ਵਹੀ ਮੁਝਸੇ ਸੁਨੇਗਾ। ਤੇ ਇਹ ਇਖਲਾਕ ਫਾਜ਼ਲਾ ਦਾ ਮਿਆਰ ਹੈ ਜੀ ਹਾਂ, ਇਹਨੂੰ ਹੀ ਉਹਨਾਂ ਇਖਲਾਕ ਫਾਜ਼ਲਾ ਰੱਖਿਆ ਨਾ। ਇਸ ਬੰਦੇ ਦੇ ਬਾਰੇ ਮੈਂ ਤੇ ਹੈਰਾਨ ਹੋਇਆ ਵਾਂ। ਉਹਦੀ ਚੌਧਰੀ ਇਸਮਾਈਲ ਦੀ ਗੱਲ ਪੜ੍ਹ ਕੇ ਮੈਂ ਹੈਰਾਨ ਹੋਇਆ। ਉਹ ਕਹਿੰਦਾ ਹੈ ਕਿ ਜਿਹੜਾ ਹਜ਼ਰਤ ਸਾਹਿਬ ਦੇ ਇਖਲਾਕ ਫਾਜ਼ਲਾ ਤੋਂ ਵਾਕਿਫ ਹੈ ਉਹ ਇਸ ਰਵਾਇਤ ਨੂੰ ਸਹੀ ਨਹੀਂ ਮੰਨ ਸਕਦਾ, ਸੀਰਤੁਲ ਮਹਿਦੀ ਦੀ ਰਵਾਇਤ ਨੂੰ, ਜਿਹੜੀ ਇਹਨਾਂ ਨੇ ਲਿਖੀ ਹੈ ਕਿ ਬਈ ਉਹਨੇ ਆਖਿਆ ਕਿ ਤੂੰ ਬੇਵਕੂਫ ਹੈ, ਤੂੰ ਬੁਜ਼ਦਿਲ ਹੈ। ਇਹ ਗੱਲ ਉਹ ਕਹਿ ਨਹੀਂ ਸਕਦਾ, ਕਿਉਂ? ਉਹਦਾ ਇਖਲਾਕ ਫਾਜ਼ਲਾ ਬੜਾ ਫਾਜ਼ਲ ਸੀ। ਇਹ ਇਖਲਾਕ ਫਾਜ਼ਲਾ ਹੈ। ਔਰ ਇਹ ਤੇ ਹੋ ਗਿਆ ਉਹ ਜਿਹੜਾ ਉਹ ਕਹਿੰਦਾ ਕਿ ਮੈਂ ਉਹ ਗਾਲੀ ਦੂੰਗਾ ਜੋ ਤੂੰ ਦੇਗਾ। ਲੇਕਿਨ ਇਹ ਤੇ ਗਾਲੀ ਜਿਹੜੀ ਏ ਇਹ ਸੁਣ ਲਿਓ, ਇਹਦੇ 'ਚ ਤੇ ਅਗਲੇ ਬੰਦੇ ਨੇ ਗਾਲੀ ਦਿੱਤੀ ਨਹੀਂ। ਰਵਾਨੀ ਖਜ਼ਾਨ ਜਿਲਦ 11 ਤੇ ਸਫਾ ਇਸ ਵੇਲੇ ਮੇਰੇ ਸਾਹਮਣੇ ਨਹੀਂ ਹੈ। ਆ ਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲ ਖਿਜ਼ਯ ਯਾ ਇਬਨ ਅਲ ਬਗਾ। ਐ ਇਬਨ ਬਗਾ, ਐ ਕੰਜਰੀ ਦੇ ਬੱਚਿਆ, ਤੂੰ ਮੈਨੂੰ ਆਪਣੀ ਖਬਾਸਤ ਨਾਲ ਬੜੀ ਅਜ਼ੀਅਤ ਦਿੱਤੀ। ਆ ਜ਼ੈਤਨੀ ਖੁਬਸਨ, ਤੂੰ ਆਪਣੀ ਜਿਹੜਾ ਤੁਸੀਂ ਤਰਜਮਾ ਕਰ ਰਹੇ ਹੋ ਉੱਥੇ ਥੱਲੇ ਜਿਹੜਾ ਨਾ ਉਹ ਕੰਜਰੀ ਦੇ ਬੱਚੇ ਨਹੀਂ ਲਿਖਿਆ। ਲੇਕਿਨ ਜਦੋਂ ਮਰਜ਼ਈਆ ਨੂੰ ਪੁੱਛਿਆ ਨਾ ਕਿ ਜਨਾਬ ਇੱਥੇ ਇਬਨ ਬਗਾ ਦਾ ਤਰਜਮਾ ਖਾ ਗਏ ਨੇ, ਤੇ ਕਹਿੰਦਾ ਅਸਲ 'ਚ ਇਬਨ ਬਗਾ ਦਾ ਤਰਜਮਾ ਖਾਲਿਦ ਇਬਨ ਵਲੀਦ ਦੀ ਗੱਲ ਕਰ ਰਹੇ, ਜ਼ਲੀਲ ਵੀ ਹੁੰਦਾ। ਤੇ ਮੈਂ ਕਿਹਾ ਤਰਜਮਾ ਤੇ ਇਹ ਹੋਣਾ ਚਾਹੀਦਾ ਕਿ ਜ਼ਿਲਤ ਦੀ ਮੌਤ ਮਰੇਗਾ ਜ਼ਲੀਲ ਇਨਸਾਨ। ਕਹਿੰਦਾ ਨਹੀਂ, ਜ਼ਿਲਤ ਅਗਰ ਇੱਕ ਦਫਾ ਵੀ ਜੁਮਲੇ 'ਚ ਆ ਜਾਏ ਔਰ ਮੁਤਰਜਮ ਦੇ ਨਜ਼ਦੀਕ ਅਗਰ ਜਿਹੜਾ ਉਹ ਇੱਕ ਹੀ ਮਾਇਨੇ ਹੋਏ ਤੇ ਫਿਰ ਉਹ ਇੱਕ ਹੀ ਲਫ਼ਜ਼ ਦੇ ਉੱਤੇ ਵੀ ਕੰਮ ਚੱਲ ਸਕਦਾ। ਇਹਦਾ ਕੀ ਹੁਣ ਬੰਦਾ ਜਵਾਬ ਦੇਵੇ ਇਹੋ ਜਿਹਾ ਰਾਬਜ਼ਤੀ? ਨਹੀਂ, ਪਹਿਲੀ ਗੱਲ ਤੇ ਇਹ ਵੇ ਕਿ ਉਹ ਜਿਹੜਾ ਮੈਂ ਪੇਸ਼ ਕਰ ਰਿਹਾ ਉਹਦੇ ਤੇ ਥੱਲੇ ਤਰਜਮਾ ਲਿਖਿਆ। ਹੁਣ ਤੁਸੀਂ ਕਹਿੰਦੇ ਹੋ ਤਾਂ ਕੱਢ ਕੇ ਵੇਖ ਲੈਂਦੇ ਆ। ਉਹਦੇ ਥੱਲੇ ਤਰਜਮਾ ਲਿਖਿਆ ਜਿਹੜੀ 11ਵੀਂ ਜਿਲਦ ਹੈ ਨਾ, ਜਿਹੜਾ ਇਹ ਲਫ਼ਜ਼ ਹੈ ਇਹ ਉਹਨੇ ਕਿਹਾ ਸੀ। ਅੱਜ ਛੁੱਟੀ ਸੀ ਨਾ, ਦੁੱਧ ਪੀ ਲਿਆ ਤੇ ਅੱਲਾ ਖੈਰ ਹੀ ਕਰੇ। ਗਲਾ ਜਿਹੜਾ ਨਾ ਉਹ ਖੰਡ ਖਾਓ, ਖੜਖੜ ਕਰ ਰਿਹਾ ਨਾ। ਨਹੀਂ, ਮੈਂ ਦੁੱਧ ਪੀਤਾ ਵੈਸੇ ਹੀ, ਉਹ ਪੂਰਾ ਹਫਤਾ ਜਾਬ ਤੇ ਸੀ ਤੇ ਮੌਕਾ ਹੀ ਨਹੀਂ ਮਿਲਿਆ। ਮੈਂ ਹੁਣ ਤੁਹਾਨੂੰ ਸਫਾਈ ਕੱਢ ਕੇ ਦੇਣ ਲੱਗਾ। ਪਰ ਭਾਈ ਦੁੱਧ ਵੀ ਦੋ ਕਿਸਮ ਦੇ ਹੁੰਦੇ ਨਾ, ਕਾ ਧਿਆਨ ਦੇ ਬੰਦੇ ਵੀ ਤੇ ਦੁੱਧ ਦਿੰਦੇ ਨਾ, ਕੀ ਕਰਦੇ ਹੋ ਹੁਣ? ਇਹ ਤੇ ਟੌਪਿਕ ਚੇਂਜ ਹੋ ਜਾਂਦਾ। ਨਹੀਂ, ਉਧਰ ਨੂੰ ਟੌਪਿਕ ਲੈ ਕੇ ਜਾਓ। ਇਹ ਆ ਗਿਆ ਜੀ ਅੰਜਾਮੇ ਆਤਮ, ਸਫਾ ਇਹਦਾ 282 ਹੋਣਾ ਚਾਹੀਦਾ। ਲਓ ਜੀ, ਇੱਥੇ ਤੇ ਲਿਖਿਆ ਤਰਜਮਾ, ਐ ਨਸਲੇ ਬਦਕਾਰ। ਮੈਂ ਕੈਮਰਾ ਆਨ ਕਰਕੇ ਵਿਖਾ ਦੇਵਾਂ। ਨਹੀਂ, ਮੈਂ ਖੋਲ ਰਿਹਾ ਆ ਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲ ਖਿਜ਼ਯ ਯਾ ਇਬਨ ਬਗਾ। 282 ਫਾਰਸੀ ਵਿੱਚ ਤਰਜਮਾ ਲਿਖਿਆ ਹੈ, मेरा बखबासत खुद ईज़ा दादी पस मनसादक नीम अगर तू ए नस्ल बदकार इन बजिल्लत नमीरी। फारसी च लिखे है, लेकिन नस्ल बदकार फारसी च भी लिखे है तो पता लग जाता फारसी च नस्ल बदकार किनू कहंदे ने। ਕਿਹੜੀ ਲਾਈਨ ਹੈ ਅਜ਼ਤ? लाइन होगी उतों 6वीं 7वीं 8वीं 1 2 4 6 8 8वीं लाइन। अगर तो नस्ल बदकार बदलत, हाँ ओके, ऐसे लिखे। स्क्रीनशॉट चाहिए था लाजम। नहीं वो जिस तरह मुश्तजनी दा फारसी ਦਾ ਤਰਜਮਾ ਚੁੱਕ ਕੇ ਲਾਇਆ ਕੱਲ, ਤੇ ਇਹ ਉਹ ਨਸਲ ਬਦਕਾਰ ਫਾਰਸੀ ਦੇ ਅੰਦਰ ਕਿਸੇ ਹੋਰ ਸ਼ੈ ਨੂੰ ਕਹੀ ਨੇ। ਇੱਥੇ ਤੇ ਤਰਜਮਾ ਨੂੰ ਕੀਤੇ ਹੈ। ਹੋਰ ਵੀ ਜਿਹੜਾ ਨਾ ਜ਼ੁਰੀਅਤੁਲ ਬਗਾਇਆ ਦਾ ਤਰਜਮਾ ਕਿਤਾਬ ਦੇ ਵਿੱਚ ਮੈਂ ਤੁਹਾਨੂੰ ਦਰਜਨ ਜਗ੍ਹਾ ਤੇ ਵਿਖਾ ਸਕਣਾ ਕਿ ਉਹਨੇ ਬਾਜ਼ਾਰੀ ਔਰਤਾਂ, ਜ਼ੰਨੇ ਬਾਜ਼ਾਰਾਂ, ਫਾਹਿਸ਼ਾ ਔਰਤਾਂ, ਨਸਲੇ ਬਦਕਾਰਾਂ, ਇਹ ਉਹਦੇ ਆਪਣੇ ਤਰਜਮੇ ਨੇ। ਉਹਨੇ ਜਗ੍ਹਾ ਜਗ੍ਹਾ ਦੇ ਉੱਤੇ ਕੀਤੇ ਹੈ ਤਰਜਮਾ। ਬਾਰਕੈਫ ਉਹ ਜਿਹੜਾ ਇਹ ਤੇ ਸਾਦੁੱਲਾ ਲੁਧਿਆਨਵੀ ਰਹਿਮਹੁੱਲਾ ਨੂੰ ਕਿਹਾ ਸੀ ਨਾ। ਸਾਦੁੱਲਾ ਲੁਧਿਆਨਵੀ
ਇੱਕ ਹਿੰਦੂ ਸਨ ਪਹਿਲੇ ਪੈਦਾਇਸ਼ੀ ਤੌਰ ਤੇ, ਯਾਨੀ ਹਿੰਦੂਆਂ ਦੇ ਘਰ ਪੈਦਾ ਹੋਏ ਸਨ, ਲੇਕਿਨ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਸੀ। ਉਹ ਕੋਈ ਨਜ਼ਮਾਂ ਲਿਖਦੇ ਸਨ ਤੇ ਦੱਸਦੇ ਸਨ ਵੀ ਇਹ ਫਰਾਡੀ ਆਦਮੀ, ਧੋਖੇਬਾਜ਼ ਆਦਮੀ ਹੈ ਤੇ ਮੁਸਲਮਾਨਾਂ ਨੂੰ ਲੁੱਟ ਰਿਹਾ ਹੈ। ਤੇ ਉਹਨਾਂ ਨੂੰ ਡਾਇਰੈਕਟ ਗਾਲੀ ਦਿੱਤੀ ਹੈ, ਆ ਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲ ਖਿਜ਼ਯ ਯਾ ਇਬਨ ਬਗਾ। ਉਹ ਜਿਹੜਾ ਤੁਸੀਂ ਕਹਿ ਰਹੇ ਹੋ ਜਿਹਦਾ ਤਰਜਮਾ ਨਹੀਂ ਕੀਤਾ, ਉਹ ਆਇਨਾ ਕਮਾਲਾ ਤੇ ਇਸਲਾਮ ਦਾ। नहीं मैंने जिस तक याद कर सेम अल्फाज ही ने कि तू मैनू बड़ी अजियत दी है कि जे तू जलालत दी मौत ना मरिया हरामजादिया, हाँ तो मैं सादक नहीं होवांगा। हाँ बिल्कुल यही है। ਇਹਦਾ ਤਰਜਮਾ ਤਾਂ ਕੀਤਾ ਥੱਲੇ ਫਾਰਸੀ ਦੇ ਵਿੱਚ ਤੁਹਾਡੇ ਸਾਹਮਣੇ ਕੀਤਾ, ਜਿਹਦਾ ਤਰਜਮਾ ਨਹੀਂ ਕੀਤਾ। ਹਾਂ ਇਹਦਾ ਸੇਮ ਐਸੇ ਗੱਲ ਦਾ ਜਿੱਥੇ ਤਰਜਮਾ ਨਹੀਂ ਕੀਤਾ ਨਾ, ਉਹ ਮੈਂ ਦੱਸ ਦੇਣਾ। ਜਿੱਥੇ ਤਰਜਮਾ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਇਹ ਵੀ ਦੱਸ ਦੇਣਾ ਮੈਂ, ਕੀ ਯਾਦ ਕਰੋਗੇ। ਇਸੇ ਹੀ ਗੱਲ ਨੂੰ ਫਿਰ ਕੋਡ ਕੀਤਾ ਹੈ ਹਕੀਕਤੁਲ ਵਹੀ ਦੇ ਤਤਿਮੇ 'ਚ ਜਾ ਕੇ 446 ਸਫੇ ਤੇ। ਖੋਲੋ ਹਵਾਲਾ ਹੁਣ ਖੋਲੋ। ਰੂਹਾਨੀ ਖਜ਼ਾਇਨ ਜਿਲਦ 22 ਦੇ ਵਿੱਚ ਹਕੀਕਤੁਲ ਵਹੀ ਕੱਲੀ ਕਿਤਾਬ ਹੈ, 22ਵੀਂ ਜਿਲਦ ਵਿੱਚ 446 ਪੇਜ ਖੋਲੋ। ਤਤਿਮਾ ਹਕੀਕਤੁਲ ਵਹੀ ਉਹਦੀ 2 4 6ਵੀਂ ਲਾਈਨ, ਆ ਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲ ਖਿਜ਼य या इब्ने बगा। ਇਹਦਾ ਉਰਦੂ ਚ ਤਰਜਮਾ ਥੱਲੇ ਲਿਖਿਆ ਹੈ, तूने अपनी खबासत से मुझे बहुत दुख दिया, बस मैं सच्चा नहीं हूँ अगर जिल्लत के साथ तेरी मौत ना हो। इब्ने बगा ਦਾ ਤਰਜਮਾ ਹੀ ਕੋਈ ਨਹੀਂ ਕੀਤਾ, ਕਿਉਂ ਨਹੀਂ ਕੀਤਾ? ਇਹ ਮੇਰੇ ਕੋਲ ਵੀ ਮੌਜੂਦ ਸੀ। ਹਾਂ ਜਦੋਂ ਰੱਖਿਆ ਨਾ ਕਹਿ ਕੇ ਬਈ ਇਹ ਤਾਂ ਇਬਨ ਬਗਾ ਦਾ ਤਰਜਮਾ ਜ਼ਲੀਲ ਵੀ ਹੁੰਦਾ ਤੇ ਇੱਥੇ ਜਿਹੜਾ ਉੱਥੇ ਜ਼ਲੀਲ ਆ ਗਿਆ ਤੇ ਇੱਕ ਹੀ ਦਫਾ ਹੋ ਜੇ ਤੇ ਫਿਰ ਉਹ ਵੀ ਕਾਫੀ ਹੋ ਜਾਂਦਾ। ਨਹੀਂ 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 ਨਹੀਂ, ਇਹ ਤਾਂ ਫਰਾਡ ਹੈ ਤੇ ਝੂਠ ਹੈ। ਜਿਹੜਾ ਨਾ ਜ਼ਲੀਲ ਜ਼ਿਲਤ ਲਫ਼ਜ਼ ਇਲਮ ਤਮੁਤ ਬਿਲ ਖਿਜ਼ਯ ਵਿੱਚ ਆ ਗਿਆ, ਮੈਂ ਸੱਚਾ ਨਹੀਂ ਆ, ਫਲਸਤ ਬਿਸਾਦਕ ਮੈਂ ਸੱਚਾ ਨਹੀਂ ਆ, ਇਲਮ ਤਮੁਤ ਅਗਰ ਤੂੰ ਨਾ ਮਰਿਆ ਬਿਲ ਖਿਜ਼ਯ ਜ਼ਿਲਤ ਨਾਲ। ਯਾ ਇਬਨ ਅਲ ਬਗਾ ਦਾ ਤਰਜਮਾ ਲੈਦਾ ਲਿਖਣਾ ਨਾ, ਨਹੀਂ ਸਮਝ ਆਈ ਗੱਲ? जी जी मैंने समझ आ गई, मैं बहुत गल कर चुकी हूँ, लेकिन हाँ पेंचर की आंदा भाईजान ने जनाब। मैं क्या फिर इस तर्जमा तो होना चाहिए तू जिल्लत दी मौत मरेगा जलील इंसान, लेकिन हाँ ये तर्जमा भी नहीं है। तो कहते नहीं वो मायने नहीं रखती, वो मायने नहीं रखती साडे के नजदीक एक ही शहर। नहीं 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 आराम जिंदगी नहीं ਉਹਨੂੰ ਉਹ 11ਵੀਂ ਜਿਲਦ ਵਾਲਾ ਪੇਸ਼ ਕਰੋ ਨਾ। ਇਹਦਾ ਦੱਸੋ, ਮੈਂ ਦੱਸਣਾ ਕਿਉਂ ਨਹੀਂ ਹੱਥ ਕੀਤਾ ਤਰਜਮਾ। ਉਹ ਕਿਤਾਬ ਲਿਖੀ ਸੀ 1896 ਚ, ਜਿਹੜਾ ਮੈਂ ਤੁਹਾਨੂੰ ਪਹਿਲੇ ਪੇਸ਼ ਕੀਤਾ 11ਵੀਂ ਜਿਲਦ ਵਾਲੀ। ਉਦੋਂ ਜਦੋਂ ਇਹ ਗਾਲ ਕੱਢੀ ਸਾਦੁੱਲਾ ਲੁਧਿਆਣਵੀ ਨੂੰ ਤੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਤੜਪ ਉੱਠੇ ਕਿ ਜ਼ਾਲਮ ਆਦਮੀ, ਤੂੰ ਉਹਦੀ ਮਾਂ ਨੂੰ ਗਾਲ ਕੱਢੀ ਹੈ। ਦਾਵਾ ਤੇਰਾ ਮਸੀਹ ਮਊਦ ਹੋਣ ਦਾ ਤੇ ਨਬੂਵਤ ਦਾ, ਤੇ ਤੇਰਾ ਕਸੂਰ ਅਗਰ ਕੀਤਾ ਹੈ ਤੇ ਸਾਦੁੱਲਾ ਲੁਧਿਆਣਵੀ ਨੇ ਕੀਤਾ ਹੈ ਨਾ, ਤੂੰ ਉਹਨੂੰ ਜੋ ਕਹਿਣਾ ਕਹਿ ਲੈ, ਉਹਦੀ ਮਾਂ ਨੂੰ ਤੇ ਗਾਲ ਨਾ ਕੱਢ। ਤੂੰ ਉਹਦੀ ਮਾਂ ਨੂੰ ਗਾਲ ਕੱਢੀ ਹੈ, ਕੱਲ ਕਿਆਮਤ ਦਾ ਦਿਨ ਹੋਏਗਾ, ਤੇਰਾ ਗਿਰਬਾਨ ਹੋਏਗਾ ਤੇ ਸਾਦੁੱਲਾ ਲੁਧਿਆਣਵੀ ਦੀ ਵਾਲਦਾ ਦਾ ਹੱਥ ਹੋਏਗਾ। ਨਹੀਂ ਉੱਥੇ ਵੀ ਤਰਜਮਾ, ਉੱਥੇ ਵੀ ਜਦੋਂ ਬੰਦਾ ਖਾਂਦਾ ਨੇ ਬਈ ਇਹ ਬਦਕਾਰ ਔਰਤਾਂ ਦੀ ਔਲਾਦ ਹੈ ਤੇ ਉੱਥੋਂ ਕਹਿ ਰਹੇ ਨੇ ਜੀ ਉਹ ਦੀਨੀ ਬਦਕਾਰ ਥੋੜੀ ਨੇ, ਉਹ ਉਹਨਾਂ ਦਾ ਕਰੈਕਟਰ ਬਦਕਾਰ ਥੋੜੀ, ਉਹਦੇ ਦੀਨੀ ਬਦਕਾਰ ਹੈ, ਦੀਨ ਤੋਂ ਦੂਰ ਨੇ। ਫਿਰ ਕੋਈ ਇਲਾਜ ਨਹੀਂ ਭਾਈ। ਅਗਰ ਨਸਲੇ ਬਦਕਾਰ ਦਾ ਮਤਲਬ ਦੀਨੀ ਬਦਕਾਰ ਹੈ, ਫਿਰ ਭਾਈ ਇਹਨਾਂ ਨੂੰ ਆਖੋ ਤੁਸੀਂ ਜਿੱਤ ਗਏ ਭਾਈ ਸਾਡੇ ਤੋਂ। ਦੱਸੋ ਇਹਦਾ ਇਸ ਤਰ੍ਹਾਂ ਤੇ ਨਹੀਂ ਨਾ ਗੱਲ ਹੋ ਸਕਦੀ ਭਾਈ ਜਾਨ। अगर इस तरह बंदा गिर जाए तो तौबा इस्तग़फ़ार किसी ने कहो कि जी तेरी मां को दीनी बदकार है। नहीं अगर साडी नजर च कि दुनियावी बदकार तो हाँ साडी नजर च ते मिर्जा कादियानी जिहड़ा है वो दीनी बदकारी कर चुकिया ना, दीन नाल बदकारी कर चुकिया ना, ਅਸੀਂ ਕਹਿ ਸਕਨੇ ਉਹਨੂੰ ਇਬਨ ਅਲ ਬਗਾ। ਗਲਤ ਗੱਲ। ਇਹ ਬਿਲਕੁਲ ਐਵੇਂ ਬੇਹਯਾਈ ਦੀਆਂ ਸਾਰੀਆਂ ਹੱਦਾਂ ਕ੍ਰਾਸ ਕਰਦੇ ਜਾਂਦੇ ਨੇ, ਡਿੱਗਦੇ 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 ਮੈਂ ਤੁਹਾਨੂੰ ਦੱਸਿਆ ਜਾ ਕੇ ਜ਼ਮੀਨ ਦੇ ਵਿੱਚ ਇਹਦੇ ਤਤਿਮੇ ਚ ਤਰਜਮਾ ਤਾਂ ਨਹੀਂ ਕੀਤਾ ਕਿ ਇੱਥੇ ਉਰਦੂ ਦਾ ਤਰਜਮਾ ਕਰਨ ਲੱਗੇ ਅਸੀਂ ਤੇ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਰੋਲਾ ਪਾ ਦਿੱਤਾ ਸੀ ਕਿ ਇਸ ਜ਼ਾਲਮ ਨੇ ਉਹਨੂੰ ਮਾਂ ਦੀ ਗਾਲ ਕੱਢੀ।
ਤੇ ਇੱਥੇ ਤਾਂ ਨਹੀਂ ਤਰਜਮਾ ਕੀਤਾ, ਕੋਡ ਕੀਤਾ ਆਪਣਾ ਕਸੀਦਾ ਲਿਖਿਆ ਜ਼ਰੂਰ ਹੈ, ਲੇਕਿਨ ਉਹਦੇ ਵਿੱਚ ਤਰਜਮੇ 'ਚ ਡੰਡੀ ਮਾਰੀ, ਜਾਣ ਬੁੱਝ ਕੇ ਆਮਦਨ ਤਰਜਮਾ ਛਪਾਇਆ ਮੌਲਾਨਾ ਸਨਾਉਲ ਅੰਮ੍ਰਿਤਸਰੀ ਦੀ ਵਜ੍ਹਾ ਤੋਂ, ਕਿਉਂਕਿ ਉੱਥੇ ਤੇ ਫਾਰਸੀ ਸੀ, ਫਾਰसी किसी ने आंदी पसंद नहीं है। जिधर तर्जमा नहीं किया था, तर्जमा उन्होंने आप किया है किसी कोई और मुतरजमा बीच हकीकत भाई नहीं आप किया, ये आप ही किया तर्जमा, जान बुझ के तर्जमा छुपाया। ये 1907 ਵਿੱਚ ਲਿਖੀ ਹੈ, 11 ਸਾਲ ਬਾਅਦ ਕਿ ਫਾਜ਼ਲਾ ਦਾ ਕੋ ਮਾਲਕ ਹੋ ਗਏ, ਤੁਸੀਂ ਇਹ ਦੱਸੋ ਉਹਨੂੰ ਤੁਸੀਂ ਇਨਸਾਨ ਨਹੀਂ ਸਮਝਦੇ? ਐਸ ਇਖਲਾਕ ਕੇ ਫਾਜ਼ਲਾ ਦਾ ਜੋ ਇਹ ਉਹ ਇਖਲਾਕ ਕੇ ਫਾਜ਼ਲਾ ਨੇ ਜਿਹਦਾ ਹਵਾਲਾ ਦੇ ਕੇ ਚੌਧਰੀ ਇਸਮਾਈਲ ਨੇ ਆਖਿਆ ਕਿ ਐਸ ਇਖਲਾਕ ਕੇ ਫਾਜ਼ਲਾ ਦਾ ਬੰਦਾ ਕਿਸੇ ਨੂੰ ਕਿਸ ਤਰ੍ਹਾਂ ਕਹਿ ਸਕਦਾ ਤੂੰ ਬੇਵਕੂਫ ਹੈ, ਤੂੰ ਬੁਜ਼ਦਿਲ ਹੈ। ਯਾਰ ਇਹ ਮਤਲਬ ਆਪਣੇ ਆਪ ਨਾਲ ਝੂਠ ਬੋਲਦੇ, ਛੋਟੀਆਂ ਸ਼ਾਵਰ ਹੈ ਕਿ ਨਾ ਬੇਵਕੂਫ ਤੇ ਬੁਜ਼ਦਿਲ। ਹਾਂ ਉਸ ਤਾਂ ਬਸ ਜੇ ਇਹ ਕਾਫੀ ਨਾ ਹੋਵੇ ਤੇ ਇਹਦਾ ਜਵਾਬ ਕਿਸੇ ਵੀਡੀਓ ਮੇਰੀ ਹੈ ਜਿਹੜੀ ਰਿਕਾਰਡ ਹੋਣ ਲੱਗੀ ਹੈ, ਜੇ ਕਿਸੇ ਨੇ ਇਹਦਾ ਜਵਾਬ ਇਹ ਦੇਣਾ ਹੋਵੇ, ਇਹ ਮੁਖਾਲਫ ਸਨ ਤੇ ਹਜ਼ਰਤ ਸਾਹਿਬ ਮੁਖਾਲਫਾਂ ਦੇ ਵਾਸਤੇ ਇਹੋ ਜਿਹੀਆਂ ਗਾਲਾਂ ਗੋਲਾਂ ਕੱਢ ਲੈਂਦੇ ਸਨ, ਲੇਕਿਨ ਆਪਣਿਆਂ ਨੂੰ ਤੇ ਨਹੀਂ ਸੀ ਨਾ ਆਖਣਾ, ਆਪਣਿਆਂ ਨੂੰ ਤੇ ਨਹੀਂ ਸੀ ਨਾ ਆਖਣਾ ਭਾਈ, ਆਪਣਿਆਂ ਨੂੰ ਭਗਿਆੜ ਆਰ ਖਿੰਜ਼ੀਰ ਆ ਰੱਖਿਆ। ਜਦੋਂ ਪਹਿਲਾ ਜਲਸਾ ਸਾਲਾਨਾ ਉਹਦਾ ਇਲਤਵਾ ਹੋਇਆ ਨਾ, ਤੇ ਉੱਥੇ ਆਖਿਆ ਕਿ ਮੈਂ ਇਹ ਆਪਣੇ ਫਿਰਕੇ ਦੇ ਲੋਕਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਦੇਖਦਾ, ਇਹਨਾਂ ਦੇ ਤਬੀਅਤ ਵਿੱਚ, ਮਿਜ਼ਾਜ ਵਿੱਚ, ਛੋਟੀਆਂ ਛੋਟੀਆਂ ਗੱਲਾਂ ਤੋਂ ਲੜਨ ਡੈ ਪੈਂਦੇ ਨੇ ਇੱਕ ਦੂਜੇ ਨਾਲ, ਤੇ ਭਗਿਆੜਾਂ ਆਰ ਪੈ ਜਾਂਦੇ ਨੇ ਇੱਕ ਦੂਜੇ ਨੂੰ, ਆਪਣੇ ਭਰਾ ਦੂਜੇ ਨੂੰ ਉਹਨੂੰ ਮਾੜਾ ਵੇਖ ਕੇ ਉਹਦੇ ਨਾਲ ਸਲਾਮ ਨਹੀਂ ਲੈਂਦੇ, ਤੇ ਖੰਜ਼ੀਰ ਆਰ ਇਹਨਾਂ ਦੀਆਂ ਨੇ ਯਾਨੀ ਸਿਫਤਾਂ। ਉੱਥੇ ਭਗਿਆੜ ਤੇ ਖੰਜ਼ੀਰ ਇਹਨਾਂ ਨੂੰ ਆਖਿਆ ਵਾ, ਜਾ ਕੇ ਖੋਲ ਕੇ ਦੇਖ ਲਓ, ਇਸ ਵੇਲੇ ਐਗਜ਼ੈਕਟ ਅਲਫਾਜ਼ ਮੇਰੇ ਸਾਹਮਣੇ ਨਹੀਂ ਹਨ। ਤੇ ਕਹਿਣ ਦਾ ਮਕਸਦ ਹੈ ਆਪਣੇ ਮੁਰੀਦਾਂ ਨਾਲ ਆਖਰੀ ਫੈਸਲਾ ਆਪਣੇ ਮੁਰੀਦਾਂ ਨਾਲ ਛਾਪਿਆ, ਆਪਣੇ ਮੁਰੀदों के साथ आखिरी फैसला लिखे अखबार ਦੇ ਵਿੱਚ, ਆਖੋ ਤਾਂ ਮੈਂ ਕੱਢ ਕੇ ਬਾਹਰ ਦੇਣਾ, ਆਪਣੇ ਮੁਰੀदों के साथ आखिरी फैसला। ਚੰਦਾ ਨਹੀਂ ਸੀ ਦਿੰਦੇ ਜਾਂ ਪੈਸੇ ਨਹੀਂ ਸੀ ਦਿੰਦੇ ਤੇ ਉਹਨਾਂ ਨੇ ਕਹਿੰਦਾ ਆਖਰੀ ਫੈਸਲਾ ਹੋਣ ਲੱਗਾ ਤੁਹਾਡਾ। ਐਸ ਇਖਲਾਕ ਕੇ ਫਾਜ਼ਲਾ ਦਾ ਬੰਦਾ, ਬਲਕਿ ਵਿਖਾਓ ਜਨਾਬ ਉਹਨਾਂ ਦੇ ਹਮਾਮ ਮਹਿਦੀ ਦਾ, ਉਹਨਾਂ ਦੇ ਬਾਰੇ ਚ ਕੀ ਖਿਆਲ ਹੈ, ਕੀ ਇਖਲਾਕ ਫਾਜ਼ਲਾ ਸਾਡੇ ਸੇ ਤੇ ਪੇਸ਼ ਕੀਤੇ ਉਹਨਾਂ ਸੇ ਕੀ ਕੀਤੇ ਨੇ? ਇਹ ਇਖਲਾਕ ਫਾਜ਼ਲਾ ਸਨ ਇਸ ਬੰਦੇ ਦੇ। ਮਿਰਜ਼ਾਈ ਕਹਿੰਦੇ ਨੇ ਕਿ ਇਸ ਇਖਲਾਕ ਦਾ ਬੰਦਾ ਉਹ ਆਪਣੇ ਮੁਰੀਦ ਨੂੰ ਇਹ ਕਿਸ ਤਰ੍ਹਾਂ ਕਹਿ ਸਕਦਾ ਹੈ ਤੁਮ ਬੇਵਕੂਫ ਹੋ, ਤੁਮ ਬੁਜ਼ਦਿਲ ਹੋ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਵੀ ਚੌਧਰੀ ਇਸਮਾਈਲ ਤੇਰਾ ਵੀ ਪਤਾ ਨਹੀਂ ਕਿੱਥੇ ਦਿਮਾਗ ਕਿਰੇ ਹੈ ਹੀ ਕੋਈ ਨਹੀਂ ਸਿਰ ਵਿੱਚ, ਜਾਂ ਤੂੰ ਉਹਨੂੰ ਪੜ੍ਹਿਆ ਹੀ ਨਹੀਂ ਜਾਂ ਤੂੰ ਉਹਨੂੰ ਜਾਣਦਾ ਹੀ ਨਹੀਂ, ਤਾਂ ਗਾਲਾਂ ਕੱਢ ਕੇ ਕਿਤਾਬਾਂ ਭਰ ਛੜੀਆਂ ਨੇ। ਉਹ ਮੇਰਾ ਰੁਕਿਆ ਵੀ ਨਹੀਂ ਬਈ, ਇੰਨੀ ਗਾਲਾਂ ਕੱਢ ਕੇ ਕਹਿ ਰਿਹਾ ਬਈ ਅਗਰ ਮੈਨੂੰ ਸ਼ਰੀਅਤ ਮਾਇਨੇ ਨਾ ਹੁੰਦੀ ਤੇ ਮੈਂ ਤੈਨੂੰ ਗਾਲਾਂ ਨਾਲ ਪਨਾਹ ਕਰ ਦਿੰਦਾ ਹੈ, ਬਾਕੀ ਕਿਹੜੀ ਗਈ। 400 ਗਾਲ ਕੱਢ ਕੇ ਤੇ ਕਹਿੰਦਾ ਅਗਰ ਮੈਨੂੰ ਇਹ ਸ਼ਰੀਅਤ ਦਾ ਡਰ ਨਾ ਹੁੰਦਾ ਤੇ ਅੱਲਾ ਦਾ ਖੌਫ ਨਾ ਹੁੰਦਾ, ਮੈਂ ਤੈਨੂੰ ਗਾਲਾਂ ਨਾਲ ਫਨਾਹ ਕਰ ਦਿੰਦਾ। ਗਾਲਾਂ ਤੇ ਉਹਨੇ ਕੱਢ ਕੇ ਫਨਾਹ ਕਰ ਦਿੱਤਾ ਲੋਕਾਂ ਨੂੰ। ਪੀਰ ਮੇਹਰ ਅਲੀ ਸ਼ਾਹ ਨੂੰ ਗਾਲ ਕੱਢਣੀ ਹੈ ਤੇ ਕਹਿੰਦਾ ਗੋਲੜੇ ਕੀ ਸਰਜ਼ਮੀਨ ਪਰ ਲਾਨਤ ਹੋ। ਜਿਨ੍ਹਾਂ ਦਾ ਮੂੰਹ ਬੋਲਿਆ ਨਬੀ ਆਖੇ ਗੋਲੜੇ ਦੀ ਸਰਜ਼ਮੀਨ ਤੇ ਲਾਨਤ ਹੋਵੇ। ਅਗਰ ਉਹ ਤੁਹਾਡੇ ਜਾਂ ਸਾਡੇ ਮਾਂ ਬਾਪ ਦੇ ਬਾਰੇ ਕੋਈ ਗੰਦਾ ਲਫ਼ਜ਼ ਬੋਲਦੇ ਨੇ ਤਾਂ ਕੋਈ ਗੁੱਸਾ ਨਾ ਕਰਿਆ ਕਰੋ। ਸਮਝ ਗਏ ਗੱਲ, ਇਸ਼ਾਰਾ ਸਮਝ ਗਏ ਨਾ ਕਿ ਬਈ ਗਾਲ ਕੱਢਣੀ ਪੀਰ ਮੇਹਰ ਅਲੀ ਸ਼ਾਹ ਨੂੰ ਤੇ ਗਾਲ ਕੱਢੀਏ ਪੂਰੀ ਗੋਲੜੇ ਦੀ ਸਰਜ਼ਮੀਨ ਨੂੰ, ਗੋਲੜੇ ਦੀ ਸਾਰੀ ਸਰਜ਼ਮੀਨ ਤੇ ਲਾਨਤ ਹੋਵੇ। ਇਹ ਅਖਲਾਕ ਫਾਜ਼ਲਾ ਕੀ ਨਹੀਂ ਆਖਿਆ अपने मुखालफा को। साफ समझा जाएगा अब हम जो हमारी फतह का कायल नहीं होगा तो साफ समझा जाएगा कि इस वलदुल हराम बनने का शौक है। लो जी ए अखलाक फाजला ने कुरान ख़ज़ाइन जिल्द 9 में गल लिखी है। हराम ज़ादे की ये आदत है कि वो कभी सीधी राह इख्तियार नहीं करता। लो जी ए अखलाक वाला बंदा है तो मिर्ज़ाई मरीद पे आंदा है इस इखलाक के फाजला वाला बंदा किस तरह अपने मरीद नूं कह सकता है कि तू बेवकूफ़ है, तू बुज़दिल है।
ਮਤਲਬ ਇਹਨਾਂ ਦੀ ਅਕਲ ਘਾਹ ਚੁਗਣ ਗਈ ਹੈ ਜਾਂ ਇਹਨਾਂ ਨੂੰ ਇੰਨੇ ਵੀ ਪਤਾ ਨਹੀਂ ਲੱਗਦਾ ਹੈ ਕਿ ਇਹ ਅਖਲਾਕ ਨੇ ਸਰਕਾਰ ਦੇ, ਇਹ ਉਹਨਾਂ ਦੇ ਅਖਲਾਕ ਫਾਜ਼ਲਾ ਨੇ, ਜਿਨ੍ਹਾਂ ਅਖਲਾਕ ਫਾਜ਼ਲਾ ਦਾ ਅਸੀਂ ਬੜਾ ਲਿਖਣ ਲੱਗੇ ਹਾਂ ਕਿ ਉਹ ਐਸੇ ਅਖਲਾਕ ਫਾਜ਼ਲਾ ਵਾਲਾ ਬੰਦਾ ਕਿਸ ਤਰ੍ਹਾਂ ਕਿਸੇ ਨੂੰ ਕਹਿ ਸਕਦਾ। ਜੇ ਉਹਨੇ ਕਹਿ ਦਿੱਤਾ ਹੈ ਤਾਂ ਕੋਈ ਵੱਡੀ ਕਿਹੜੀ ਗੱਲ ਹੈ। ਕਾਦੀਆਨੀਆਂ ਨੂੰ ਤਾਂ ਪਤਾ ਕਿ ਇਹ ਕਿਹਾ ਹੈ। ਲਾਹੌਰੀ ਇਨਕਾਰ ਪਿਆ ਕਰਦਾ, ਆਂਦਾ ਮੈਂ ਰਵਾਇਤ ਨਹੀਂ ਮੰਨਣੀ, ਵਜ੍ਹਾ ਇਹ ਵੇ ਕਿ ਮਿਰਜ਼ਾ ਸਾਹਿਬ ਦਾ ਅਖਲਾਕ ਫਾਜ਼ਲਾ ਇਹ ਲਫ਼ਜ਼ ਕਹਿ ਨਹੀਂ ਸਕਦਾ। ਹੁਣ ਇੱਥੇ ਕੋਈ ਮਿਰਜ਼ਾਈ ਥੱਲੇ ਆਵੇ ਤੇ ਉਹ ਦੱਸੇ ਵੀ ਚਸ਼ਮਾ ਮਾਰਫਤ ਜਦੋਂ ਛਪੀ ਹੈ ਇਹ ਗੱਲ ਉਹਨੇ ਆਖੀ ਹੈ ਜਾਂ ਨਹੀਂ ਆਖੀ। ਜੇ ਆਖੀ ਹੈ ਟਰੁਥ ਸੀਕਰ, ਇਹਦਾ ਮਤਲਬ ਇਹ ਵੇ ਕਿ ਤੁਹਾਡੇ ਮਸੀਹ ਮੌਦ ਦਾ ਅਖਲਾਕ ਫਾਜ਼ਲਾ ਹੈ, ਫਿਰ ਤਾਂ ਗੁੱਸੇ ਵਾਲੀ ਗੱਲ ਕੋਈ ਨਹੀਂ ਨਾ, ਫਿਰ ਲਾਹੌਰੀ ਝੂਠਾ ਹੈ ਨਾ। ਤੇ ਜੇ ਉਹਨੇ ਨਹੀਂ ਆਖੀ ਤੇ ਫਿਰ ਤੁਹਾਡਾ ਰਾਵੀ ਝੂਠਾ ਹੈ। ਖਲੋ ਜੋ ਮੈਂ ਦੇਖ ਹੀ ਲਾਂ ਇੱਕ ਮਿੰਟ, ਉਹਦੇ ਚ ਸੀਰਤੁਲ ਮਹਿਦੀ ਚ ਮੇਰਾ ਤੇ ਦੇਖਣ ਲੱਗੇ ਸਵਾਲ ਇੱਕ ਪੈਦਾ ਹੁੰਦਾ ਹੈ, ਜਿਹੜੇ ਇਹਨਾਂ ਨੇ ਰਾਵੀਆਂ ਤੋਂ ਲੈ ਕੇ ਸੀਰਤੁਲ ਮਹਿਦੀ ਲਿਖੀ ਹੈ ਇਮਾਮ ਮਹਿਦੀ ਦੀ, ਇਹਨਾਂ ਦੇ ਅੰਦਰ ਕੋਈ ਇਸਮਾਉ ਰਜਾਲ ਹੈ ਵੇ, ਕੋਈ ਰਾਵੀ ਨੂੰ ਪਰਖਣ ਦਾ ਮਿਆਰ ਹੈ ਵੇ ਕਿ ਇਹ ਰਾਵੀ ਗੱਲ ਸੱਚਾ ਵੇ, ਸਾਦਕ ਅਲ ਕੌਲ ਹੈ, ਸਿੱਕਾ ਵੇ, ਕਜ਼ਾਬ ਹੈ। ਇਹਨਾਂ ਦੇ ਜਿਹੜਾ ਅਸਮਾਉ ਰਜਾਲ ਨੇ ਉਹ ਇਹ ਹੀ ਨੇ ਕਿ ਇਹ ਸਾਰੇ ਅਸਹਾਬ ਰਸੂਲੁल्लाह ਨੇ। ਮਿਰਜ਼ਾ ਕਾਦੀਆਨੀ ਦਾ ਆਪਣਾ ਫਤਵਾ ਹੈ ਕਿ ਸਭ ਅਸਹਾਬ ਰਸੂਲੁल्लाह ਦਾਖਲ ਹੋ ਗਏ ਜਿਨ੍ਹਾਂ ਮੇਰੇ ਹੱਥ ਬੈਤ ਕੀਤੀ। ਤੇ ਅਸੀਂ ਵੀ ਸਾਡਾ ਵੀ ਫਤਵਾ ਸੁਣ ਲਓ, ਉਹ ਅਸਹਾਬੇ ਰਸੂਲੁल्लाह ਤੋਂ ਦੂਰ, ਅਸਹਾਬੇ ਰਸੂਲੁल्लाह ਦੀ ਜੁੱਤੀ ਦੇ ਥੱਲੇ ਜਿਹੜੀ ਮਿੱਟੀ ਲੱਗੀ ਹੈ ਨਾ, ਉਹਦਾ ਵੀ ਜਿਹੜਾ ਤਕਾਬਲ ਅਸੀਂ ਉਹਨਾਂ ਨੂੰ ਜਾਇਜ਼ ਨਹੀਂ ਕਰਾਰ ਦਿੰਦੇ, ਉਸ ਤੋਂ ਵੀ ਥੱਲੇ ਨੇ। बेशक बेशक किसी भी आम इंसान ਨੂੰ ਵੀ ਹੁਣ ਅਲਕਬਾਤ ਜਿਹੜੇ ਨੇ ਰਜ਼ੀ ਅੱਲਾਹ ਤਾਲਾ ਅਨਹੁਮ ਰਜ਼ੀ ਤਾਲਾ ਅਨਹੂ ਔਰ ਅਨਹਾ ਦੇ ਅਲਕਾਬ ਸਿਰਫ ਔਰ ਸਿਰਫ ਖਾਲਿਸਤਾਨ ਅਸਹਾਬੇ ਰਸੂਲ ਅਸੇ ਇਸਤੇਮਾਲ ਹੋਏ ਨੇ। ਇਹਨਾਂ ਆਰਾਮ ਜ਼ਾਦ ਨੇ ਇਹ ਵੀ ਚੋਰੀ ਕਰਕੇ ਉਹਨਾਂ ਲਾਂਤੀਆਂ ਤੇ ਲਾ ਲਏ ਨੇ। ਤੇ ਫਿਰ ਕਹਿੰਦੇ ਨੇ ਬਈ ਸਾਡੇ ਅਸੇ ਨਫ਼ਰਤ ਕਿਉਂ? ਨਫ਼ਰਤ ਇਨਸਾਨ ਤਾਂ ਹੁੰਦੀ ਹੈ, ਤੁਸੀਂ ਗਟਰ ਦੀ ਢੇਰੀ ਹੋ ਕੇ ਨਾਲ ਹੀ ਦੀਟ ਨੂੰ ਚਬਾਰੇ ਤੇ ਲਾਉਣ ਲੱਗੇ ਹੋ, ਨਾਲ ਉਹਦੀ ਗੰਦ ਵੀ ਚੁੱਕ ਕੇ ਜਿਹੜਾ ਚਬਾਰੇ ਤੇ ਲਾਉਣ ਦੀ ਕੋਸ਼ਿਸ਼ ਕਰ ਰਹੇ। और कह रहे भाई वो जरा राशिदा राणा राशिदा ऐसी कि जी आप हमारे जज्बात मजरूर करते हैं, ठीक है। तो असं तो कहना कि भाई शैतानी खजाने ने जिन्हें इल्हामात होए ने, असं तो अल्लाह ताला की तरफों नहीं मनते, इबलीस की तरफों मनने। अगर तुहाडे सामने नहीं बोलते ज़बान ताला मारने कि गुफ्तगू जी मजरूर ना होए या उन्हें तकलीफ ना आए, तो वो यही समझ बैठे कि असं इन्हूं रूहानी समझने। ਉਹਨਾਂ ਨੂੰ ਇਹ ਭੁਲੇਖਾ ਲੱਗਿਆ ਜੇ, ਤਾਂ ਹੀ ਚਾਹੁੰਦੇ ਨੇ ਤੁਸੀਂ ਆਪਣੀਆਂ ਬਰਾਡਾਂ ਤੇ ਇਹ ਜਿਹੜਾ ਨਾ ਉਹ ਧਿਆਨ ਕਰਿਆ ਕਰੋ ਵੀ ਆਪਣੀਆਂ ਬਰਾਡਾਂ ਦੇ ਬਹਿ ਕੇ ਨਾ ਕੋਈ ਇਹੋ ਜਿਹਾ ਲਫ਼ਜ਼ ਨਾ ਬੋਲਿਆ ਕਰੋ ਜਿਹਦੇ ਨਾਲ ਸਾਨੂੰ ਆਪਣੇ ਘਰ ਬੈਠਿਆਂ ਤਕਲੀਫ ਹੋਵੇ। ਇੰਨੀ ਤਵੱਕੁਆਤ ਜ਼ਿਆਦਾ ਹੋ ਗਈਆਂ ਨੇ। ਨਹੀਂ ਤੇ ਇਹ ਜਦੋਂ ਬੈਠੇ ਨੇ ਇਹ ਖਾਲਿਦ ਬਿਨ ਵਲੀਦ ਦੀ ਬਰਾਡ ਕੀ, ਉੱਥੇ ਉਹ ਟੋਪੀ ਖਾਨ ਆਂਦਾ ਕਿਹੜੀ ਕਿਹੜੀ ਬਕਵਾਸ ਨਹੀਂ ਕਰਦਾ। अगले दिन वो बकवास करे कि भाई देखो जी ये शीयत है कोफी ने, भाई मेरे तो पाकिस्तानी मेरे तो कोफा दौरान लेंदे नहीं। तो जी इन्होंने जी इमाम हुसैन नूं बुलाया और उन्होंने शहीद कर छड़िया, यही है नहीं हराम दे। तो मैं तो उन्होंने कल कहना मैं तो इस मौजूद का जिक्र ही नहीं किया भाई जिस बंदे नाल गुफ्तगू कर रहे हैं वो बेहतर जवाब दे सकता है। मनु मुखातिब हो के करेगा तो फिर मैं उन्हें फड़ के धरूंगा, लेकिन वो कह रहे हैं नहीं जनाब ना असी करिए, तुसी पुछना नहीं, तुहाडी बरात ते तुसी मिर्जा साहब कह के बुलाना, तौहीन नहीं करनी और सानू इजाजत है ਅਸੀਂ ਆਪਣੀ ਬਰਾਤ ਤੇ ਬੈਠ ਕੇ। ਇੱਕ ਕਿਹੋ ਜਿਹੇ ਅਸੂਲ ਨੇ, ਅਸੂਲ ਕਿੱਥੋਂ ਲੈ ਕੇ ਆਏ ਨੇ? ਜਾਂ ਤੇ ਸਾਨੂੰ ਉਹ ਕੁੰਜੀ ਦੇ ਦੇਣ ਜਾਂ ਡੱਬਾ ਦੇ ਦੇਣ ਜਿੱਥੋਂ ਇਹਨਾਂ ਨੇ ਅਸੂਲ ਚੁੱਕੇ ਨੇ ਕਿ ਜਿਹੜੇ ਸਾਰੇ ਅਸੂਲ ਇਹਨਾਂ ਦੀ ਤਰਫੋਂ ਮੁਸਬਤ ਨੇ, ਸਾਡੀ ਤਰਫੋਂ ਮੰਫੀ ਨੇ। ਅੱਗੇ ਵੀ ਇੱਕ ਫੋਨ ਜਿਹੜਾ ਸੁਬਾਹ ਆਇਆ ਸੀ ਨਾ, ਜਿਹੜਾ ਮੈਂ ਜ਼ਿਆਦਾ ਬਿਜ਼ੀ ਹੋ ਗਿਆ ਸੀ, ਉਹ ਇਸੇ ਮੌਜੂ 'ਤੇ ਸੀ ਕਿ ਬਈ ਇਹਨਾਂ ਨਾਲ ਕੋਈ ਗੱਲ ਹੋ ਸਕਦੀ ਹੈ। ਮੈਂ ਕਿਹਾ ਵੀ ਮਿਰਜ਼ਾਈਆਂ ਦੇ ਤੇ ਸਾਡੇ ਦਰਮਿਆਨ ਮੇਰਾ ਨਹੀਂ ਖਿਆਲ ਕਿ ਕਦੇ ਵੀ ਕਿਆਮਤ ਦੀ ਪਹਿਲੀ ਤਰੀਕ ਤੱਕ ਵੀ ਕੋਈ ਬੈਲੈਂਸ ਜਾਂ ਮਤਵਾਜ਼ੀ ਖਤੂਤ ਖਿੱਚੇ ਜਾ ਸਕਦੇ ਨੇ। ਕਿਉਂ? ਉਹਨਾਂ ਦੀ ਨਜ਼ਰ 'ਚ ਜੋ ਸ਼ਰੀਅਤ ਹੈ ਹਮਾਰੀ ਨਜ਼ਰ 'ਚ ਉਹ ਤੋਹੀਨ ਹੈ, ਜੋ ਉਹਨਾਂ ਦੀ ਨਜ਼ਰ 'ਚ ਤੋਹੀਨ ਹੈ ਉਹ ਸਾਡੀ ਨਜ਼ਰ 'ਚ ਇੱਜ਼ਤ ਹੈ।
ਸਾਡਾ ਤੇ ਉਹਨਾਂ ਦਾ ਕਦੇ ਵੀ ਮੇਰਾ ਖਿਆਲ ਹੈ ਕੋਈ ਇਹ ਅਸੂਲ ਨਹੀਂ ਤੈਅ ਹੋ ਸਕਦਾ। ਬਸ ਇਸੇ ਤਰ੍ਹਾਂ ਹੀ ਇਸੇ ਤਨਖਾਹ 'ਤੇ ਕੰਮ ਕਰਨਾ ਪਏਗਾ। ਅਗਰ ਤੁਸੀਂ ਆਖੋ ਨਾ ਕਿ ਤੈਅ ਕਰਕੇ ਇਹਨਾਂ ਨਾਲ ਕੋਈ ਗੱਲ ਕੀਤੀ ਜਾਏ, ਬਈ ਉਹ ਕਹਿੰਦੇ ਨੇ ਕਿ ਸਾਡੇ ਸਾਹਮਣੇ ਉਹਨੂੰ ਤੁਸੀਂ ਹਜ਼ਰਤ ਸਾਹਿਬ ਕਰਕੇ ਬੁਲਾਓ ਜਾਂ ਮਿਰਜ਼ਾ ਸਾਹਿਬ ਕਰਕੇ ਬੁਲਾਓ ਤੇ ਅਸੀਂ ਉਹਨੂੰ ਲੈ ਸਲਾਮ ਲੈ ਸਲਾਤ ਪੇ ਬੋਲੀਏ, ਤੇ ਤੁਸੀਂ ਬਿਲਕੁਲ ਆਪਣੇ ਅਕੀਦੇ ਦਾ ਇਜ਼ਹਾਰ ਨਾ ਕਰੋ, ਤੁਸੀਂ ਜੱਪ ਮਾਰ ਕੇ ਬਹਿ ਰਹੋ। नहीं ਸਾਡਾ असूल जड़ा है जिथे सानू कह रहे हैं मिर्जा साहब कह के मुखातिब करते, आप मिर्जा साहब कह के क्यों नहीं मुखातिब करते? आप जान बुझ के सलातो वसलाम पढ़नगे ते बकवास करन दा, अच्छा दूसरे बंदे नूं दजाल कज़ाब कहण दा भी हक नहीं है ते तुहानूं सलवात पढ़न दा हक है। मेयार दुरुस्त है? ਉਹਨਾਂ ਦੀ ਨਜ਼ਰ 'ਚ ਹੀ ਦਰੁਸਤ ਹੈ। पहले अंसर रज़ा ने जड़ा वो कीता मुनाज़रा कीता है ਤੇ ਮੈਨੂੰ ਹਾਸਾ ਆ ਰਿਹਾ ਹੈ ਕਿ ਇੱਕ ਤਾਂ ਪਹਿਲੀ ਗੱਲ ਇਹ ਵੇ ਕਿ ਇਹਨਾਂ ਦੀ ਤਜਵੀਦ ਨਹੀਂ ਖਰਾਬ ਕਿਉਂ? ਮੈਂ ਕਹਿੰਦਾ ਨਜਫ ਹੋ ਗਿਆ, ਮੈਂ ਹੋ ਗਏ ਸਭ ਤੋਂ ਘੱਟ ਇਲਮ ਵਾਲੇ ਬੰਦੇ ਆਤੇ, ਠੀਕ ਹੈ, ਲੇਕਿਨ ਸਾਡੀ ਵੀ ਤਜਵੀਜ਼ ਤੋਂ ਗਈ ਗੁਜ਼ਰੀ ਤਜਵੀਦ ਉਹ ਅੰਸਰ ਰਜ਼ਾ ਦੀ, ਔਰ ਫਿਰ ਉਹ ਜਿਹੜਾ ਹੈ ਗਲਤ ਤਜਵੀਦ ਕਰਕੇ ਆਇਤ ਪੜ੍ਹ ਕੇ ਐਂਡ ਆ ਕੇ ਉਹਨੇ ਜਿਹੜਾ ਆਇਤ ਕੁਰਾਨ ਦੀ ਸੂਰਤ ਦਾ ਨਾਂ ਤੇ ਆਇਤ ਦੱਸਣਾ ਸ਼ੁਰੂ ਕਰ ਛੜੀਏ। ਆਇਤ ਪੜ੍ਹ ਕੇ ਵੀ ਨਹੀਂ ਦੱਸੀ, ਤਰਜਮਾ ਵੀ ਨਹੀਂ ਕੀਤਾ, ਫਲਾਣੀ ਆਇਤ ਫਲਾਣੀ ਸੂਰਤ ਹੈ ਜੀ, ਫਲਾਣੀ ਆਇਤ ਫਲਾਣੀ ਸੂਰਤ ਹੈ, ਇੱਥੇ ਵੀ ਇੱਕ ਗੱਲ ਹੋ ਰਹੀ, ਪੜ੍ਹ ਕੇ ਕਿਉਂ ਨਹੀਂ ਦੱਸ ਰਹੇ ਕਿ ਜਿਹੜਾ ਮੈਂ ਜਿੱਥੇ ਗੱਲ ਹੋ ਰਹੀ ਹੈ ਉਹ ਜਿੱਥੇ ਆਇਤ ਲਿਖੀ ਉੱਥੇ ਉਹ ਗੱਲ ਹੀ ਨਹੀਂ ਜਿਹੜੀ ਉਹ ਪੇਸ਼ ਕਰਨਾ ਚਾਹ ਰਹੇ। ਕਿ ਅੱਲਾਹ ਨੇ ਫਰਮਾਇਆ ਵੀ ਰਸੂਲ ਆਤੇ रहेंगे आते रहेंगे आते रहेंगे, यानी ਇੱਕ ਮੁਰੱਬੀ ਦਾ ਜਿਹੜੀ ਜਮਾਤ ਦੀ ਤਰਫੋਂ ਮੁਤਅਯਨ ਹੈ, ਠੀਕ ਹੈ ਨਾ, ਔਰ ਉਹ ਜੋ ਯਾਨੀ ਕਹਿੰਦੇ ਬਈ ਆਫੀਸ਼ੀਅਲ ਹੈ, ਉਹਦਾ ਇਹ ਹਾਲ ਹੈ ਤਜਵੀਦ ਦਾ ਤੇ ਗੱਲ ਕਰਨ ਦਾ, ਤੇ ਬਾਕੀਆਂ ਦਾ ਕੀ ਰਹਿ ਗਿਆ ਪਿੱਛੇ? ਗੱਲ ਇਹ ਵੇ ਆਪਣਾ ਅਸਦ ਭਾਈ, ਜਿੱਡਾ ਲੁੱਚਾ ਓਨਾ ਉੱਚਾ, ਜਿੱਡਾ ਇਹਦੇ ਵਿੱਚ ਲੁੱਚਾ ਹੋਏਗਾ ਇਲਮ ਦਾ ਇੱਥੇ ਕੋਈ ਨਹੀਂ ਜਿਆ। ਰਾਜਾ ਤਾਲ ਮਨਾਨ ਨੂੰ ਵੇਖ ਲਵੋ, ਠੀਕ ਹੈ, ਉਹ ਆਂਦਾ ਆ ਕੇ ਤੇ ਬੜਾ ਧੀਮੇ ਲਹਿਜੇ ਦੇ ਵਿੱਚ ਉਹ ਥ੍ਰੈਟ ਦੇ ਕੇ ਇਹਨਾਂ ਨੂੰ ਟੁਰ ਜਾਂਦਾ ਤੇ ਸਾਰਾ ਦਿਨ ਲੂਚਦੇ ਰਹਿੰਦੇ। ਇਲਮੀ ਸ਼ਖਸੀਅਤ ਇਹਨਾਂ ਦੇ ਵਿੱਚ ਕੋਈ ਵੀ ਨਹੀਂ ਹੈ। ਉਹ ਇੱਕ ਨਿੱਕੇ ਜਿਹੇ ਕੱਦ ਦਾ ਆਇਆ ਸੀ, ਕੀ ਨਾਂ ਸੀ ਆਮਰ ਭਾਈ ਉਹਦਾ, ਜਿਹੜਾ ਉਹ ਨਿੱਕੇ ਜਿਹੇ ਕੱਦ ਦਾ ਸੈਫੀ ਦੀ ਬਰੌਡ ਤੇ ਆਇਆ ਸੀ, ਆਦੀ ਅਲੀ ਚੌਧਰੀ। ਆਦੀ ਅਲੀ ਚੌਧਰੀ ਵੀ ਵੇਖ ਲਵੋ ਤੇ ਉਹ ਵੀ ਇੰਝ ਹੀ ਸੀ। ਸੋ ਇਹ ਝੂਠ ਬੋਲ ਕੇ ਮੈਂ ਬਲਕਿ ਤੁਹਾਨੂੰ ਆਮਰ ਭਾਈ ਵੀਡੀਓ ਵੀ